निर्वैर अकाल मूरत अजूनी सैभंग गुर प्रसाद एक ओंकार सतनाम करता पुरख निरभौ निर्वैर अकाल मूरत अजूनी सैभंग गुर प्रसाद एक ओंकार सतनाम करता पुरख निरभौ निर्वैर अकाल मूरत अजूनी सैभंग गुर प्रसाद एक ओंकार सतनाम करता पुरख निरभौ निर्वैर अकाल मूरत अजूनी सैभंग गुर प्रसाद एक ओंकार सतनाम करता पुरख निरभौ निर्वैर अकाल मूरत अजूनी सैभंग गुर प्रसाद वाहिगुरु 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 जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह जी। बहुत बहुत धन्यवाद जी ਜਸ਼ਨਜੋਤ ਕੌਰ ਜੀ, ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਕੀਰਤਨ ਦੇ ਨਾਲ ਜੁੜਦੇ ਆ ਜੀ। ਅੱਜ ਦੀ ਕੀਰਤਨ ਦੀ ਸੇਵਾ ਲੈ ਰਹੀ ਹੈ ਮਨਦੀਪ ਕੌਰ ਜੀ, 10160 EPP ਨੰਬਰ, ਜ਼ੋਨ ਪਟਿਆਲਾ ਤੋਂ। ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Am I audible, ma'am? ਹਾਂਜੀ ਹਾਂਜੀ, ਸ਼ੁਰੂ ਕਰੋ ਜੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਤੂੰ ਵੱਡ ਦਾਤਾ ਅੰਤਰ ਜਾਮੀ, ਤੂੰ ਵੱਡ ਦਾਤਾ ਅੰਤਰ ਜਾਮੀ, ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ, ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ, ਤੂੰ ਵੱਡ ਦਾਤਾ ਅੰਤਰ ਜਾਮੀ। ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ, ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ। ਹੋ ਸੁਨ ਸੁਨ ਜੀਵਾ ਨਾਮ ਤੁਮਾਰਾ, ਨਾਮ ਤੁਮਾਰਾ। ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ, ਹੋ ਸੁਨ ਸੁਨ ਜੀਵਾ ਨਾਮ ਤੁਮਾਰਾ, ਨਾਮ ਤੁਮਾਰਾ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ, ਮਨ ਨਿਰਮਲ ਹੋਏ ਸੰਤਾਂ ਤੂਰੇ। ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ, ਮਨ ਨਿਰਮਲ ਹੋਏ ਸੰਤਾਂ ਤੂਰੇ, ਸੰਤਾਂ ਤੂਰੇ, ਸੰਤਾਂ ਤੂਰੇ।
कर कृपा तेरे गुण गावा, कर कृपा तेरे गुण गावा। चरण कमल हृदय उरतारे, चरण कमल हृदय उरतारे। तेरे दर्शन को जाई बलिहारे, तेरे दर्शन को जाई बलिहारे, जाई बलिहारे, जाई बलिहारे। कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा, जपत सुख पावा। कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। तू वडदाता अंतर जामी, सब महरविया पूरन प्रभ स्वामी, सब महरविया पूरन प्रभ स्वामी। तू वडदाता अंतर जामी, सब महरविया पूरन प्रभ स्वामी, पूरन प्रभ स्वामी। कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा। कर कृपा तेरे गुण गावा, कर कृपा तेरे गुण गावा। वाहिगुरु 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 जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਨਦੀਪ ਕੌਰ ਜੀ। ਸ਼ਬਦ ਸਰਵਣ ਕਰਵਾਇਆ, ਹੋਂ ਸੁਣ ਸੁਣ ਜੀਵਾ ਨਾਮ ਤੁਮਾਰਾ, ਕਰ ਕਿਰਪਾ ਤੇਰੀ ਗੁਣ ਗਾਵਾਂ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਉਸ ਦੀ ਸਿਫਤ ਸਲਾਹ ਵਿੱਚ ਜੁੜਦੇ ਹਾਂ, ਗੁਣ ਗਾਉਂਦੇ ਹਾਂ। ਸੋ ਅੱਜ ਜਿਵੇਂ ਸਾਰਿਆਂ ਨੂੰ ਕੱਲ ਵੀ ਦੱਸਿਆ ਗਿਆ, ਸਾਰੇ ਬੱਚਿਆਂ ਨੂੰ, ਤੇ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਇੰਗਲੈਂਡ ਤੋਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ, ਇੰਗਲੈਂਡ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਹੋਂ ਮੂਰਖ ਕਾਰੈ ਲਾਈਆ, ਨਾਨਕ ਹਰ ਕੰਮੇ। ਸੋ ਦੂਜਿਆਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ ਜੀ। ਵਾਹ ਜੀ ਵਾਹ। ਨਾਨਕ ਨਾਮ ਜਪਤ ਸੁਖ ਪਾਇਆ। ਬੱਚੀ ਮਨਜੀਤ ਕੌਰ, ਮੇਰਾ ਖਿਆਲ ਇੱਕੋ ਹੀ ਪੰਕਤੀ ਬਹੁਤ ਹੈ, ਸੁੱਖ ਚਾਹੀਦੀ ਹੈ, ਤੇ ਫਿਰ ਬੱਚੀ ਨੇ ਦੱਸਿਆ ਹੁਣੇ ਸਾਰਿਆਂ ਨੂੰ। ਤੇ ਇਹਦੀ ਉਮਰ ਦਾ ਮੈਂ ਹੁੰਦਾ ਸੀਗਾ ਤੇ ਅਸੀਂ ਵੀ ਨਾਮ ਹੀ ਜਪਿਆ ਸੀਗਾ ਤੇ ਦੁਨੀਆ ਦਾ ਸਾਰਾ ਸੁੱਖ ਪਾਇਆ। ਮੇਰੇ ਪਿਆਰੇ ਬੱਚਿਓ, ਪਹਿਲੇ ਆਓ ਫਤਿਹ ਦੀ ਸਾਂਝ ਕਰੀਏ। ਸਾਰਿਆਂ ਨੂੰ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਬੱਚਿਓ, ਮੂਰਖ ਨੂੰ ਆਉਂਦਾ ਜਾਂਦਾ ਕੁਛ ਨਹੀਂ ਜੇ, ਪਰ ਗੁਰੂ ਸਾਹਿਬ ਦੀ ਫਤਿਹ ਸਾਂਝ ਕਰਕੇ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ 2.5 ਮਹੀਨੇ ਤਕਰੀਬਨ ਹੋ ਗਏ ਮੈਂ ਦੇਖ ਰਿਹਾ ਬੱਚਿਆਂ ਨੂੰ, ਬੱਚਿਆਂ ਨੇ ਇਸ ਕੈਂਪ ਦਾ ਇੰਨਾ ਫਾਇਦਾ ਉਠਾਇਆ ਕਿ ਮੈਨੂੰ ਬਲਕਿ ਥੋੜਾ ਜਿਹਾ ਫੀਲ ਹੋ ਰਿਹਾ ਕਿ ਪਤਾ ਨਹੀਂ, ਕਿਉਂਕਿ ਜਿੰਨੇ ਬੱਚੇ ਮੈਂ ਬੋਲਦੇ ਦੇਖਦਾ ਸੀਗਾ ਇਸ ਕੈਂਪ ਦੇ ਵਿਚਕਾਰ, ਕਿਉਂਕਿ ਮੈਂ ਇੱਕ ਦਿਨ ਵੀ ਕੈਂਪ ਮਿਸ ਨਹੀਂ ਕੀਤਾ, ਔਰ ਇਹ ਜਿਹੜੇ ਬੱਚੇ ਇੰਨਾ ਵਧੀਆ ਸਿੱਖ ਗਏ ਆ, ਇੰਨਾ ਗਿਆਨ ਇਹਨਾਂ ਕੋਲ ਆ ਗਿਆ, ਗਿਆਨ ਦੀ ਗੋਲਕ ਇਹਨਾਂ ਦੀ ਪੂਰੀ ਭਰ ਗਈ ਹੈ। ਤੇ ਮੈਂ ਉਸੇ ਖੁਸ਼ੀ 'ਚ ਗਦ-ਗਦ, ਕਿਉਂਕਿ ਮੇਰੀ ਜ਼ਿੰਦਗੀ ਦੀ ਅਖੀਰਲੀ ਇੱਛਾ ਹੀ ਹੈ ਕਿ ਅੱਜ ਇਹਨਾਂ ਬੱਚਿਆਂ ਨੂੰ ਰਸਤਾ ਪਾਉਣ ਵਾਲਾ ਕੋਈ ਨਹੀਂ ਨਜ਼ਰ ਆਇਆ। ਪਿਛਲੇ 50-52 ਸਾਲਾਂ 'ਚ ਮੈਂ ਇੰਗਲੈਂਡ 'ਚ ਰਿਹਾ ਵਾਂ ਤੇ ਅਸੀਂ ਛੋਟੇ ਛੋਟੇ ਹੁੰਦੇ ਸੀ, 6 ਭੈਣ ਭਰਾ। ਸਾਡੇ ਮਾਤਾ ਪਿਤਾ ਸਾਨੂੰ ਰਸਤਾ ਪਾਉਂਦੇ ਸੀਗੇ, ਕੁੱਟ ਪੈਂਦੀ ਸੀ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਈਏ ਤੇ ਕੋਈ ਨਹੀਂ, ਇਨਸਾਨ ਭੁੱਲ ਜਾਂਦਾ ਹੈ। ਕਿਸੇ ਦੇ ਮਾਤਾ ਪਿਤਾ ਨੂੰ ਮਾੜਾ ਨਹੀਂ ਮੈਂ ਕਹਿੰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਤੋਂ ਬੱਚਿਓ, ਮੈਂ ਕੋਈ ਸੰਤ ਬਾਬਾ ਨਹੀਂ ਜੇ, ਮੈਂ ਕੋਈ ਪ੍ਰਚਾਰਕ ਨਹੀਂ ਜੇ, ਬਸ ਅੱਜ ਦਾ ਟੌਪਿਕ ਦੇ ਵਿਚਕਾਰ ਇੱਕ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਦੇਖੋ ਬੱਚਿਓ,
मेरे मन च एक बहुत ज्यादा तांग है कि मेरे बच्चे, क्योंकि आप सारे एक परिवार हाँ, जिन्ने बच्चे कैंप जाते हैं, मेरे दोते पोते दोतियां पोतियां, मैं ना दादू नानू, ठीक है, इन्हों के माता अगर भुल गया तो मैं पंजाब जाके बच्चों दसना शुरू करता, और मैं भी गुरु का हुक्म मन के हुण देखो नोट कर लेना बच्चे, बड़े काम की गल जो सारी जिंदगी काम आएगी, क्योंकि जो तुहाडी कोई इच्छा पूरी नहीं होएगी ना, तो फिर अपने अंदर झाती मारना, अपनी ही पिछले 24 घंटिया की या पिछले 7 दिनों की टेप रिवाइंड कर लेना कि मैं पिछले 24 घंटे 7 दिनों किन्ना क परमात्मा का कहना मनिया। असीं परमात्मा का कहना मनते नहीं हाँ, असीं परमात्मा नूं मनते हाँ। हुण देखो जी परमात्मा नूं की मनना होया जे परमात्मा का कहने ना मनिया। सो ये साडे गुरु गोबिंद सिंह जी ने 4 पुत्र वार के, सरबंस वार के सानू हुक्म दे के गए सीगे कि भाई आने वाली जिहड़ी जिन्ने भी बंदियां नूं सानू हुक्म मिलिया सीगा, मतलब कि मान लिया इन्हां च मैं भी आ जाना वा, जिन्ने भी असीं हैगे आ संसार च कोई भी व्यक्ति है, क्योंकि हुक्म सारियां नूं साझा सीगा। सब सिखन को हुक्म है गुरु मानियो ग्रंथ। ये खाली सिखां वास्ते नहीं सीगा, ये सिखण वाले वास्ते सीगा। ते जिहड़ा भी दुनिया च आंदा है, जन्म लैंदा है, वो सिखण ही आंदा है और सिखदा ही रहिंदा अखीरले स्वास तक। और मैं भी अजे सिखदा पिया वां। सो इन्हां बच्चियां कोल बहुत ज्ञान आ चुका है। शायद हो सकदा मेरे कोल अजे इन्ना नहीं ज्ञान हैगा, पर मेरे कोल बच्चों अपनी जिंदगी का तजर्बा हैगा कि गुरु का हुक्म मनिया ते थोड़ा मंगिया, परमात्मा ने मैनू बहुता दिता। ते मैं यही चाहना कि इन्हां बच्चियां दे माता पिता भुल गए आ, तो कोई गल इंसान भुल जाता, तो मैं बच्चों दादा इन्हां ने बन के स्कूलों जाके बच्चों नूं गुरु ग्रंथ साहिब नाल जोड़दा, क्योंकि सानू जपजी साहिब दा पाठ कीते बगैर स्कूल नहीं सी जाण दिंदे। साडे डैडी सानू कुटदे सीगे। असीं 6 भैण भरा, 6 अज हैगियां बच्चिओ। सो टॉपिक भी हाँ मूर्ख कर लाया, बिल्कुल है ही मूर्ख है, मैनू अजे भी कुछ नहीं आंदा अजे। पर गल है कि मैं जो कुछ प्राप्त किया है इस मूर्ख ने गुरु ग्रंथ साहिब नाल जोड़ के, वो मैं बच्चों में शेयर करता होना वा। सो वो बच्चों मैं अज थोड़ा तुहानूं दसी जावांगा, क्योंकि अज मैं 73 साल का हो गया वा। 6 भैण भरा वा, 6 असीं अज हैगे आ। और बिल्कुल मेरी कहानी है बैगर टू ए किंग, भिखारी तो राजा। क्योंकि बच्चों को सिर्फ विश्वास दिवावांगा जरूर कि भाई बच्चों अखर अखर गुरु ग्रंथ साहिब लिखा है सच जे, है ना। असीं तुहानूं क्यों कहने आ कि पाठ भी करो, जिथे पढ़ाइयां करनियां वाधू पढ़ाइयां करो, 90% पढ़ाइयां वाल टाइम दिओ। ये उम्र तुहाडी हैगी है बेटे अपनी जिंदगी जीवन, मतलब कि अपने आप नूं कुछ बनाउण दी, है ना। फिर सारी जिंदगी मौजां करते रहना। 90% पढ़ाइयां जोर ला दिओ ते 10% मैं शुरू तो कहना बच्चे पाठ करना शुरू कर देने कि 10% 24 घंटे परमात्मा रोज दिते सानू, ते फिर असी नहीं कर रहे, जिस कारण अज मैं देखा कि अज गरीब भी दुखी ते अमीर भी दुखी। पर बाबा जी की बड़ी कृपा जे बच्चों अखर अखर गुरु ग्रंथ साहिब दा सच है। मैं कुछ अखर या शब्द बाणी दे तुहानूं दसांगा भी बच्चों, क्योंकि हुणे जिहड़ा बच्ची ने शब्द पढ़िया उह च एक पंक्ति बड़ी है कि यह बच्ची ने बोली सी नानक नाम जपत सुख पाया। हुण मैं भी सुख पाया, सुख सारिआं नूं चाहीदा, नाम जपण नाल सुख मिलदा है। सो बच्चों गुरु गोबिंद सिंह जी का हुक्म सीगा, सब सीखन को हुक्म है गुरु मानियो ग्रंथ। आज तो बाद व्यक्ति गुरु नहीं होएगा, हाथ पैर नक कान मूँह वाला परमात्मा नहीं होएगा। परमात्मा एक शक्ति है, शब्द गुरु है साडा। गुरु ग्रंथ साहब नूं पढ़ लेना, इहदे विचों जीवन की जांच लै लेना। हुण बच्चों नूं पता ही नहीं तुहाडा जीवन किन्ना क है। मैं दूजी क्लास पढ़दा सी, मैनूं पता मैं 12वीं करके इत्थे आया सी ते मैं 7 साल दा सी, चौथी च मैं 9 साल दा, 12वीं करके मैं 18-19 साल दा, अज मैं 73 साल दा। तो बच्चों तुहाडा जीवन तो 100 साल है, तुसीं 100 साल तक जाना है। ते जीवन की जांच गुरु गोबिंद सिंह महाराज ने कहा सी गुरु ग्रंथ साहब चों लै लेना। ते आपां जिहड़ी स्कूल दी कॉलेज दी पढ़ाई करदे आ, ये पढ़ाई करके जदों सही विचार के पढ़दे आ ते फिर सही जवाब देने हाँ ते पास हो जाने। 15-20 साल अंदर आप कोई डॉक्टर इंजीनियर ते अफसर बन जाता है, ते जे गलत जवाब देंगे तो नहीं बनांगे। इस तरह ही आप गुरु ग्रंथ साहब नूं पढ़ के विचार के पढ़िए, विचार के, क्योंकि देखो आप सेवा भी करनी है। और बड़ियां सेवा करते बच्चे भी करते, बच्चे के माता पिता भी करते, पर गुर की सेवा शब्द विचार ये गुरु ग्रंथ साहब ने लिखा, ये आप शब्द की विचार भी करनी है। एक फिर जे गुरु नूं मनदे आ ते बच्चों फिर तुसीं हुण मेरी गल नाल सहमत होवोगे, गुरु की गल ही ना मन्नी, शब्द का विचार किया ही कोई नहीं। किन्ना चिर हो गया सानू बाणी सुनदियां पढ़दियां, सब भी उत्तों लंघी जा रहा। नहीं, जदों विचारांगे
ਤੇ ਬਾਬਾ ਜੀ ਕਹਿੰਦੇ ਆ ਜੋ ਕੁਝ ਕਹਿੰਦੇ ਆ ਸੱਚ ਹੈ ਬਿਲਕੁਲ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਹ ਬਿਲਕੁਲ ਸੱਚ ਜੇ ਬੱਚਿਓ। ਮੈਂ ਤੁਹਾਡੇ ਲਈ ਇੱਕ ਰੋਲ ਮਾਡਲ ਹਾਂ। ਬਿਲਕੁਲ ਸੱਚ ਹੈ। ਹੁਣ ਮੈਂ ਬੱਚਿਆਂ ਨੂੰ ਬਹੁਤਿਆਂ ਨੂੰ ਆਪਣੀ ਜੀਵਨ ਕਹਾਣੀ ਸੁਣਾਈ ਹੋਈ ਹੈ। ਮੇਰੀ ਕਹਾਣੀ ਬੈਗਰ ਟੂ ਏ ਕਿੰਗ, ਭਿਖਾਰੀ ਤੇ ਰਾਜ। ਇਹ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਇਹ ਮੈਂ ਦੱਸ ਚੁੱਕਾ ਬੱਚਿਆਂ ਨੂੰ। ਜੋ ਦੂਜੀ ਕਲਾਸ ਮੈਂ ਪੜ੍ਹਦਾ ਸੀ ਤੇ ਲੋਲੀਪੌਪ ਖਾਣ ਜੋਗੇ ਪੈਸੇ ਨਹੀਂ ਸੀ ਹੁੰਦੇ। ਮੇਰਾ ਦੋਸਤ ਲੋਲੀਪੌਪ ਚੂਸਦਾ ਹੁੰਦਾ ਸੀ ਤੇ ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ। ਬੱਚਿਓ ਮੈਂ ਕੋਈ ਭਾਰੀ ਕਹਾਣੀਆਂ ਬਣਾ ਕੇ ਨਹੀਂ ਸੁਣਾਉਂਦਾ, ਮੈਂ ਸੱਚ ਬੋਲਦਾ ਜੇ। ਤੇ ਹੁਣ ਉਹ ਅੱਜ ਜੋ ਕੁਝ ਰਾਜਾ ਮਹਾਰਾਜਾ ਕੋਲ ਹੁੰਦਾ ਮੇਰੇ ਕੋਲ ਹੈ, ਔਰ ਇਹੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਦਿੱਤੀ। ਅੱਜ ਮੇਰੇ ਬੱਚੇ ਇੱਥੇ ਰਾਜ ਕਰ ਰਹੇ ਆ, ਬਿਲਕੁਲ ਭਿਖਾਰੀ ਤੋਂ ਰਾਜਾ। ਔਰ ਫਿਰ ਦੇਖੋ ਸ਼ਬਦ ਬਿਲਕੁਲ ਸੱਚ ਹੈ। ਹੁਣ ਮੈਂ ਪਾਠ ਕੀਤਾ, ਬਾਣੀ ਪੜ੍ਹੀ, ਵਿਚਾਰ ਕੇ ਪੜ੍ਹੀ, ਭਾਵੇਂ 15 ਮਿੰਟ ਰੋਜ਼ ਤੋਂ ਸ਼ੁਰੂ ਕੀਤਾ ਸੀਗਾ। ਫਿਰ ਹੌਲੀ ਹੌਲੀ ਮੈਂ ਜਦੋਂ 12ਵੀਂ ਕਰ ਗਿਆ ਸੀ ਮੈਂ ਸਹਿਜ ਪਾਠ ਕਰ ਲੈਂਦਾ ਸੀਗਾ, ਵਿਚਾਰ ਕੇ ਪੜ੍ਹਿਆ, ਅੱਖਰ ਅੱਖਰ ਸੱਚ ਹੀ ਨਿਕਲੀ ਜਾ ਰਿਹਾ ਸੀ। ਹੁਣ ਦੇਖੋ ਨਾ, ਮੈਂ ਘਰ ਮੰਗਿਆ ਘਰ ਮਿਲ ਗਿਆ, ਕਾਰ ਮੰਗੀ ਕਾਰ ਮਿਲ ਗਈ। ਆਪਾਂ ਮੰਗਦੇ ਆ ਨਾ, ਬੜਾ ਕੁਝ ਮੰਗਦੇ ਆ, ਦੁਨਿਆਵੀ ਚੀਜ਼ਾਂ ਬਹੁਤ ਮੰਗਦੇ ਆ। ਤੇ ਫਿਰ ਜਦੋਂ ਮੈਂ ਬਾਬਾ ਜੀ ਮੈਨੂੰ ਕਾਰੋਬਾਰ ਦੇ ਦਿਓ, ਮੇਰਾ ਦਿਲ ਕਰਦਾ ਸੀ ਮੈਂ ਬਿਜ਼ਨਸਮੈਨ ਬਣਾ, ਤੇ ਬਾਬਾ ਜੀ ਨੇ ਕਾਰੋਬਾਰ ਵੀ ਦੇ ਦਿੱਤਾ ਹੈ ਜੀ ਬੇਟੇ। ਔਰ ਫਿਰ ਉਸ ਤੋਂ ਬਾਅਦ ਜਦੋਂ ਮੈਂ ਸ਼ਾਦੀ ਹੋ ਗਈ, ਬੇਟਾ ਮੰਗਿਆ ਬੇਟਾ ਮਿਲ ਗਿਆ, ਬੇਟੀ ਮੰਗੀ ਬੇਟੀ ਮਿਲ ਗਈ। ਅੱਖਰ ਅੱਖਰ ਸੱਚ ਹੈ। ਇਹ ਗੁਰੂ ਸਾਹਿਬ ਦਿੰਦੇ ਕਿਹਨੂੰ ਦਿੰਦੇ? ਜਿਹੜਾ ਗੁਰੂ ਦਾ ਕਹਿਣਾ ਮੰਨੇ। ਬਸ ਇਹ ਗੱਲ ਬੰਨ ਲੈਣਾ ਅੱਜ ਪੱਲੇ ਬੇਟੇ, ਸਾਰੀ ਜ਼ਿੰਦਗੀ ਕੰਮ ਆਏਗੀ। ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ ਹਾਂ, ਅਸੀਂ ਝੂਠ ਵੀ ਬੋਲ ਜਾਂਦੇ ਹਾਂ, ਨਿੰਦਾ ਚੁਗਲੀ ਕਰ ਜਾਂਦੇ, ਰਿਸ਼ਵਤ ਹੀ ਦੇ ਜਾਂਦੇ, ਰਿਸ਼ਵਤ ਲੈਣਾ ਰਿਸ਼ਵਤ ਵੀ ਲੈ ਰਿਹਾ। ਪਰ ਉੱਥੇ ਤੇ ਲਿਖਿਆ ਹੋਇਆ ਗੱਲਾਂ ਸਾਰੀਆਂ, ਇਹ ਕੰਮ ਕਰਨਾ ਇਹ ਕੰਮ ਨਹੀਂ ਕਰਨਾ। ਇੰਨੀ ਜੀ ਗੱਲ ਹੈ ਬੇਟੇ, ਬੜੀ ਸਿੰਪਲ ਜੀ ਗੱਲ ਹੈ। ਕੁਝ ਗੱਲਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਨਾ ਕਰਨਾ ਬੱਚਿਓ, ਤੇ ਕੁਝ ਗੱਲਾਂ ਲਿਖੀਆਂ ਕਰ ਲਿਆ ਕਰਨਾ। ਤੇ ਫਿਰ ਜਦੋਂ ਤੁਸੀਂ ਮੇਰਾ ਕਹਿਣਾ ਮੰਨੋਗੇ, ਹੁਣ ਗੱਲ ਇੱਥੇ ਆ ਜਾਂਦੀ ਹੈ ਗੁਰੂ ਕਿੱਥੇ ਹੈ? ਗੁਰੂ ਸਾਡੇ ਨਾਲ ਹੀ ਹੈ। ਹਰ ਵੇਲੇ ਤੁਸੀਂ 2.5 ਮਹੀਨੇ ਕੈਂਪ 'ਚ ਮੈਂ ਦੇਖਦਾ ਰਿਹਾ, ਸਾਰੇ ਬੱਚਿਆਂ ਨੂੰ ਪਤਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਫਿਰ ਗੁਰੂ ਸਾਡੇ ਨਾਲ ਹੀ ਹਰ ਵੇਲੇ ਸਭ ਨੂੰ ਵੇਖਦਾ ਪਿਆ। ਹੁਣ ਮੈਂ ਤਾਂ ਨਹੀਂ ਕਹਿੰਦਾ ਕਿ ਬਈ ਤੁਸੀਂ ਮੰਮੀ ਪਾਪਾ ਕੋਲ ਡਰਦੇ ਹੋ, ਮੇਰੇ ਕੋਲ ਡਰਦੇ ਹੋ। ਮੇਰੇ ਕੋਲ ਨਹੀਂ ਡਰਨ ਦੀ ਲੋੜ, ਮੰਮੀ ਪਾਪਾ ਕੋਲ ਡਰਨ ਦੀ ਲੋੜ ਨਹੀਂ ਹੈ। ਆਪਾਂ ਪਰਮਾਤਮਾ ਕੋਲ ਡਰਨਾ ਬੇਟੇ। ਅਸੀਂ ਪਰਮਾਤਮਾ ਦਾ ਕਹਿਣਾ ਮੰਨਾਂਗੇ। ਤੁਸੀਂ ਛੋਟੇ ਛੋਟੇ ਹੋ, ਤੁਹਾਡਾ ਸੀ ਜੀਵਨ 100 ਸਾਲ ਤੱਕ ਜਾਣਾ ਤੁਸੀਂ, ਤੇ ਅਜੇ ਕੁਝ ਨਹੀਂ ਵਿਗੜਿਆ। ਜੇ ਅੱਜ ਤੱਕ 15 ਮਿੰਟ ਵਾਲਾ ਪਾਠ ਨਹੀਂ ਸੀ ਕੀਤਾ, ਮੈਂ ਬੱਚਿਆਂ ਨੂੰ ਕਹਿਣਾ ਨਾ ਅੱਜ ਹੀ ਸ਼ੁਰੂ ਕਰੋ, ਵਿਚਾਰ ਕੇ ਕਰੋ ਔਰ ਵਿਸ਼ਵਾਸ ਕਰੋ, ਫਿਰ ਗੁਰੂ ਦਾ ਕਹਿਣਾ ਮੰਨੋਗੇ ਨਾ। ਬਸ ਸਮਾਂ ਜ਼ਰੂਰ ਲੱਗਦਾ, ਮੈਨੂੰ 45 ਸਾਲ ਲੱਗੇ। ਮੈਂ ਭਿਖਾਰੀ ਤੋਂ ਰਾਜਾ ਬਣ ਗਿਆ। ਬੱਚਿਆਂ ਨੂੰ ਦੱਸਿਆ ਮੈਂ ਕਿ ਬੇਟੇ ਮੇਰੇ ਕੋਲ ਆਪਣਾ ਹਵਾਈ ਜਹਾਜ਼ ਰਾਜਾ ਮਹਾਰਾਜਾ ਕੋਲ ਹੁੰਦੇ ਆ। ਹੁਣ ਮੇਰੀ ਅਮੀਰੀ ਵੱਲ ਧਿਆਨ ਨਾ ਦੇਣਾ, ਮੈਂ ਅਮੀਰੀ ਦੱਸਣੀ ਹੁੰਦੀ ਤੇ ਮੈਂ ਫਿਰ ਇਹਦਾ ਨਾ ਕਿ ਇਹ ਪਿੰਡਾਂ 'ਚ ਫਿਰਦਾ ਉੱਥੇ ਨਹੀਂ। ਜਿੰਨੇ ਸਵਾਸ ਮੇਰੇ ਬਾਕੀ ਹੈ, ਮੈਂ ਇਸ ਸੇਵਾ ਕਰਨਾ ਚਾਹਨਾ। ਮੇਰੇ ਕੋਲ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਔਰ ਮੇਰੇ ਬੱਚੇ ਵੀ ਚਲਾ ਰਹੇ ਆ, ਔਰ ਮਹਿਲ ਵਰਗਾ ਘਰ। 2-2 ਘੰਟੇ ਮੇਰੇ ਇਹ ਘਰ ਦੇ ਬਾਹਰ ਅੰਗਰੇਜ਼ ਆ ਖੜੇ ਹੋ ਜਾਂਦੇ ਆ। ਉਹਨਾਂ ਨੇ ਅੰਗਰੇਜ਼ਾਂ ਨੇ ਇਹੋ ਜਿਹਾ ਘਰ ਨਹੀਂ ਵੇਖਿਆ। ਸੋ ਬੱਚਿਓ, ਇਹ ਸਾਰੀ ਬਾਣੀ ਦੀ ਸ਼ਕਤੀ ਮੈਂ ਦੱਸ ਰਿਹਾ ਜੇ। ਤੇ ਇਹ ਮੈਨੂੰ ਪਰਮਾਤਮਾ ਨੇ ਭਿਖਾਰੀ ਤੋਂ ਰਾਜਾ ਬਣਾ ਦਿੱਤਾ। ਪਰ ਮੈਂ ਪਾਠ ਬਾਣੀ ਅਜੇ ਵੀ ਪੜ੍ਹਦਾ ਵਾਂ ਨਾ, ਇਸ ਤੋਂ ਵੱਡਾ ਸੁੱਖ ਮਿਲ ਗਿਆ। ਹੁਣ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿਵੇਂ। ਇਹ ਵੀ ਹੈਰਾਨਗੀ ਦੀ ਗੱਲ ਹੈ। ਉਹ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਈਏ। ਕਿਉਂਕਿ ਗੁਰੂ ਜੀ ਦਾ ਹੁਕਮ ਹੈ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਹੁਣ ਮੈਂ ਨਾਮ ਵੀ ਜਪਿਆ, ਕਿਰਤ ਵੀ ਕੀਤੀ 45 ਸਾਲ, ਔਰ ਭਿਖਾਰੀ ਤੋਂ ਰਾਜਾ ਵੀ ਬਣ ਗਿਆ। ਤੇ ਹੁਣ ਮੈਂ ਜਦੋਂ 12 ਸਾਲ ਪਹਿਲੇ ਮੈਂ ਬੇਟੇ 2 ਲੱਖ ਰੁਪਈਆ ਰੋਜ਼ ਦਾ ਕਮਾ ਸਕਦਾ ਸੀ, ਕਿਉਂਕਿ ਬਾਬਾ ਜੀ ਨੇ ਮੈਨੂੰ ਕਾਰੋਬਾਰ ਦਿੱਤਾ। ਕਿੱਡਾ ਵੱਡਾ ਮੇਰਾ ਕਾਰੋਬਾਰ ਹੈ। ਕਿਉਂਕਿ ਜਦੋਂ ਮੈਂ ਇੰਗਲੈਂਡ ਆਇਆ ਸੀਗਾ, ਮੈਨੂੰ ਅੰਗਰੇਜ਼ ਨੌਕਰੀ ਨਹੀਂ ਦਿੰਦੇ ਸੀ। ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਮੈਨੂੰ ਯਾਦ ਹੈ ਸਾਡੀ ਦਾਦੀ ਨਾਨੀ ਸਾਡੇ ਬਿਸਤੇ ਤੇ ਆ ਜਾਂਦੇ, ਆ ਕੇ ਸਾਨੂੰ ਸਾਖੀਆਂ ਸੁਣਾਉਂਦੇ ਸੀ। ਦਾਦੀਆਂ ਨਾਨੀਆਂ ਸਾਡੀਆਂ। ਭਾਈ ਤਾਰੂ ਸਿੰਘ ਨੇ ਖੋਪੜੇ ਲਵਾ ਲਏ ਪਰ ਕੇਸ ਨਹੀਂ ਸੀ ਕਟਵਾਏ। ਪਰ ਅੱਜ ਤਾਂ ਮੈਂ ਦੇਖ ਲਿਆ ਪੰਜਾਬ ਵਿਚਕਾਰ, ਇਹ ਤਾਂ ਨੌਜਵਾਨ ਬੱਚੇ ਕਹਿੰਦੇ ਦਾੜੀ ਕਿਸੇ ਨੂੰ ਅੰਬ ਲੱਗਣੀ ਹੈ। ਭਾਈ ਮੈਂ ਤਾਂ ਕਦੀ ਦਾੜੀ ਕਿਸੇ ਨਹੀਂ ਕਟਵਾਇਆ, ਕਿਉਂਕਿ ਮੈਨੂੰ ਪਤਾ ਗੁਰੂ ਮੇਰੇ ਨਾਲ ਹੈ ਤੇ ਮੈਂ ਆਪਣਾ ਕੰਮ ਕਰਾਉਣਾ। 3 ਮਹੀਨੇ ਮੈਂ ਦਰਦਾਂ ਦੀਆਂ ਠੋਕਰਾਂ ਖਾਈਆਂ ਇੰਗਲੈਂਡ 'ਚ ਆ ਕੇ। ਇਹ ਅੰਗਰੇਜ਼ ਮੈਨੂੰ ਨੌਕਰੀ ਦਿੰਦੇ ਸੀ, ਦਾੜੀ ਕੱਟ ਕੇ ਆ, ਪਗੜੀ ਲਾ ਕੇ ਆ। ਪਰ ਮੈਨੂੰ ਵਿਸ਼ਵਾਸ ਬਣ ਚੁੱਕਾ ਸੀ। ਇਹ ਵਿਸ਼ਵਾਸ ਅੱਜ ਬੱਚਿਆਂ ਦਾ ਬਣਾ ਦੇਣਾ ਮੈਂ, ਕਿ ਅਸੀਂ ਗੁਰੂ ਦਾ ਹੁਕਮ ਮੰਨਣਾ, ਗੁਰੂ ਦਾ ਕਹਿਣਾ ਮੰਨਣਾ, ਗੁਰੂ ਸਾਡੇ ਨਾਲ ਹੈ। 3 ਮਹੀਨੇ ਵਿੱਚੋਂ ਮੈਨੂੰ ਨੌਕਰੀ ਨਹੀਂ ਮਿਲੀ ਇੰਗਲੈਂਡ 'ਚ ਆ ਕੇ। ਤੇ ਮੈਨੂੰ ਇੱਥੇ ਆਪਣੇ ਜਿਹੜੇ ਨਾਲ ਦੇ ਹੋਰ ਦੋਸਤ ਮਿੱਤਰ ਹੁੰਦੇ ਸੀ, ਕਹਿੰਦੇ ਯਾਰ ਤੂੰ ਦਾੜੀ ਕਟਾ ਲੈ, ਕੇਸ ਕਟਾ ਲੈ, ਤਾਂ ਨੌਕਰੀ ਸਵੇਰੇ ਮਿਲ ਜਾਏਗੀ। ਮੈਂ ਕਹਿੰਦਾ ਨਹੀਂ, ਮੈਂ ਨਹੀਂ ਕਟਾਵਾਂਗਾ, ਮੈਂ ਹਿੰਦੁਸਤਾਨ ਵਾਪਸ ਚਲ ਜਾਵਾਂਗਾ। ਕੋਈ ਗੱਲ ਨਹੀਂ, ਭਾਵੇਂ ਗਰੀਬੀ ਸੀਗੀ, ਰੋਟੀ ਤਾਂ ਖਾਣ ਨੂੰ ਮਿਲ ਜਾਂਦੀ ਸੀ, ਤੇ ਮੈਂ ਦਾੜੀ ਕੇਸ ਨਹੀਂ ਕਟਾਵਾਂਗਾ। ਬੱਚਿਓ 3 ਮਹੀਨੇ ਬਾਅਦ ਫਿਰ ਮੇਰੇ ਮਾਮਾ ਜੀ ਨੇ, ਉਹ ਫੈਕਟਰੀ 'ਚ ਕੰਮ ਕਰਦੇ ਸੀ, ਅੰਗਰੇਜ਼ ਨੂੰ ਕਿਹਾ ਇਹ ਮੇਰਾ ਭਾਂਜਾ ਬੜਾ ਇਮਾਨਦਾਰ ਹੈ, ਬੜਾ ਮਿਹਨਤੀ ਹੈ, ਤੁਹਾਨੂੰ ਕਰਮਚਾਰੀਆਂ ਦੀ ਜ਼ਰੂਰਤ ਹੈ, ਉਹ ਕੰਮ ਕਰਕੇ ਦਿਖਾਏਗਾ। ਉਹ ਮੈਨੂੰ ਬੱਚਿਓ ਅੰਗਰੇਜ਼ ਨੇ ਨੌਕਰੀ ਦੇ ਦਿੱਤੀ। ਬਸ ਬੇਟੇ ਮੈਂ ਇਮਤਿਹਾਨ 'ਚੋਂ ਪਾਸ ਹੋ ਗਿਆ। ਇਹਨੂੰ ਅਸੀਂ ਕਹਿੰਦੇ ਆ ਬਾਬਾ ਜੀ ਵੀ ਇਮਤਿਹਾਨ ਲੈਂਦੇ ਆ। ਬੜਾ ਝੂਮਦੇ ਆ ਅਸੀਂ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪਰ ਜਦੋਂ ਬੱਚੇ ਨੌਜਵਾਨ ਕਹਿੰਦੇ ਆ ਦਾੜੀ ਕੇ ਸਾਨੂੰ ਅੰਬ ਲੱਗਣੇ ਆ, ਅੱਜ ਮੇਰੀਆਂ ਭੁੱਲੀਆਂ ਹੋਈਆਂ ਭੈਣਾਂ ਵੀ ਕਹਿ ਰਹੀਆਂ ਨਾ, ਹੈ ਨਾ, ਇਹ ਬੱਚੇ ਨੂੰ ਕੋਈ ਭਾਈ ਬਣਾਉਣਾ ਹੈ,
ਬੱਚੇ ਨੂੰ ਕੋਈ ਪਾਠੀ ਬਣਾਉਣਾ ਹੈ। ਨਹੀਂ, ਮੇਰਾ ਬੇਟਾ ਅਖੰਡ ਪਾਠ ਵੀ ਕਰ ਆਉਂਦਾ, ਮੇਰੀ ਬੇਟੀ ਅਖੰਡ ਪਾਠ ਵੀ ਕਰ ਆਉਂਦੀ ਹੈ। ਦੋਨੋਂ ਬੱਚੇ ਪੜ੍ਹੇ ਲਿਖੇ, ਇੱਥੇ ਲੰਡਨ ਸਕੂਲ ਇਕਨੋਮਿਕਸ ਤੋਂ MBA ਕੀਤੀ ਹੈ ਬੇਟੇ ਮੇਰੇ ਨੇ। ਸੋ ਬੱਚਿਓ, ਹੁਣ ਤੁਸੀਂ ਆਪਣੇ ਦਾ ਲਾ ਲਓ, ਅੱਜ ਭੁੱਲ ਗਏ ਅਸੀਂ। ਮੈਂ ਕਿਸੇ ਦੇ ਮੰਮੀ ਪਾਪਾ ਨੂੰ ਮਾੜਾ ਨਹੀਂ ਕਹਿੰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ, ਇੱਕ ਪਰਮਾਤਮਾ ਨਹੀਂ ਭੁੱਲਦਾ, ਅਸੀਂ ਭੁੱਲ ਜਾਂਦੇ ਹਾਂ। ਭੁੱਲੇ ਕੋ ਗੁਰ ਮਾਰਗ ਪਾਇਆ। ਸੋ ਬਾਬਾ ਜੀ ਨੇ ਮੇਰੀ ਡਿਊਟੀ ਲਾ ਛੱਡੀ ਹੈ, ਕਿਉਂਕਿ ਮੈਂ ਬੱਚੇ 2 ਲੱਖ ਰੁਪਇਆ ਰੋਜ਼ ਦਾ 15 ਸਾਲ ਪਹਿਲੇ ਕਮਾ ਸਕਦਾ ਸੀ। ਤੇ ਮੈਂ ਬਾਬਾ ਜੀ ਅੱਗੇ ਗਿਆ, ਅਰਦਾਸ ਕੀਤੀ, ਬਾਬਾ ਜੀ ਮੈਂ ਕੀ ਕਰਾਂਗਾ 2 ਲੱਖ ਰੁਪਇਆ ਰੋਜ਼ ਦਾ ਇਕੱਠਾ ਕਰਕੇ, ਨਾਲ ਤਾਂ ਸੂਈ ਨਹੀਂ ਜਾਂਦੀ, ਮੈਨੂੰ ਪਤਾ ਲੱਗ ਗਿਆ। ਤੇ ਬਾਬਾ ਜੀ ਮੈਂ ਤੁਹਾਡਾ ਧੰਨਵਾਦ ਕੋਈ ਨਹੀਂ ਕੀਤਾ। ਹੁਣ ਧੰਨਵਾਦ ਦੇਖੋ ਬੱਚਿਓ, ਕਰਨਾ ਬਣਦਾ ਬਿਲਕੁਲ। ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਚੱਕੋ। ਬਾਬਾ ਜੀ ਦਾ ਹੁਕਮ ਹੈ, ਮੈਂ ਵੀ ਹੁਕਮ ਮੰਨਦਾ, ਅਜੇ ਵੀ ਮੰਨਦਾ ਪਿਆ ਵਾਂ। ਉਹ ਫਿਰ ਮੈਂ ਜਾ ਕੇ ਪੰਜਾਬ ਵਿੱਚ ਪਿੰਡਾਂ ਜਾ ਕੇ ਉਹ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ ਤੇ ਮੈਂ ਸਕੂਲਾਂ ਜਾ ਕੇ ਬੱਚਿਆਂ ਨੂੰ ਦੱਸਦਾ ਆਪਣੀ ਕਹਾਣੀ। ਤੇ ਘੱਟੋ ਘੱਟ ਗੁਟਕਾ ਸਾਹਿਬ ਫ੍ਰੀ ਦੇ ਕੇ, ਸੈਂਚੀਆਂ ਪੋਥੀਆਂ ਫ੍ਰੀ ਦੇ ਕੇ ਬੱਚਿਆਂ ਨੂੰ ਕਹਿੰਦਾ ਆਪਾਂ ਗੁਰੂ ਗ੍ਰੰਥ ਆਪ ਪੜ੍ਹ ਸਕਦੇ ਹਾਂ। ਇਹ ਖਾਲੀ ਇਹ ਭਾਈ ਸਾਹਿਬ ਨੇ ਨਹੀਂ ਪੜ੍ਹਨਾ, ਇਹਨੂੰ ਪੜ੍ਹੀਏ, ਵਿਚਾਰ ਕੇ ਪੜ੍ਹੀਏ। ਭਾਵੇਂ ਇੱਕ ਅੰਗ ਰੋਜ਼ ਦਾ ਪੜ੍ਹ ਲਓ ਬੱਚਿਓ, ਕੁਝ ਮੁਸ਼ਕਿਲ ਨਹੀਂ, ਕੋਈ ਇਹ ਨਹੀਂ ਕਿ 7-9 ਦਿਨਾਂ 'ਚ ਭੋਗ ਪਾਣਾ। ਆਪਾਂ ਵਿਚਾਰ ਕੇ ਪੜ੍ਹੀਏ ਤੇ ਫਿਰ ਗੁਰੂ ਦਾ ਕਹਿਣਾ ਮੰਨੀਏ। ਸੋ ਮੈਨੂੰ ਹੁਣ ਜਿਹੜਾ ਸੁੱਖ ਮਿਲ ਰਿਹਾ ਨਾ, ਮੇਰੇ ਕੋਲ 1,70,000 ਬੱਚਾ ਪੰਜਾਬ ਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਚੁੱਕਾ ਹੈ। ਤੇ ਐਸੇ ਬੱਚੇ ਤਿਆਰ ਹੋ ਰਹੇ ਆ, ਕਿਉਂਕਿ ਮੈਨੂੰ ਹੁਣ ਬੱਚੇ ਜ਼ਿੰਦਗੀ 'ਚ ਮਿਲੇ ਜਿਹੜੇ ਕਿ ਫਿਰ ਉਹ ਜਿੱਥੇ ਬੱਚਿਆਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਤੇ ਮੈਂ ਚਾਹੁੰਦਾ ਸੀ, ਕਿਉਂਕਿ ਮੈਨੂੰ ਵੀਰ ਜੀ ਦਾ ਥਾਪੜਾ ਸੀਗਾ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦਾ, ਕਿਉਂਕਿ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਸੀ। 15 ਸਾਲ ਇੱਥੇ ਤੁਹਾਡੇ ਹਿੰਦੁਸਤਾਨ ਦੇ ਸਾਰੇ ਰਾਗੀ ਪ੍ਰਚਾਰਕ ਬੁਲਾਏ ਤੇ ਰਾਗੀ ਪ੍ਰਚਾਰਕ ਵਿਚਾਰੇ ਨਹੀਂ ਮੇਰੀ ਤਾਂਘ ਨੂੰ ਸਮਝ ਸਕੇ। ਬਈ ਭਾਈ ਸਾਹਿਬ ਜੀ, ਇਹ ਪ੍ਰਚਾਰਕ ਹੋ ਤੁਸੀਂ, ਤੁਹਾਡਾ ਕੰਮ ਹੈ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਮਾਤਾ ਪਿਤਾ ਨੂੰ ਸਮਝਾਉਣਾ ਕਿ ਬਾਣੀ ਅਸੀਂ ਆਪ ਪੜ੍ਹ ਸਕਦੇ ਹਾਂ। ਪਰ ਇਹ ਪ੍ਰਚਾਰਕ ਨਹੀਂ ਸਮਝ ਸਕੇ। ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੇਰੀ ਤਾਂਘ ਨੂੰ ਸਮਝਿਆ ਸੀ, ਪਰ ਉਹ ਵਿਚਾਰੇ ਮੈਨੂੰ ਇਸ ਸੰਸਥਾ ਆਰੰਭ ਕਰਨ ਤੋਂ 28 ਦਿਨ ਬਾਅਦ ਸੰਸਾਰ ਤੋਂ ਚਲੇ ਗਏ। ਉਹਨਾਂ ਨੇ ਅਰਦਾਸ ਕੀਤੀ ਸੀਗੀ, ਕਲਾ ਵਰਤੇਗੀ, ਸਾਂਭਿਆ ਨਹੀਂ ਜਾਣਾ, ਘਬਰਾਉਣਾ ਨਾ। ਸੋ ਬੱਚਿਓ, ਮੈਂ ਅੱਜ 15 ਸਾਲ ਹੋ ਗਏ ਸੇਵਾ ਕਰਦਿਆਂ। ਉਹ ਵੀਰ ਜੀ ਚਲੇ ਗਏ, ਉਹ ਕੋਈ ਐਸੀ ਸ਼ਕਤੀ ਮੈਨੂੰ ਦੇ ਗਏ। ਤੇ ਮੇਰਾ ਤਾਂ ਵੱਡਾ ਸਾਰਾ ਕਾਰੋਬਾਰ ਸੀਗਾ, ਉਹ ਕਾਰੋਬਾਰ ਚੋਂ ਨਿਕਲਣਾ ਕੋਈ ਆਸਾਨ ਜੀ ਗੱਲ ਹੁੰਦੀ ਸੀਗੀ। ਮੈਂ 2 ਹਫ਼ਤੇ ਲਈ ਜਾਂਦਾ ਸੀ, ਫਿਰ ਆ ਜਾਂਦਾ ਸੀ, ਆ ਜਾਂਦਾ ਸੀ। 50,000 ਰੁਪਏ ਟਿਕਟ ਵੀ ਲੱਗਦੀ ਸੀਗੀ, ਪਰ ਬਾਣੀ ਪੜ੍ਹਦਾ ਸੀਗਾ ਉਹ, ਕਿਉਂਕਿ ਮੈਨੂੰ ਡਰ ਲੱਗਦਾ ਸੀ। ਮੈਂ ਵੀ ਤੁਹਾਡੇ ਮੰਮੀ ਪਾਪਾ ਵਰਗਾ ਇਨਸਾਨ ਹੀ ਆ ਕਿ ਹਾਏ 35 ਸਾਲ ਲੱਗੇ ਮੈਨੂੰ ਕਾਰੋਬਾਰ ਸੈੱਟ ਕਰਦਿਆਂ, ਪਿੱਛੋਂ ਮੇਰਾ ਕਾਰੋਬਾਰ ਨਾ ਵਿਗੜ ਜਾਏ। ਪਰ ਜਦੋਂ 3 ਸਾਲਾਂ ਬਾਅਦ ਦੇਖਿਆ ਮੇਰਾ ਕਾਰੋਬਾਰ ਤਾਂ 1.5 ਗੁਣਾ ਹੋ ਗਿਆ, ਕਿਉਂਕਿ ਬਾਣੀ 'ਚ ਵੀ ਲਿਖਿਆ ਹੋਇਆ ਸੱਚ ਆ ਗਿਆ ਲਿਖਿਆ। ਮੈਨੂੰ ਵਿਸ਼ਵਾਸ ਹੋ ਗਿਆ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੋ ਵਧੋ ਜਾਈ। ਸੋ ਪੰਜਾਬ ਜਾ ਕੇ ਇੱਥੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਦਾ ਸੀ। ਉੱਥੇ ਮੈਨੂੰ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ ਨੇ ਕਿਹਾ ਸੀ, ਇਹਨਾਂ ਬੱਚਿਆਂ ਨੂੰ ਕਿਰਤ ਵੀ ਕਰਨ ਵਾਸਤੇ ਲਾਣਾ ਹੈ ਤੇ ਉਹਦੇ ਲਈ ਸਮੇਂ ਦੀ ਲੋੜ ਹੈ। ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਵਾਧੂ ਪੜ੍ਹਾਈਆਂ ਕਰਾਈਏ। ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਨੂੰ ਨਾ ਇੱਕ ਨਾਲ ਇਹ ਵੀ ਜ਼ਰੂਰ ਲਫ਼ਜ਼ ਲੱਗਾ ਹੋਵੇ, ਜੇ ਡਾਕਟਰ ਬਣੇ ਤੇ ਗੁਰਸਿੱਖ ਡਾਕਟਰ ਹੋਵੇ, ਜੇ ਜੱਜ ਬਣੇ ਤੇ ਗੁਰਸਿੱਖ ਜੱਜ ਹੋਵੇ, ਤੇ ਜੇ ਕੋਈ IPS ਅਫਸਰ ਬਣੇ ਤੇ ਗੁਰਸਿੱਖ IPS ਅਫਸਰ ਹੋਵੇ। ਇਸ ਤਰ੍ਹਾਂ ਵੱਡੇ ਵੱਡੇ ਅਫਸਰ, ਵੱਡੀਆਂ ਪੋਸਟਾਂ ਤੇ ਆਪਾਂ ਗੁਰਸਿੱਖ ਬੱਚੇ ਬਣਾਉਣੇ ਆ, ਕਿਉਂਕਿ ਅੱਜ ਡਾਕਟਰ ਕਿਡਨੀਆਂ ਵੇਚ ਰਿਹਾ ਬੱਚਿਓ। ਅਸੀਂ ਉਹ ਡਾਕਟਰ ਨਹੀਂ ਬਣਨਾ। ਜੇ ਤੁਹਾਡੇ ਕੋਲ ਗੁਰੂ ਦੀ ਮੱਤ ਹੋਏਗੀ, ਤੁਸੀਂ ਡਰਦੇ ਹੋ ਗੁਰੂ ਤੁਹਾਨੂੰ ਵੇਖ ਰਿਹਾ, ਤੁਸੀਂ ਕਿਡਨੀਆਂ ਵੇਚਣ ਵਾਲੇ ਡਾਕਟਰ ਨਹੀਂ ਬਣੋਗੇ। ਔਰ ਬੱਚਿਓ, ਜੱਜ ਨਹੀਂ ਬਣੋਗੇ ਜਿਹੜੇ ਕਿ ਰਿਸ਼ਵਤ ਲੈਣ ਵਾਲੇ ਜੱਜ ਹੈ, ਜਦੋਂ ਤੁਹਾਡੇ ਕੋਲ ਗੁਰੂ ਦੀ ਸਿੱਖਿਆ ਨਾਲ ਹੋਏਗੀ। ਸੋ ਇਸ ਤਰੀਕੇ ਬੇਟੇ ਮੈਂ ਹੁਣ ਹਿੰਦੁਸਤਾਨ ਚੋਂ ਕਿਵੇਂ ਨਿਕਲਿਆ ਸੀਗਾ, ਹੁਣ ਕਿਵੇਂ ਪਹੁੰਚਿਆ ਮੈਂ ਇੱਥੇ, ਕਿਉਂਕਿ ਬਿਲਕੁਲ ਬਾਬਾ ਜੀ ਇਮਤਿਹਾਨ ਲੈਂਦੇ ਆ, ਬੜਾ ਗੁਰਦੁਆਰੇ ਜਾਂਦਾ, ਬੜਾ ਪਾਠ ਕਰਦਾ। ਹੁਣ ਮੈਂ ਬੇਟੇ ਜਦੋਂ ਪੜ੍ਹਾਈ ਕਰ ਲਈ ਸੀਗੀ, ਮੇਰੇ ਮਾਤਾ ਪਿਤਾ ਹੋਰ ਪੜ੍ਹਾ ਨਹੀਂ ਸਕਦੇ ਸੀ, ਤੇ ਜਾਂ ਬੇਟਾ ਇੱਕ ਨੌਕਰੀ ਨਿਕਲੀ ਆ 700 ਰੁਪਏ ਮਹੀਨੇ ਦੀ। ਤੇ ਬੱਚਿਓ, ਨੌਕਰੀ ਮੈਂ ਲੈਣ ਵਾਸਤੇ ਗਿਆ ਸੀਗਾ, ਪਰ ਮੈਂ ਰਸਤੇ 'ਚ, ਕਿਉਂਕਿ ਮੈਂ ਦਿੱਲੀ ਦਾ ਜੰਮਪਲ ਬੱਚਿਓ, ਪਰ ਮੈਨੂੰ ਪੰਜਾਬ ਦੀ ਧਰਤੀ ਨਾਲ ਪਿਆਰ ਹੈ, ਮੇਰੇ ਗੁਰੂਆਂ ਦੀ ਧਰਤੀ। ਸੋ ਮੈਂ ਦਿੱਲੀ ਦਾ ਰਹਿਣ ਵਾਲਾ, ਦਿੱਲੀ ਦਾ ਜੰਮਪਲ। ਤੇ ਮੈਂ ਰਸਤੇ 'ਚ ਬੰਗਲਾ ਸਾਹਿਬ ਗੁਰਦੁਆਰੇ ਗਿਆ, ਮੱਥਾ ਟੇਕਿਆ, ਅਰਦਾਸ ਕੀਤੀ, ਬਾਬਾ ਜੀ ਇਹ ਨੌਕਰੀ ਦਵਾ ਦੇਣਾ, ਘਰ 'ਚ ਪੈਸੇ ਆ ਜਾਣਗੇ, ਘਰ ਦਾ ਗੁਜ਼ਾਰਾ ਚੱਲ ਪਏਗਾ। ਹੁਣ ਬਾਬਾ ਜੀ ਕਹਿੰਦੇ ਆ ਬੜਾ ਪਾਠ ਕੀਤਾ ਇਹਨੇ, ਵੇਖਾਂ ਹੁਣ ਮੈਂ ਨੌਕਰੀ ਦੇਣ ਤੋਂ ਪਹਿਲੇ ਇਹ ਮੇਰਾ ਕਹਿਣਾ ਵੀ ਮੰਨਦਾ ਕਿ ਨਹੀਂ ਮੰਨਦਾ। ਹੁਣ ਜਦੋਂ ਮੈਂ ਨੌਕਰੀ ਲੈਣ ਗਿਆ ਸੀਗਾ, ਉਹ ਵੀਰ ਨੇ ਮੇਰੇ ਦੇਖੇ ਕਾਗਜ਼ ਕੋਈ ਦੇਖੇ, ਸਭ ਦੇਖ ਕੇ ਕਹਿੰਦਾ ਵੀ ਸੌਰੀ, ਤੇਰੇ ਲਈ ਕੋਈ ਨੌਕਰੀ ਨਹੀਂ। ਤੇ ਨਾਲ ਹੀ ਉਂਗਲੀ ਨਾਲ ਇਸ਼ਾਰਾ ਕਰਤਾ ਨਾ, ਜਿਵੇਂ ਆਪਾਂ ਉਂਗਲੀਆਂ ਇਸ਼ਾਰਾ ਕਰਦੇ ਹਾਂ, ਅੰਗੂਠਾ ਤੇ ਛੋਟੀ ਨਾਲ ਵਾਲੀ ਉਂਗਲੀ ਲਾ ਕੇ, ਬਈ ਰਿਸ਼ਵਤ ਮੰਗ ਲਈ, ਰਿਸ਼ਵਤ ਹੈ ਨਾ। ਤੇ ਮੈਨੂੰ ਹੁਣ ਵਿਸ਼ਵਾਸ ਸੀਗਾ ਪਰਮਾਤਮਾ ਦੇ, ਹੈ ਰਿਸ਼ਵਤ ਨਹੀਂ ਦੇਣੀ, ਭਾਵੇਂ ਕੁਛ ਹੋ ਜਾਏ, ਨਾ ਦੇਵੇ ਨੌਕਰੀ, ਕੋਈ ਗੱਲ ਨਹੀਂ, ਮੇਰਾ ਕੰਮ ਗੁਰੂ ਆਪ ਕਰੇਗਾ। ਔਰ ਉਹ ਕਰਦਾ ਜੇ ਬੇਟੇ। ਸੰਤਾਂ ਕੇ ਕਾਰਜ ਆਪ ਖਲੋਆ। ਹੁਣ ਬੱਚਿਆਂ ਨੂੰ ਨਹੀਂ ਪਤਾ ਸੰਤ ਕੌਣ ਹੈ, ਮੰਮਾ ਕਹਿੰਦੀ ਆ ਬਾਬਾ ਜੀ ਆ ਗਏ, ਸੰਤ ਜੀ ਆ ਗਏ। ਨਹੀਂ ਬੱਚਿਓ, ਅਸੀਂ ਸਾਰਿਆਂ ਦਾ ਸਤਿਕਾਰ ਕਰਨਾ ਹੈ, ਵੱਡਿਆਂ ਦਾ, ਪਰ ਕਿਸੇ ਚੋਲੇ ਦਾ ਜਾਂ ਗੋਲ ਪੱਗ ਵਾਲੇ ਦਾ ਅਸੀਂ ਉਹਨੂੰ ਸੰਤ ਨਹੀਂ ਕਹਿ ਸਕਦੇ। ਔਰ ਬੇਟੇ, ਸੰਤ ਕੌਣ ਹੈ? ਜਿਹੜਾ ਗੁਰੂ ਦਾ ਕਹਿਣਾ ਮੰਨਦਾ, ਉਹ ਸੰਤ ਜੇ, ਉਹਦੇ ਕੰਮ ਪਰਮਾਤਮਾ ਆਪ ਕਰਦਾ ਜੇ। ਤੁਸੀਂ ਅੱਜ ਬਾਬਾ ਜੀ ਦਾ ਕਹਿਣਾ ਮੰਨਣਾ ਸ਼ੁਰੂ ਕਰੋ, ਵੇਖਣਾ ਤੁਹਾਡੇ ਕੰਮ ਹੋਣੇ ਸ਼ੁਰੂ ਹੋ ਜਾਣੇ ਜੇ।
ਤੁਸੀਂ ਸੰਤ ਹੋ बेटे, पर माफ करना अज साडे कोल गलतियां होईयां। रिश्वत देना, रिश्वत दे रहा, झूठ बोल रहे हैं बच्चों, बाबा जी झूठ नहीं बोलना, निंदा चुगली नहीं करनी, और कई तरह दी गलतियां साडे कोल हो रही बेचे। काम, क्रोध, लोभ, मोह, हंकार, इन्हां ते काबू करना है आपां बेटे। पर मेरे बच्चों ने बहुत कुछ सीख लिया इन्हां दिनां च, मैं देख लिया ये सब कुछ जो काबू हो जाएगा ना बेटे जी, ये वेखना फिर जो मांगे ठाकुर अपने ते सोई सोई देवे। ये मैनू बाबा जी ने दिता और इत्थों तक पहुंच जाता बंदा। तुसी सच है बच्चों, तुसी आउणा पंक्ति भी सारे बच्चे बोलते हैं, जानते हैं, है ना, रोज पढ़ते भी हो तुसी, अज भी पढ़ी होनी बच्चों ने, देंदा दे लैंदे, थक पाए, ये कौन है देण वाला? परमात्मा। वो नहीं थकिया सीगा, मैं थक गया सी, बाबा जी की करांगा 2 लाख रुपया रोज का कमा के, नाल तो सुई नहीं जानी। तो बच्चों उस तो बाद फिर मैं कई बार 6-6 महीने इंडिया जाके बच्चों को जोड़ता रहा। अज 1,70,000 बच्चा जिन्होंने मैं परमात्मा ने जोड़िया गुरु साहब की कृपा नाल, और बच्चों ने फिर मैं पढ़ाइयां कराने ते भी लाया। एक बच्ची जिवें जगजोत कौर बूटर पिंड की, सारे बच्चों को पता है, जूम दे उत्ते आ चुकी है बच्ची, कैनेडा बैठी है, ਉਹਦਾ डैडी नशेड़ी सीगा और मम्मी अनपढ़, वीरा भी केस कोई ना, और बिल्कुल बुरी हालत घर दी, नशेड़ी पापा, बच्ची पढ़ाकू। जगजोत कौर सरकारी स्कूल पढ़ी, मैं स्कूल लैक्चर देन गया, वो बच्ची ने उत्थे जो मेरे लैक्चर सुनिया तो बाहां उचियां करके कहती है, बाबा जी लियाओ गुटका साहब, अज तो बाद सारे बच्चे बाहां उचियां करके, हाँ असीं पाठ करांगे, विचार के करांगे, और असीं गुटका साहब फ्री दे देने, संचिया पोथियां फ्री दे देने, कोई गल नहीं। वो बच्ची कहती है, बाबा जी मैं भी वड्डी होके तुहाडे वरगे काम करांगी, होरां दी मदद भी करांगी, मेरी पढ़ाई दी फीस दे दिओ। ते बच्चों मैं 3 साल फिर उत्थे उहनूं वो पढ़ाई कराई सीगी। बच्ची ने बीटेक की 4 साल, बीटेक कर ली, 94% मार्क्स लैके आई, +2 जो 84% मार्क्स सीगे, ਉਹਦੀ ट्यूशनां लवातियां। और बच्चों मैं तुहाडे लई पैसा इन्ना इकट्ठा कीता, इत्थे मेरे को संगत मेरे नाल है, और जिन्ना पैसा तुहानूं चाहिदा बच्चों तुहानूं मिलेगा। पर एक तां गुरु ग्रंथ साहिब दा कहना मनना है, दूजा पढ़ाई, ये 2 चीज़ां तुहाडी उम्र है ना। आपां जदों एक बारी सैट हो जावांगे फिर मौजा करना, सारियां उम्र पई है मौजा करन दी, इस वेले होर तीजा काम ना करो। अज बहुत लच्चर गीत गाने, सीरियल है ना, मोबाइल च गाने, ये चीज़ां बचना। अज दाढ़ी केस कटाए बच्चों ने, धागे तवीज़ां पाईयां होईयां, लो देखो इन्हां चीज़ां तो साडे गुरु नानक साहब ने कढ़िया सी, धागे तवीज़ां नहीं पाणियां, कड़ा पाओ, कशहरा पाओ, किरपान पाओ, पर आपां भुल गए हैं बेटे। तो धागे तवीज़ां तोड़ दो, अज ही तोड़ दो बेटे, नहीं तो फिर तो आपां गुरु का कहना नहीं मान रहे ना। फिर इच्छा कित्थे पूरी करेगा परमात्मा? परमात्मा तो ओदी इच्छा पूरी करेगा जिहड़ा ओदा कहना मनेगा। सो इस तरह जगजोत कौर ने बीटेक की 94% मार्क्स, उन्होंने फिर मैं 11 लाख रुपया ला के कैनेडा छड़ के आया, मॉन्ट्रियल, और बच्ची ने 3 साल उत्थे पढ़ाई की, और वड्डी पढ़ाई करके मास्टर्स करके वो बच्ची बच्चे उत्थे फिर एक इंटरनेशनल कंपनी विचकार 2.5 लाख रुपए महीने ते नौकरी लग गई। और वो बच्चे उन्हें 3 सालों च अपने पापा नूं जिहड़ा कि नशेड़ी सीगा, प्यार नाल समझा के पूरा अमृतधारी सिंह बनाता, वीरे दे केस रखा दिते। और मम्मी बेचारी जिन्हें कदी पंजाब दे शहर नहीं सी को वेख्या, माफ करना, ओदी मम्मी ओदी ग्रेजुएशन ते उत्थे कनेडा ओदे कोल पहुंची हुई सी। एक गुरु दी बाणी दी शक्ति जे बच्चों, जे ये बच्ची पहुंच सकती है, इस तरह दे होर किन्ने बच्चे तुसीं वेख चुके हो, सुन चुके हो। और मेरे खीरले श्वास तक मैं ये सेवा करनी है बच्चों। गुरु साहब मेरे को सेवा लैण, क्योंकि पैसा नाल नहीं जाना, ते ये गुरु साहब दी बाणी सच्ची है ना। खावो खर्चो रल मिल भाई, तोड़ ना हो वधो जाई, मैनूं नहीं पता कित्थों माया आ रही है, ते मैं अखीर तक बच्चों उत्ते लानी है, एक एक पैसा बच्चों उत्ते लाना है। और मैं सारी दुनिया च जाके लोगों को बेनती करदा हुंदा, भाई हुण होर गुरुद्वारियां दी लोड़ नहीं, होर लंगरां दी लोड़ नहीं, बड़ी दुनिया कर रही है, लाओ लंगर भी लाओ, गुरुद्वारे भी बनाओ, सोना पत्थर। पर अज लोड़ है बच्चों नूं पढ़ाइयां कराइए पंजाब विच, खास करके पहले पंजाब तो शुरू करिए। घर सुख वसिया बाहर सुख पाया। अज मेरा पंजाब अनपढ़ दा अनपढ़ बैठा है। 50 साल पहले कलकत्ता मद्रास बंगलोर भी अनपढ़ सी ते पंजाब भी अनपढ़ सी। अज कलकत्ता मद्रास बंगलोर दा ते एक मजदूर भी अंग्रेजी बोलदा है, ते ये पंजाब क्यों पिछे रह गया? तो ये बच्चों आपां अज पढ़ाई करानी है। अज मेरा 5000 बच्चा 40 लाख रुपया महीना बच्चों के अकाउंट जाता है, और असी बच्चों दी फीसां दे के गुरसिख डॉक्टर, गुरसिख इंजीनियर, गुरसिख अफसर बनाने हैं। तो बच्चों इस तरह जो मैं उत्थे रिश्वत नहीं सी दी दिल्ली विचकार, ते की होया सीगा, मैनूं नौकरी नहीं सी मिली। अगले दिन सवेरे मेरे घर एक चिट्ठी आ गई, देखो परमात्मा किवें तुहाडे काम करदा है। वो अच्छा बच्चा है, ये मेरा कहना मनदा है। मैं चिट्ठी खोली, वो लिखिया होया सी, ये सीगा वर्क परमिट, तू चिट्ठी लैके इंग्लैंड आ जा, आके 7000 रुपए महीने नौकरी कर लै। लो बच्चों 700 की नौकरी लैन गया, परमात्मा का कहना मनिया, 7000 की चिट्ठी मिल गई। हुण चिट्ठी लैके मैं इंग्लैंड पहुंच गया। हुण इंग्लैंड पहुंचिया तो फिर बाबे ने फिर इम्तिहान लैना है। और ये याद रखना बच्चों, हर इच्छा पूरी करने वास्ते
ਕਰਨ ਤੋਂ ਪਹਿਲੇ ਪਰਮਾਤਮਾ ਨੂੰ ਧਿਆਨ ਲੈਂਦਾ ਜੇ। ਇਹ ਬੱਚਿਓ ਇੱਛਾਵਾਂ ਨਹੀਂ ਜੇ ਖਤਮ ਹੁੰਦੀਆਂ, ਬੰਦਾ ਖਤਮ ਹੋ ਜਾਂਦਾ ਹੈ, ਇੱਛਾਵਾਂ ਨਹੀਂ ਖਤਮ ਹੁੰਦੀਆਂ ਜੇ, ਇਹ ਵੀ ਯਾਦ ਰੱਖਣਾ। ਸੋ ਬੇਟਾ ਜੀ ਮੈਂ ਇੰਗਲੈਂਡ ਜਦੋਂ ਆ ਗਿਆ ਸੀ ਤੇ ਤੁਹਾਨੂੰ ਦੱਸ ਚੁੱਕਾ ਵਾਂ ਕਿ ਅੰਗਰੇਜ਼ ਮੈਨੂੰ ਨੌਕਰੀ ਨਹੀਂ ਦਿੰਦੇ ਸੀ। ਦਰਦਾਂ ਦੀਆਂ ਠੋਕਰਾਂ ਖਾਧੀਆਂ 3 ਮਹੀਨੇ, ਦਾੜੀ ਕੱਟ ਕੇ ਪਗੜੀ ਲਾ ਕੇ ਮੈਂ ਕਦੀ ਨਹੀਂ ਕਟਾਈ। ਫਿਰ ਪਰਮਾਤਮਾ ਨੇ ਕਿਵੇਂ ਮੇਰੀ ਇੱਛਾ ਪੂਰੀ ਕਰਤੀ, ਕਿਉਂਕਿ ਮੈਂ ਦਾੜੀ ਕੇਸ ਨਹੀਂ ਕਟਾਏ। ਸੋ ਇਸ ਤਰ੍ਹਾਂ ਹੀ ਬੇਟੇ ਹੌਲੀ ਹੌਲੀ ਬਾਬਾ ਜੀ ਨੇ ਕਿਰਪਾ ਕੀਤੀ, ਮੈਂ ਕਾਰੋਬਾਰ ਮੰਗਿਆ, ਕਿੱਡਾ ਵੱਡਾ ਕਾਰੋਬਾਰ ਹੈ ਮੇਰਾ। ਹੁਣ ਮੈਂ ਬੱਚਿਓ ਅੱਜ ਤਾਂ ਮੇਰਾ ਸਨ ਇਨ ਲਾ, ਮੇਰੀ ਬੇਟੀ ਕਾਰੋਬਾਰ ਚਲਾ ਰਹੀ ਹੈ, 105 ਅੰਗਰੇਜ਼ ਕੰਮ ਕਰ ਰਹੇ ਹੈ। ਔਰ ਬੱਚਿਓ ਜਦੋਂ ਮੈਂ ਕਾਰੋਬਾਰ ਛੱਡਿਆ ਸੀ ਉਦੋਂ 40 ਅੰਗਰੇਜ਼ ਕੰਮ ਕਰਦੇ ਸੀ। ਅੱਜ ਮੇਰੇ ਆਫਿਸ ਜਾ ਕੇ ਕਹਿੰਦੇ ਆ, ਕੈਨ ਆਈ ਹੈਵ ਅ ਜੌਬ ਸਰ, ਕੈਨ ਯੂ ਗਿਵ ਮੀ ਜੌਬ ਪਲੀਜ਼। ਬੇਟੇ ਇਹ ਬਾਣੀ ਦੀ ਸ਼ਕਤੀ ਜੇ। ਅੱਜ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ, ਤੁਸੀਂ ਬੜੇ ਬੀਬੇ ਬੱਚੇ ਮੇਰੇ, ਤੁਹਾਡੇ ਮੰਮੀ ਪਾਪਾ ਨੂੰ ਵੀ ਸਮਝਾਉਣ ਦੀ ਲੋੜ ਹੈ। ਇਹ 4 ਪੁੱਤਰ ਵਾਰਨੇ, ਸਰਬੰਸ ਵਾਰਨਾ ਕੋਈ ਛੋਟੀ ਜੀ ਗੱਲ ਨਹੀਂ ਹੈ। ਅੱਜ ਕੋਈ ਕਰਕੇ ਤਾਂ ਦਿਖਾਵੇ ਬੇਟੇ। ਇੱਕ ਪੁੱਤਰ ਸਾਡੀਆਂ ਅੱਖਾਂ ਤੋਂ ਪਰੇ ਹੋ ਜਾਂਦਾ ਹੈ ਨਾ, ਹਾਏ ਮਾਂ ਪਿਓ ਦੀ ਜਾਨ ਨਿਕਲ ਜਾਂਦੀ ਹੈ। ਉਹਨੇ ਸਾਡੇ ਲਈ ਵਾਰੇ ਸੀ, ਸਾਡੇ ਲਈ ਵਾਰ ਕੇ ਕਿਹਾ ਸੀ ਕਿ ਦੁਨੀਆ ਦੀ ਬਾਦਸ਼ਾਹੀ ਲੈ ਲਓ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ। ਸੋ ਬੇਟੇ ਮੈਂ ਨਾ ਹੁਣ ਆਪਣੇ ਹਵਾਈ ਜਹਾਜ਼ ਰੱਖੇ ਜੇ, ਨਾ ਮੈਂ ਮਹਿਲਾਂ ਚ ਰਹਿਣਾ ਪਸੰਦ ਕਰਦਾ, ਨਾ ਮੈਂ 5-5 ਕਰੋੜ ਦੀਆਂ ਕਾਰਾਂ ਚਲਾਨਾ, ਕਿਉਂਕਿ ਇਸ ਤੋਂ ਉਤਲਾ ਸੁੱਖ ਮੈਂ ਬਾਂਟ ਰਿਹਾ ਵਾਂ। ਕਿਉਂਕਿ 2.5 ਮਹੀਨੇ ਤੋਂ ਮੈਂ ਕੈਂਪ ਵੀ ਬੱਚਿਆਂ ਦਾ ਦੇਖ ਰਿਹਾ, ਮੇਰੇ ਬੱਚੇ ਕਿੰਨੇ ਵਧੀਆ ਵਧੀਆ ਤਿਆਰ ਹੋ ਰਹੇ ਆ। ਔਰ ਜਿਹੜੇ ਵਧੀਆ ਬੱਚੇ ਤਿਆਰ ਹੋ ਰਹੇ ਆ, ਮੈਂ ਬੱਚੇ ਨੂੰ ਪੂਰਾ ਹੌਸਲਾ ਦੇਣਾ ਕਿ ਬੱਚਿਓ ਤੁਸੀਂ ਹੁਣ 90-95% ਮਾਰਕਸ ਲੈ ਕੇ ਆਓ, ਕੋਈ ਪ੍ਰੋਬਲਮ ਨਹੀਂ ਜੇ। ਕਿ ਪੜ੍ਹੇ ਲਿਖੇ ਬੱਚੇ ਜਿਨ੍ਹਾਂ ਕੋਲ ਗੁਰਮਤ ਨਾਲ ਹੈਗੀ ਹੈ, ਗੁਰਮਤ ਜ਼ਰੂਰ ਨਾਲ ਹੋਣੀ, ਸੱਚੀ ਸੁੱਚੀ ਗੁਰਮਤ ਹੋਵੇ। ਤੇ ਮੈਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੁਹਾਡੇ ਵਾਸਤੇ ਰੱਖਿਆ ਹੋਇਆ, ਜ਼ਰੂਰ ਬਾਹਰ ਜਾਓ। ਪਰ ਅੱਜ ਦੇ ਭੁੱਲੇ ਹੋਏ ਮਾਤਾ ਪਿਤਾ ਬੱਚੇ ਬੱਚੀ ਨੂੰ ਭੇਜਦੇ ਆ, ਹਾਂ ਕਿੱਲਾ ਵੇਚ ਦਿਓ ਬੱਚੇ ਨੂੰ ਜਾਂ ਬੱਚੀ ਦਾ ਵਿਆਹ ਕਰ ਦਿਓ, ਮੁੰਡਾ ਲੱਭ ਲਓ ਅਮੀਰ ਜਿਹਾ। ਨਾ ਬੇਟੇ, ਮੈਂ ਬੱਚਿਆਂ ਨੂੰ ਉੱਥੇ ਰੁਲਦੇ ਵੇਖਿਆ ਜੇ। ਇਹ ਬਿਲਕੁਲ ਗਲਤੀਆਂ ਨਾ ਕਰਨਾ, ਕਿੱਲੇ ਵੇਚ ਕੇ ਜਾਂ ਆਨੰਦ ਕਾਰਜ ਕਰਕੇ ਬੱਚੀਆਂ ਜਾਣ ਉੱਥੇ ਰੁਲਦੀਆਂ ਵੇਖੀਆਂ। ਇਹ ਅਮੀਰਾਂ ਦੇ ਮੁੰਡੇ ਜਾ ਕੇ ਬੱਚੀਆਂ ਜਾ ਕੇ ਪੱਕਾ ਤਾਂ ਕਰ ਦਿੰਦੀਆਂ, ਫਿਰ ਉਹ ਮੁੰਡਾ ਉੱਥੇ ਬੱਚੀ ਨੂੰ ਸੁੱਟ ਛੱਡਦਾ ਔਰ ਬੱਚੀਆਂ ਰੁਲਦੀਆਂ। ਮੈਂ ਅੱਖਾਂ ਨਾਲ ਵੇਖ ਕੇ ਆਇਆ, ਮੈਂ ਝੂਠ ਨਹੀਂ ਬੋਲਦਾ। ਔਰ ਉਹ ਬੱਚੀਆਂ ਫਿਰ ਮਾਂ ਪਿਓ ਨੂੰ ਵੀ ਨਹੀਂ ਦੱਸ ਸਕਦੀਆਂ ਕਿ ਕਿੰਨੀਆਂ ਪਰੇਸ਼ਾਨ ਆ। ਔਰ ਫਿਰ ਕੀ ਬਣਦਾ, ਦੁੱਖ ਹੀ ਦੁੱਖ ਆ ਜਾਂਦਾ। ਉਹ ਮੁੰਡੇ ਨਵੇਂ ਆ ਕੇ ਵਿਆਹ ਕਰ ਲੈਂਦੇ ਆ। ਇਹ ਹੋ ਰਿਹਾ, ਆਮ ਹੋ ਰਿਹਾ ਕੈਨੇਡਾ ਕਨੂਡਾ ਚ। ਨਾ ਕਰਨਾ ਗਲਤੀਆਂ ਬੇਟੇ, ਆਓ ਵਾਧੂ ਪੜ੍ਹਾਈਆਂ ਕਰੋ। ਔਰ ਮੈਂ ਬੈਠਾ ਜਦ ਤੱਕ ਜਿੰਦਾ ਵਾਂ, ਮੇਰੇ ਸੇ ਅਰਦਾਸ ਕਰਨਾ ਕਿ ਬੱਚਿਓ ਮੇਰੇ ਕੋਲ ਬਹੁਤ ਪੈਸਾ ਬਾਬੇ ਦੀ ਕਿਰਪਾ ਪਿੱਛੋਂ ਆ ਰਿਹਾ। ਮੈਂ ਨਹੀਂ ਕਰ ਰਿਹਾ, ਕਿਉਂਕਿ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ। ਕਿਉਂਕਿ ਦਸਵੰਧ ਸਾਰੇ ਪਹਿਲੇ ਗੁਰਦੁਆਰੇ ਬਣਾਉਣ, ਲੰਗਰਾਂ ਸਭ ਉਹ ਛਬੀਲਾਂ ਤੇ ਸੋਨਾ ਪੱਥਰ ਲਾਉਣ ਤੇ ਨਹੀਂ, ਅੱਜ ਅਸੀਂ ਸੋਨੇ ਵਰਗੇ ਬੱਚੇ ਤਿਆਰ ਕਰਨੇ ਆ, ਗੁਰਮਤ ਵਾਲੇ ਬੱਚੇ ਤੇ ਵਾਧੂ ਪੜ੍ਹਾਈਆਂ ਵਾਲੇ ਬੱਚੇ, ਤਾਂ ਕਿ ਵੱਡੀਆਂ ਵੱਡੀਆਂ ਸੀਟਾਂ ਤੇ 50 ਸਾਲ ਪਹਿਲੇ ਮੈਂ ਇਹ ਦਾੜੀ ਕੇਸਾਂ ਵਾਲੇ ਗੁਰਸਿੱਖ ਵੇਖੇ ਸੀ ਬੈਠੇ ਹੋਏ, ਅੱਜ ਮੈਨੂੰ ਨਹੀਂ ਨਜ਼ਰ ਆਉਂਦੇ ਬੇਟੇ। ਸੋ ਗੁਰੂ ਮਿਹਰ ਕਰੇਗਾ, ਜਿੱਥੇ ਮੇਰੀ ਇੱਛਾ ਹੈ ਉੱਥੇ ਮੈਂ ਲੱਗਦਾ ਹੋਰ ਵੀ ਕਈ ਵੀਰ ਸੰਸਥਾਵਾਂ ਰਲ ਕੇ ਆਪਾਂ ਕਰਾਂਗੇ, ਮੇਰੇ ਇਕੱਲੇ ਦਾ ਕੰਮ ਨਹੀਂ ਹੈ। ਸੋ ਇਸ ਤਰ੍ਹਾਂ ਹੀ ਬੱਚਿਓ ਮੇਰੇ ਨਾਲ ਬਹੁਤ ਘਟਨਾਵਾਂ ਹੋ ਰਹੀਆਂ, ਤਾਂ ਕਿ ਮੈਂ ਸਮੇਂ ਦੇ ਅੰਦਰ ਰਹਿਣਾ ਚਾਹੁੰਦਾ ਵਾਂ। ਤੁਹਾਨੂੰ ਮੈਂ ਦੱਸਾਂ ਕੀ ਹੋਇਆ ਸੀ ਮੇਰੇ ਨਾਲ, ਕਿ ਮੈਂ ਕਾਰੋਬਾਰ ਐਡਾ ਵੱਡਾ ਸੀਗਾ ਤੇ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਟੇ ਮੈਂ ਦਿੱਲੀ ਵਿਚਕਾਰ ਇੱਕ ਫੈਕਟਰੀ ਖੋਲੀ ਸੀਗੀ, ਤੇ ਮੈਂ ਜਿੰਨਾ ਵੀ ਮਾਲ ਮੇਰਾ ਬਣਦਾ ਸੀ ਮੈਂ ਇਹਦੇ ਨਾਲ ਕੀ ਇੱਥੇ ਇੰਗਲੈਂਡ ਭੇਜਦਾ ਸੀਗਾ। ਔਰ ਬੜੀ ਮੇਰੇ ਤੇ ਕਿਰਪਾ ਸ਼ੁਰੂ ਤੋਂ ਰਹੀ ਹੈ। ਉਹ ਫੈਕਟਰੀ 1 ਏਕੜ ਚ ਪੂਰੀ ਫੈਕਟਰੀ ਸੀ ਦਿੱਲੀ ਦੇ ਵਿਚਕਾਰ, ਚੰਗੀ ਵੱਡੀ ਫੈਕਟਰੀ, 400 ਵਿਚਾਰੇ ਬੱਚੇ ਬੱਚੀਆਂ ਉੱਥੇ ਕੰਮ ਕਰਦੇ ਸੀ। ਉਹ ਸਾਰੇ ਸਟੂਡੈਂਟ ਪੜ੍ਹਾਈ ਕਰਕੇ ਆਏ ਸੀ, 12ਵੀਂ ਉੱਤੇ ਦੇ ਬੱਚੇ ਸੀਗੇ। ਇਹ 1993-92 ਦੀਆਂ ਗੱਲਾਂ ਬੱਚਿਓ। ਤੇ ਮੈਂ ਉਹ ਫੈਕਟਰੀ ਉੱਥੇ ਖੋਲੀ, ਕੋਕਾ ਕੋਲਾ ਕੰਪਨੀ ਵਾਲੇ, ਉਹਨਾਂ ਦੀ 3 ਏਕੜ ਚ ਫੈਕਟਰੀ ਆ ਤੇ 4ਥਾ ਏਕੜ ਉਹਨਾਂ ਮੇਰੀ ਫੈਕਟਰੀ ਬਣਾਈ ਹੋਈ ਸੀਗੀ। ਉਹਨਾਂ ਦੇ ਨਾਲ ਮੇਰੀ ਪਾਰਟਨਰਸ਼ਿਪ ਸੀਗੀ। ਤੇ ਉਹ ਉੱਥੇ ਨਿਰਮਲ ਸਿੰਘ ਦੀ ਕੰਧਾਰੀ, ਬੜੇ ਵੱਡੇ ਬੰਦੇ ਜੇ ਬੇਟੇ, ਕੋਕਾ ਕੋਲਾ ਦੇ ਮਾਲਕ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਤੇ ਉਹ ਬੱਚੇ ਮੈਂ ਉੱਥੇ ਫੈਕਟਰੀ, ਜਦੋਂ ਮਹਾਰਾਜ ਦਾ ਪ੍ਰਕਾਸ਼ ਵੀ ਰੱਖਿਆ ਹੋਇਆ ਸੀ, ਏਸੀ ਰੂਮ ਬਾਬਾ ਜੀ ਦਾ ਰੱਖਿਆ ਹੋਇਆ, ਇੱਕ ਭਾਈ ਸਾਹਿਬ ਦੀ ਡਿਊਟੀ ਲਾਈ ਸੀ ਕਿ ਹਰ ਸੰਗਰਾਂਦ ਦੇ ਸੰਗਰਾਂਦ ਆਪਾਂ ਸਹਿਜ ਪਾਠ ਦਾ ਭੋਗ ਪਾਇਆ ਕਰਾਂਗੇ। ਤੇ ਉਹ ਫੈਕਟਰੀ ਬੇਟੇ ਮੇਰੀ ਬੜੀ ਕਾਮਯਾਬ ਸੀ। ਉਹ ਪਹਿਲੇ ਸਾਲ 3 ਕਰੋੜ, ਫਿਰ 7 ਕਰੋੜ, ਫਿਰ 13 ਕਰੋੜ 3-4 ਸਾਲਾਂ ਤੇ ਬੱਚਿਓ ਉੱਥੇ ਫਿਰ ਆਪਾਂ ਹਰ ਸਹਿਜ ਸੰਗਰਾਂਦ ਤੇ ਭੋਗ ਪਾਉਂਦੇ ਸੀ। ਮੈਂ ਇੰਗਲੈਂਡ ਤੋਂ ਤਕਰੀਬਨ ਸੰਗਰਾਂਦ ਉੱਥੇ ਪਹੁੰਚ ਜਾਂਦਾ ਸੀ ਔਰ ਉੱਥੇ ਕੀਰਤਨ ਕਰਕੇ ਭੋਗ ਪਾ ਕੇ ਅਰਦਾਸ ਕਰਕੇ ਮਹਾਰਾਜ ਦੇ ਓਟ, ਉਹ ਫੈਕਟਰੀ ਬੜੀ ਚੱਲਦੀ ਸੀਗੀ। ਹੁਣ ਮੈਂ ਜਦੋਂ ਇੰਗਲੈਂਡ ਤੋਂ ਜਾਂਦਾ ਸੀਗਾ ਤੇ ਮੈਂ 400 ਬੱਚਾ ਉੱਥੇ ਕੰਮ ਕਰਦਾ ਸੀ, ਸਿਰਫ 1300 ਮਹੀਨਾ ਸੀ ਦਿੰਦੇ ਸੀ ਉਹਨਾਂ ਨੂੰ, ਮੈਨੂੰ ਯਾਦ ਹੈ ਅਜੇ ਤੱਕ ਹੈ। ਬੱਚੇ ਨੌਜਵਾਨ ਬੱਚੀਆਂ, 200 ਮੁੰਡੇ ਹੋਣੇ, 200 ਬੱਚੀਆਂ ਹੋਣੀਆਂ, ਸਾਰੀਆਂ ਸਾਊਥ ਇੰਡੀਅਨ ਸੀਗੇ। ਤੇ ਮੈਨੂੰ ਬੜਾ ਤਰਸ ਜਾਂਦਾ ਸੀ ਇਹਨਾਂ ਤੇ ਮੈਂ ਉਹਨਾਂ ਦੇ ਫੋਰਮੈਨਾਂ ਨੂੰ ਇਕੱਠਾ ਕਰ ਲੈਣਾ। ਇੱਕ ਫੋਰਮੈਨ ਦੇ ਅੰਡਰ 40 ਬੱਚੇ ਹੁੰਦੇ ਸੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਵੀਰੋ ਫੋਰਮੈਨੋ ਦੱਸੋ, ਮੈਂ ਇੰਗਲੈਂਡ ਖਾ ਰਿਹਾ ਕਮਾਈ, ਅਸਲੀ ਕਮਾਈ ਮੈਂ ਖਾ ਰਿਹਾ, ਤੇ ਅਸਲੀ ਕੰਮ ਕਰਨ ਵਾਲੇ ਤੇ ਇਹ ਬੱਚੇ ਆ ਜਿਨ੍ਹਾਂ ਨੂੰ ਅਸੀਂ 1300 ਰੁਪਇਆ ਮਹੀਨਾ ਦੇਣੇ ਪਏ ਹਾਂ, है ना। ਅਸੀਂ ਕਹਿ ਦਿੰਦੇ ਆ ਇਨੀ ਕੀ ਕਿਰਪਾ ਕੇ ਸਜੇ ਹਮ ਹੈ ਨਾ, ਕਰੋੜਾਂ ਰੁਪਏ ਦੀ ਕਮਾਈ ਤਾਂ ਅਸੀਂ ਖਾ ਰਹੇ ਸੀਗੇ। ਤੇ ਮੇਰੇ ਅੰਦਰ ਤਰਸ ਸੀਗਾ ਇਹਨਾਂ ਬੱਚਿਆਂ ਤੇ ਇਹਨਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸੋ। ਬੇਟੇ ਜੂਨ ਦਾ ਮਹੀਨਾ ਸੀਗਾ ਤੇ ਉਸ ਵੀਰ ਨੇ ਮੈਨੂੰ ਦੱਸਿਆ ਸੀਗਾ, ਜਿਹੜੇ 10 ਵੀਰ ਮੇਰੇ ਕੋਲ ਇਕੱਠੇ ਹੋ ਗਏ, 400 ਬੰਦਿਆਂ ਨੂੰ
10 फोरमैन मेरे को कहते जी ਇਹ ਬੱਚੇ ਕਹਿੰਦੇ ਆ ਕਿ ਭਾਈ ਸਾਹਿਬ ਨੂੰ ਕਹੋ ਜੂਨ ਦਾ ਮਹੀਨਾ ਇੱਥੇ ਠੰਡੇ ਪਾਣੀ ਦਾ ਕੂਲਰ ਲਗਾ ਦਿਓ, 1 ਕੂਲਰ ਲਵਾ ਦਿਓ, 2 ਕੂਲਰ ਲਵਾ ਦਿਓ। ਬੱਚਿਓ ਮੇਰੇ ਜਿਸਮ ਦੇ ਰੋਂਗਟੇ ਖੜੇ ਹੋ ਜਾਂਦੇ ਆ, ਮੇਰੇ ਵਾਲ ਖੜੇ ਹੋ ਜਾਂਦੇ ਆ ਜਦੋਂ ਮੈਨੂੰ ਇਹ ਗੱਲ ਅਜੇ ਤੱਕ ਯਾਦ ਆਉਂਦੀ ਹੈ। ਤੇ ਹੁਣ ਉਹ ਪਾਣੀ ਮੰਗਿਆ ਉਹਨਾਂ ਨੇ, ਕਿੰਨੀ ਮਹਾਨ ਸੇਵਾ ਮੈਨੂੰ ਮਿਲ ਗਈ, ਮੈਨੂੰ ਬੜੀ ਖੁਸ਼ੀ ਹੋਈ ਸੀ ਸੁਣ ਕੇ। ਪਰ ਉਹਦੇ ਕੋਕਾ ਕੋਲਾ ਵਾਲੇ ਮਾਲਕ ਜਿਨ੍ਹਾਂ ਦੀ 3 ਏਕੜ ਚ ਕੋਕਾ ਕੋਲਾ ਦੀ ਫੈਕਟਰੀ ਲੱਗੀ ਹੋਈ, 18 ਕਰੋੜ ਦੀ ਮਸ਼ੀਨ ਲੱਗੀ, ਮੈਂ ਆਪ ਦੇਖੀ ਹੈ। 1000 ਬੋਤਲ 1 ਮਿੰਟ ਚ ਤਿਆਰ ਉੱਥੇ ਹੁੰਦੀ ਹੈ ਕੋਕਾ ਕੋਲਾ ਦੀ। ਤੇ ਉਹਨਾਂ ਨੂੰ ਮੈਂ ਕਿਹਾ ਵੀਰ ਜੀ, ਕਿਉਂਕਿ ਹੁਣ ਉੱਥੋਂ ਦੇ ਮਾਲਕ ਮਤਲਬ ਕਿ ਉਹ ਮੇਰੇ ਪਾਰਟਨਰ ਸੀਗੇ, ਮੈਂ ਕਿਹਾ ਵੀਰ ਜੀ 2 ਕੂਲਰ ਲਵਾ ਦਿਓ ਇੱਥੇ। ਤੇ ਉਹਨਾਂ ਦਾ ਬੇਟਾ ਵੀ ਨਾਲ ਹੀ ਖਲੋਤਾ ਸੀਗਾ ਜਿਹੜਾ ਕਿ ਇੰਗਲੈਂਡ ਤੋਂ ਪੜ੍ਹਾਈ ਕਰਕੇ ਗਿਆ। ਪਰ ਉਹ ਬੱਚਾ ਇੱਕਦਮ ਵਿਚਕਾਰ ਜੰਪ ਕਰਕੇ ਨਾ ਛਲਾਂਗ ਮਾਰ ਕੇ ਵਿੱਚ ਆ ਗਿਆ, ਕਹਿੰਦਾ ਅੰਕਲ ਜੀ ਨਹੀਂ ਨਹੀਂ, ਅਸੀਂ ਕੋਈ ਕੂਲਰ ਨਹੀਂ ਲਾ ਕੇ ਦੇਣੇ ਇਹਨਾਂ ਨੂੰ, ਇਹ ਤਾਂ ਸਾਨੂੰ ਖਾ ਜਾਣਗੇ। ਬੱਚਿਓ ਮੈਂ ਸੱਚ ਬੋਲਦਾ ਜੇ, ਮੈਂ ਡਰ ਗਿਆ, ਮੈਂ ਘਾਬਰ ਗਿਆ। ਮੈਂ ਕਿਹਾ ਕੀ ਗੱਲ, ਅਸੀਂ ਇਹਨਾਂ ਬੱਚਿਆਂ ਨੂੰ ਠੰਡਾ ਪਾਣੀ ਨਹੀਂ ਪਿਆ ਸਕਦੇ? ਨਹੀਂ ਬੇਟੇ। ਮੇਰੇ ਅੰਦਰ ਫਿਰ ਕੀ ਹੋਇਆ, ਮੈਂ ਕਿਹਾ ਨਹੀਂ। ਮੈਂ ਉਹਦੇ ਡੈਡੀ ਕੋਲ ਚਲਾ ਗਿਆ, ਵੱਡੇ ਨਿਰਮਲ ਸਿੰਘ ਧਾਰੀ। ਵੀਰ ਜੀ ਮੈਨੂੰ ਇਹ ਖੂਨ ਪਸੀਨੇ ਦੀ ਕਮਾਈ ਨਹੀਂ ਚਾਹੀਦੀ ਨਾ ਗਰੀਬਾਂ ਦੀ। ਵੀਰ ਜੀ ਬੇਟੇ ਮੈਂ ਉਦੋਂ ਵੀ ਵਿਰਾਗ ਚ ਆ ਗਿਆ ਸੀਗਾ, ਮੈਨੂੰ ਵਿਰਾਗ ਆ ਜਾਂਦਾ ਹੈ। ਮੈਂ ਕਿਹਾ ਵੀਰ ਜੀ 1 ਕਰੋੜ 60 ਲੱਖ ਉਦੋਂ ਬੱਚੇ ਸਿਰਫ ਮੇਰਾ ਲੱਗਿਆ ਸੀਗਾ। ਵੀਰ ਜੀ ਬੜੇ ਇਮਾਨਦਾਰ ਬੰਦੇ ਆ, ਦੁਨੀਆ ਦੇ ਸਭ ਤੋਂ ਵਧੀਆ ਬੰਦੇ ਸੀਗੇ। ਵੀਰ ਜੀ ਇਹ ਮੇਰਾ 1 ਕਰੋੜ 60 ਲੱਖ ਮੈਨੂੰ ਪਤਾ ਤੁਸੀਂ ਮੈਨੂੰ ਦੇ ਦਿਓਗੇ, ਆ ਲਓ ਚਾਬੀਆਂ ਫੈਕਟਰੀ ਦੀਆਂ, ਤੁਸੀਂ ਸੰਭਾਲੋ ਫੈਕਟਰੀ, ਮੈਂ ਫੈਕਟਰੀ ਨਹੀਂ ਚਲਾਣੀ। ਮੈਂ ਚੱਲਿਆ ਉੱਥੇ। ਸੋ ਬੱਚਿਓ ਮੈਂ ਫੈਕਟਰੀ ਛੱਡ ਦਿੱਤੀ ਉੱਥੇ। ਹੁਣ ਦੇਖੋ ਗੁਰੂ ਦੀ ਖੇਡ ਦੇਖੋ ਬੇਟੇ, ਇੱਧਰ ਮੇਰਾ ਕਾਰੋਬਾਰ ਚੰਗਾ ਵੱਡਾ ਹੋ ਚੁੱਕਾ ਸੀ ਤੇ ਮੇਰਾ ਜਵਾਈ ਵੀ ਇੱਥੇ ਆ ਗਿਆ ਸੀ, ਮੇਰਾ ਸਾਲਾ ਵੀ ਮੇਰੇ ਨਾਲ ਕੰਮ ਕਰਦਾ ਸੀਗਾ। ਪਰ ਅਸੀਂ ਬੇਟੇ ਵੱਡੀਆਂ ਇੱਥੇ ਦੀਆਂ ਹੁੰਦੇ ਨੇ ਤੁਹਾਡੇ ਉੱਥੇ ਜਿਸ ਤਰ੍ਹਾਂ ਖੁੱਲ ਗਏ ਮਾਲ ਖੁੱਲਿਆ, ਵੱਡੀਆਂ ਕੰਮ ਤੇ ਵੱਡੀਆਂ ਇੱਥੇ ਇੰਗਲੈਂਡ ਦੀਆਂ ਕੰਪਨੀਆਂ ਅਸੀਂ ਮਾਲ ਵੇਚਦੇ ਸੀਗੇ। ਹੁਣ ਅਸੀਂ 3 ਸਾਲ ਜ਼ੋਰ ਲਾਇਆ, ਇੱਕ ਕੰਪਨੀ ਸਾਡੇ ਕੋਲ ਮਾਲ ਲੈਂਦੀ ਸੀ, ਪਰ ਇੱਥੇ ਤੇ ਹਜ਼ਾਰਾਂ ਸੈਂਕੜਾਂ ਕੰਪਨੀਆਂ ਹੈਗੀਆਂ ਤੇ ਦੂਜੀ ਕੋਈ ਕੰਪਨੀ ਸਾਡੇ ਕੋਲ ਮਾਲ ਨਹੀਂ ਲੈਂਦੀ ਸੀ। 3 ਸਾਲ ਮੇਰਾ ਜਵਾਈ ਸਨ ਇਨ ਲਾ ਮੇਰਾ ਜਾਂਦਾ ਰਿਹਾ, ਆਪਣੇ ਆਰਡਰ ਨਾ ਮਿਲਣ, ਗੱਲ ਹੀ ਕਮਾਲ ਹੋ ਗਿਆ। ਤੇ ਮੈਂ ਉਸ ਜਵਾਈ ਨੂੰ ਹਮੇਸ਼ਾ ਪੁੱਛਦਾ ਹੁੰਦਾ ਸੀ, ਬੇਟੇ ਤੂੰ ਨਿਤਨੇਮ ਕਰਕੇ ਗਿਆ ਨਾ, ਤੂੰ ਕਿਤੇ ਬੇਈਮਾਨੀ ਰਫੇਈ ਨਹੀਂ ਕੀਤੀ ਨਾ, ਤੂੰ ਫਿਕਰ ਨਾ ਕਰ, ਬਾਬਾ ਜੀ ਦੇ ਘਰ ਥੋੜੀ ਦੇਰ ਹੈ ਪਰ ਅੰਧੇਰ ਨਹੀਂ। ਸੋ ਬੱਚਿਓ ਕੀ ਹੋਇਆ, 3 ਸਾਲ ਸਾਨੂੰ ਕੋਈ ਆਰਡਰ ਨਹੀਂ ਮਿਲਦੇ ਸੀ ਵੱਡੀਆਂ ਕੰਪਨੀਆਂ ਦੇ। ਪਰ ਜਦੋਂ ਮੈਂ ਦਿੱਲੀ ਦੀ ਫੈਕਟਰੀ ਬੰਦ ਕੀਤੀ, ਮੈਂ ਵੀਰ ਜੀ ਨੂੰ ਕਿਹਾ ਪਿਆਰ ਨਾਲ, ਵੀਰ ਜੀ ਚਾਬੀਆਂ ਸੰਭਾਲ ਲਓ, ਮੈਂ ਇੱਕ ਗਲਤ ਕਮਾਈ ਮੈਂ ਨਹੀਂ ਖਾ ਸਕਦਾ। ਅਸੀਂ ਪਾਣੀ ਨਹੀਂ ਪਿਆ ਸਕਦੇ, ਮੇਰੀ ਆਪਣੀ ਫੈਕਟਰੀ ਹੁੰਦੀ ਤੇ ਮੈਂ ਤਾਂ ਕੋਕਾ ਕੋਲੇ ਦੀਆਂ ਟੂਟੀਆਂ ਲਾ ਦੇਣੀ ਸੀ ਉੱਥੇ, ਪੀਓ ਜਿੰਨਾ ਕੁ ਪੀ ਸਕਦੇ ਹੋ। ਪਰ ਇਹ ਗੁਰੂ ਦੀ ਖੇਡ ਦੇ ਬੱਚਿਓ। ਤੇ ਉਹ ਕੀ ਹੋਇਆ, ਮੇਰਾ ਜਵਾਈ ਬੜਾ ਹੈਰਾਨ ਸੀ ਕਿ ਉਸ ਵੇਲੇ ਮਹਾਰਾਜ ਨੇ ਐਸੀ ਵਿਧ ਬਣਾਈ ਕਿ ਇੱਕ ਇੰਡੀਆ ਦੀ ਬੜੀ ਮਸ਼ਹੂਰ ਕੰਪਨੀ ਸੀ, ਉਹ ਕੰਪਨੀ ਬੇਟੇ ਭਾਂਡੇ ਵੇਚਦੀ ਸੀਗੀ ਤੇ ਇੰਗਲੈਂਡ ਦੇ ਵੱਡੇ ਤੋਂ ਵੱਡੀਆਂ ਕੰਪਨੀਆਂ ਨੂੰ ਉਹ ਮਾਲ ਚਾਹੀਦਾ ਸੀਗਾ। ਪਰ ਉਹ ਇੱਥੋਂ ਦੇ ਇੰਡੀਆ ਦੇ ਜਿਹੜੇ ਮਾਲ ਭੇਜਦੇ ਆ ਨਾ, ਉਹਨਾਂ ਤੇ ਇਤਬਾਰ ਅੰਗਰੇਜ਼ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਨਾਲ ਬੜੇ ਧੋਖੇ ਹੋ ਚੁੱਕੇ ਸੀਗੇ। ਤੇ ਉਹਨਾਂ ਨੇ ਕਿਹਾ ਸੀਗਾ ਅੰਗਰੇਜ਼ਾਂ ਨੇ ਕਿ ਅਸੀਂ ਮਾਲ ਤੁਹਾਡਾ ਜ਼ਰੂਰ ਲੈਣਾ ਹੈ ਤੇ ਉਹ ਮਾਲ ਸਾਨੂੰ ਇੰਗਲੈਂਡ ਦੀ ਕੋਈ ਕੰਪਨੀ ਦੇਵੇ ਜਿਹੜੀ 20-25 ਸਾਲ ਤੋਂ ਇੰਗਲੈਂਡ ਵਿੱਚ ਇਸਟੈਬਲਿਸ਼ਡ ਹੈਗੀ ਆ, ਉੱਥੇ ਸੋਹਣਾ ਕਾਰੋਬਾਰ ਕਰਦੀ ਆ। ਤੇ ਮੈਨੂੰ 20-25 ਸਾਲ ਹੋ ਚੁੱਕੇ ਸੀ ਕੰਮ ਕਰਦਿਆਂ ਬੇਟੇ ਉਦੋਂ। ਤੇ ਉਹ ਫਿਰ ਕੀ ਹੋਇਆ, ਉਹ ਕੰਪਨੀ ਉੱਥੇ ਸਾਡੇ ਕੋਲ ਆ ਗਈ, ਜਿਹਨੇ ਮਾਲ ਵੇਚਣਾ ਸੀਗਾ। ਉਹਨੇ ਆ ਕੇ ਸਾਨੂੰ ਸੋਲ ਡਿਸਟ੍ਰੀਬਿਊਸ਼ਨ ਹੈ ਨਾ, ਇੰਗਲੈਂਡ ਵਿੱਚ ਅਸੀਂ ਮਾਲ ਸਾਰਾ ਵੇਚਾਂਗੇ। ਤੇ ਬੇਟੇ ਜੀ ਉਹ ਸਾਨੂੰ ਏਜੰਸੀ ਮਿਲ ਗਈ। ਔਰ ਫਿਰ ਉਸ ਤੋਂ ਬਾਅਦ ਅਗਲੇ ਦਿਨ ਮੈਂ ਦੇਖਿਆ ਕਿ ਆਪਣੇ ਜਵਾਈ ਵੀ ਮੇਰਾ ਹੈਰਾਨ ਕਿ ਜਿੰਨਾ ਵੱਡੇ ਤੋਂ ਵੱਡੇ ਸਟੋਰਾਂ ਵਾਲੇ ਬੰਦੇ ਸੀ ਬੇਟੇ, ਸਾਡੇ ਸਟੋਰ ਦੇ ਬਾਹਰ ਲਾਈਨਾਂ ਲਾ ਕੇ ਖਲੋਤੇ ਸੀ ਕਿ ਬਾਈ ਇਹ ਮਾਲ ਸਾਨੂੰ ਚਾਹੀਦਾ, ਇਹ ਮਾਲ ਸਾਨੂੰ ਚਾਹੀਦਾ। ਇਹ ਗੁਰੂ ਜੇ ਬੱਚਿਓ, ਇਹ ਸੱਚ ਤੇ ਚੱਲਣ ਦੀ ਖੇਡ ਜੇ। ਸੋ ਇਸ ਤਰ੍ਹਾਂ ਪਰਮਾਤਮਾ ਸਾਡੇ ਕੰਮ ਕਰਦਾ ਜੇ ਬੱਚਿਓ। ਬਸ ਮੈਂ ਸੱਚ ਤੇ ਚੱਲਦਾ ਵਾਂ, ਚੱਲਣ ਦੀ ਕੋਸ਼ਿਸ਼ ਕਰਦਾ ਵਾਂ। ਪਰ ਬੱਚਿਆਂ ਨੂੰ ਮੈਂ ਕਹਾਣੀ ਸੁਣਾ ਵੀ ਚੁੱਕਾ ਇੱਕ ਵਾਰੀ ਕਿ 9 ਸਾਲ ਲਈ ਮੈਂ ਭਟਕ ਵੀ ਗਿਆ ਸੀ, ਭੁੱਲ ਵੀ ਗਿਆ ਸੀ। ਪਰ ਅੱਜ ਮੇਰੇ ਕੋਲ ਸਮਾਂ ਨਹੀਂ ਹੋਏਗਾ ਉਹ ਸੁਣਾਉਣ ਵਾਸਤੇ। ਬਹੁਤ ਸਾਰੇ ਬੱਚਿਆਂ ਨੇ ਹੁਣੇ ਪਿੱਛੇ 2 ਹਫ਼ਤੇ ਪਹਿਲੇ ਸੁਣੀ ਸੀ ਉਹ ਕਹਾਣੀ ਮੇਰੀ, ਪਰ ਭੁੱਲਣ ਅੰਦਰ ਸਭ ਕੋ। ਅੱਜ ਬਾਬਾ ਜੀ ਦੀ ਕਿਰਪਾ ਮੇਰੇ ਤੇ। ਸੋ ਇਸ ਤਰ੍ਹਾਂ ਹੀ ਬੇਟੇ ਮੈਂ ਵੀ ਤੁਹਾਡੇ ਕੋਲ ਸਿੱਖਦਾ ਰਿਹਾ ਨਾ। ਜਦੋਂ ਨਵਾਂ ਇੰਗਲੈਂਡ ਪਹੁੰਚਿਆ ਸੀਗਾ ਤੇ ਬੱਚਿਓ ਫਿਰ ਕੀ ਹੋਇਆ, ਮੈਂ ਅਜੇ ਨੌਕਰੀ ਨਹੀਂ ਸੀ ਮਿਲਦੀ ਪਈ ਮੈਨੂੰ, ਤੇ ਮੈਂ ਫਿਰ ਐਤਵਾਰ ਨੂੰ ਗੁਰਦੁਆਰੇ ਜਾ ਕੇ ਬਹਿ ਜਾਂਦਾ ਸੀ। ਲੰਡਨ ਦਾ ਸਭ ਤੋਂ ਵੱਡਾ ਗੁਰਦੁਆਰਾ, ਉੱਥੇ ਜਾ ਕੇ ਬੈਠੇ ਹੋਣਾ ਮੇਰੇ ਭੂਆ ਜੀ ਦਾ ਬੇਟਾ ਮੇਰੇ ਨਾਲ। ਔਰ ਬੱਚਿਓ ਮੈਂ ਕੀਰਤਨ ਸੁਣ ਰਿਹਾ ਬੜੇ ਧਿਆਨ ਨਾਲ। ਹੁਣ ਤੁਸੀਂ ਵੀ ਦੇਖਣਾ ਮੈਂ ਸ਼ਬਦ ਦੀ ਪੰਕਤੀ ਬੋਲਣ ਲੱਗਾ ਵਾਂ, ਹੈ ਨਾ, ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ, ਹੈ ਨਾ। ਪੜ੍ਹ ਜਾਂਦੇ ਹਾਂ ਪਰ ਅਸੀਂ ਵਿਸ਼ਵਾਸ ਨਹੀਂ ਕਰਦੇ, ਹੈ ਨਾ। ਔਰ ਉੱਥੇ ਮੇਰਾ ਸ਼ਬਦ ਚੱਲ ਰਿਹਾ ਸੀ ਔਰ ਇਹ ਸ਼ਬਦ ਹੀ ਰੋਜ਼ ਪੜ੍ਹਦੇ ਹਾਂ। ਮੇਰਾ ਮੁਝ में कुछ नहीं जो कुछ है सो तेरा, तेरा तुझको सौंपते क्या लागे मेरा। ਕਿਉਂਕਿ ਬੇਟੇ ਜੋ ਕੁਝ ਸਾਡੇ ਕੋਲ ਹੈ ਦਿੱਤਾ ਤਾਂ ਪਰਮਾਤਮਾ ਨਹੀਂ ਹੈ, ਤੇ ਜੇ ਪਰਮਾਤਮਾ ਲੈ ਲਵੇ ਤੇ ਫਿਰ ਸਾਡਾ ਤਾਂ ਕੁਝ ਜਾਂਦਾ ਹੀ ਨਹੀਂ, ਹੈ ਨਾ। ਇਹ ਸੱਚ ਹੈ। ਤੇ ਫਿਰ ਅਸੀਂ ਤਾਂ ਕਹਿੰਦੇ ਨਹੀਂ
शब्द पढ़ी जा रहे हैं, पढ़ी जा रहे हैं, जो देन की बारी आती है मेरा ही मेरा, सब कुछ मेरा ही मेरा, मैं कीता मैं बनाया। नहीं बेटे, तो की होया बेटे, मैं शब्द चल रहा सीगा, मैनूं याद है, बहुत पुरानी गल है, 1969 की गल है, मैं नवा इंग्लैंड पहुंचा सी उदों, 68 69 पहुंचा सी, ते उत्थे ना मेरे भूआ दे बेटे ने ना उठ के रागी सिंह आगे 500 रुपये का नोट रख दिता। बच्चों मैं तो अजे पहुंचे सी, मेरे को गोली टाफी खाण दे पैसे नहीं सी, अजे इंग्लैंड आया ही सी। 500 रुपये का नोट वेख्या मैं, वाहिगुरू, मेरे मुंह निकलिया एकदम, कदी तुहाडे अगे 500 रुपया रखण जोगा मैं होवांगा? हाय बेटे, असीं बाबा जी नूं की दे सकदे हां, है ना? कोडी दा, शरधा दी कोडी दा भुखा है मेरा बाबा। बस उठ के बेटे मैं फिर जिहड़ी पैनी, 2 पैनी पैसे, 2 पैसे मैं रखे बाबा जी अगे, ते बस बेटे जी फिर उस तो बाद मैं सच ते चलदा रहा, गुरु साहब दा कहना मन के जीवन चलांदा रहा, कारोबार करदा रहा। एग्जैक्टली 20 साल दे बाद 1988 1988 विचकार फिर बाबा जी ने की कीता, ये बड़ा झूमदा सी उत्थे बैठा गुरुद्वारे, मेरा मुझ में कुछ नहीं, जो कुछ है सो तेरा, तेरा को सौंपते क्या लाके मेरा। फिर बाबा जी ने एक दिन मेरा इम्तिहान लिया, बच्चिओ ਇਹ ਤੁਹਾਨੂੰ दस के हैरान हो गए तुसीं किवें लिया। 5 गुरसिख आ गए इत्थों 150 मील दूर, जिथे मैं इस वेले हैगा वां, मानचेस्टर, इंग्लैंड के सेंटर विच हैगा मानचेस्टर बेटे। तो उत्थों 100 न्यू कैसल शहर है, उत्थों 5 प्यारे वर्गे बन के 5 गुरसिख वीर आ गए। वीर खालसा जी, तुसीं 20 सालां विचकार मैं देखिया बड़ियां बिल्डिंगां बनाईयां, अपना महल वर्गा घर बनाया, इन्नियां फैक्ट्रियां बनाईयां, ते तुहाडे कोल बड़ा तजर्बा है, ते साडे उत्थे न्यू कैसल गुरुद्वारा साहब कोई नहीं हैगा, ते असीं साडे कोल जमीन हैगी है, ते असीं ना उत्थे सलाहां करदे करदे जिन्ने साडे कोल पैसे, अद्धे पैसे ते साडे आर्कीटैक्ट ते कंसल्टेशन फी ही लग गई, साडे कोल ते बन नहीं पाना, ते साडी मदद करो। मैं कहा वीरो गल ही कोई नहीं, सवेरे तुहानूं मैं अपना आर्कीटैक्ट भेज देना, सवेरे तुहानूं अपना बिल्डर भेज देना, ते गुरुद्वारा साहब बन जाएगा। पता बच्चों उन्होंने की किया, कहते नहीं वीर सानू एक 50 लाख रुपया भी चाहिए। लो बच्चों 50 लाख रुपया, वाहिगुरू कौन दिंदा 50 लाख रुपया? हुण बाबा जी ने अंदरों मेरे आवाज मारी, तू कहंदा से ना कि मेरा मुझ में कुछ नहीं, जो कुछ है सो तेरा, हवाई जहाज तेरे कोल, महल वर्गा घर तेरे कोल, क्योंकि 20 साल मेरे को सब कुछ आ गया सी। 5 करोड़ की कार तू चलाना है, 17 गड्डियां तेरे घर खलोतियां, और तू भिखारी तो राजा बन चुका है, और तू कहना है मेरा मुझ में कुछ नहीं। खलोते नहीं 5 सिंह, दे इन्हां 50 लाख रुपया। बच्चिओ 2 मिनट कशमकश होई, पर मैं सच जानियो बाबा जी आपे शक्ति देंदे आ। मैं मेरे को अंग्रेज कुड़ी होंदी सी, मैं कह लिया चैक बुक लिया, मैं 50 लाख रुपया चैक दे के, इंग्लैंड की धरती ते 50,000 पाउंड कहने सी, मैं चैक लिख के देता वीरां नूं, वीर धन्नवाद करके चले गए। फिर बेटे 10 महीने बाद गुरुद्वारा साहब बन गया, मेरा आर्कीटैक्ट भी गया, बिल्डर भी गए, और जो अखंड पाठ साहब का भोग उन्होंने पाना सीगा, गुरुद्वारा साहब बन गया, उन्होंने मैनूं सदा दिता। वो कहंदे वीर मेरे कहंदे आ कि अंकल जी, वीर जी तुसीं जरूर आना है, क्योंकि असीं तुहानूं सरोपा देना। मैं कहा सरोपा नहीं भाई, मैनूं सरोपा नहीं चाहिए, मैं तो अपना फर्ज निभाया भाई, मैं कोई इहदा ना कि एहसान ते कीता नहीं है, क्योंकि मेरा मुझ में कुछ नहीं, जो कुछ है सो तेरा, तेरा तुझको सौंपते क्या लाके मेरा। नहीं नहीं तुसीं जरूर आना, मैं जावांगा, तुसीं मैनूं प्यार करदे हो। बच्चों मैं उत्थे गया, भरिया होया गुरुद्वारा साहब, बड़ी सोहनी बिल्डिंग वधिया, ते 300 तकरीबन परिवार उत्थे बैठे सुणदे पए सी। अखीर च उन्होंने कीर्तन तो बाद मेरा धन्नवाद करते हुए, वाकई उन्होंने फिर मैनूं सरोपा दिता ही दिता। ये फिर सरोपे तो बाद उन्हें दस्सिया उत्थे संगत नूं, साध संगत जी तुसीं ना वीर जिहड़ा है, देखो इस वीर ने सानू ना 50 लाख रुपए की मदद की सी, क्योंकि साडे कोल गुरुद्वारे जोगे पैसे नहीं सी, पर जदों असीं नीहां खोदियां ते ये वीर ने साडी मदद की हुई सीगी। पर तुसीं साध संगत जी तुसीं इन्ना पैसा मैनूं देना शुरू करता गुरुद्वारे वाल, नीहां खोदियां सी ते इन्ना पैसा आना शुरू हो गया, ते गुरुद्वारे उत्ते तकरीबन 1.5 गुना पैसा लग गया, ते अजे भी इस वीर दे पैसे की लोड़ नहीं पई। ते वो चैक बच्चिओ मैनूं शाल दे उत्ते रख के, मैनूं शाल भी भेटा की उन्होंने, तो 50 लाख का चैक भी उहदे उत्ते पिया सीगा, ते उन्हां वीरां ने मैनूं चैक वापस मोड़ता। सो बच्चिओ आस परमात्मा दा कहना मन्नो, वो तां इम्तिहान भी लैंदा ते पास भी आपे करदा जे। बच्चिओ मैनूं पूरी उम्मीद है तुहानूं समझ आंदी होएगी, और तुसीं अज होर स्ट्रोंग बनदे पे होणे हो, क्योंकि ये गुरबाणी सानूं बड़ी स्ट्रोंग बनांदी जे। बच्चिओ बस ये गल है कि देखो मैं दुनिया फिर आ गया, फिर क्या आ गया, दाड़ी केस नहीं कटाए, अज अंग्रेज बच्चिओ दाड़ी केस रखी जा रहे हैं, 7.5 लाख अंग्रेज अमरीकन, है ना, क्योंकि असी भुले हुए हैं। आओ रल के आप, मैं क्यों तुहानूं तैयार कर रहा, क्योंकि मेरा तो समा पता नहीं कल है कि नहीं मैं, पर तुसीं सारे बच्चों ने वाधू पढ़ाइयां करके बेटे जिथे अपने घर सैट करने हैं, उत्थे होरां बच्चों की मदद करनी है, क्योंकि बच्ची नवजोत बच्ची जिहड़ी है जगजोत कौर हुण अपने पिंड के बच्चों को पढ़ाइयां भी करा रही है, जी 2.5 लाख महीना कमा रही है। तो आप इदां दे बच्चे तैयार करके छड्ड देने हैं, क्योंकि दसवंध तां गुरु दा है,
ਆਪਾਂ ਦਸਵੰਧ ਸਾਰਿਆਂ ਨੇ ਦੇਣਾ। ਸੋ ਮਹਾਰਾਜ ਮਿਹਰ ਕਰਨ। ਮੈਂ ਸਮੇਂ ਦਾ ਦਸਵੰਧ ਸੰਗਤਾਂ ਨੂੰ ਮੰਗਦਾ ਹੁੰਦਾ ਵਾਂ, ਜਿੱਥੇ ਆਪਾਂ ਇਹ ਕਰਦੇ ਪਏ ਉੱਥੇ 100 ਸਕੂਲ ਵੀ ਖੋਲਣੇ ਆ, ਕਿਉਂਕਿ ਅੱਜ ਮੈਨੂੰ ਬੜਾ ਦੁੱਖ ਲੱਗਦਾ, ਕਿਉਂਕਿ ਇੰਨੇ ਜ਼ਿਆਦਾ ਉੱਥੇ ਈਸਾਈਆਂ ਨੇ ਆ ਕੇ ਸਕੂਲ ਖੋਲ ਦਿੱਤੇ ਆ। ਖੋਲਣ ਕੋਈ ਗੱਲ ਨਹੀਂ, ਪਰ ਅਸੀਂ ਫ੍ਰੀ ਸਕੂਲ ਖੋਲ ਰਹੇ ਹਾਂ, ਕੋਈ ਪੈਸਾ ਨਹੀਂ ਲੈਣਾ, ਔਰ ਬੱਚਿਆਂ ਨੂੰ ਕਾਨਵੈਂਟ ਸਕੂਲ ਦੀ ਪੜ੍ਹਾਈ ਮਹਿੰਗੀ ਤੋਂ ਮਹਿੰਗੀ ਪੜ੍ਹਾਈ ਕਰਾਣੀ ਹੈ। तो एक स्कूल साडा दुनिया फेमस भी हो चुका है। सो इस तरह बच्चों मैं जिंदगी विचकार हुण अखीले स्वास तक खुशियां लैणियां, मेरे को समय की घाट है। मैं फिर भी तुहानू ना बच्चों विश्वास दिवाना चाहना, तुसी जरूर इहदा ना कि विश्वास करना। कुछ पंक्तियां जिहड़ियां कि मैं इहदा ना कि तुहानू दसदा वां, गुरु ग्रंथ साहब लिखियां ने कि भाई ये बिल्कुल सच हैं बेटे। देखो दुख रोग संताप उतरे सुनी सच्ची बाणी। मैं अगे भी तुहानू दस चुका वां कि मैं बड़ा बच्चों फिजिकली फिट सीगा। मैं 70 साल की उम्र तक तो बिल्कुल मैं पता ही नहीं सी कि मैनू दुख ते बीमारी ते प्रॉब्लम की होंदी है, पर मैं 70 साल की उम्र तो पहले तक मैं रोज गुरुद्वारे आना जाना पाठ करना। पर 2006 जो वीर जी जसवीर सिंह खालसा खन्ने वाले मेरे घर आए सीगे ते मेरी पत्नी नू कहा कि इहदे नाल कि एक सहज पाठ आरंभ करना है, ते मेरी पत्नी नू कहंदे बेटा कड़ाह प्रशाद देग तैयार करके लिया। मेरी पत्नी कड़ाह प्रशाद देग तैयार करके लैके आ गई। और बच्चों उस वेले फिर वीर जी ने कहा कि सहज पाठ आरंभ करके ते मेरी वाइफ पाठ करया करेगी, तू काम तो घर आके ना रोज 40 मिनट पाठ सुनिया करना है। सो बेटे मैं इस तरह करना शुरू कर दिता। ये 2006 की गल है। ते ओ की होया, मैं 40 मिनट रोज का पाठ सुनन जांदा सी, घर जांदा सी। स्पैशली मेरी पत्नी बड़े ध्यान नाल मोबाइल शोबाइल बंद करके पाठ सुनदा सीगा ते मेरी वाइफ करती सी। 6 महीने बाद 4 संग ते पहुंचे सीगे। मेरे पेट सख्त तकलीफ हुई। अज तक मैनू उदों तक मैनू कभी तकलीफ नहीं सी हुई बच्चों। ते की होया, मैं अपनी बेटी नू बुला लिया। मेरी बेटी अखंड पाठी भी है, कीर्तन भी कर लैंदी है। ते मैं उन्होंने कहा बेटे चल चलिए चैकअप कराइए, पता नहीं किन्ने स्वास बाकी है, पता नहीं मेरे नाल दे कई उदों मैं 58 साल दा सीगा, कई चले गए तुर गए, ते कोई सीरियस गल ना होवे। तो बच्चों मैं जदों उत्थे डॉक्टर कोल गया, उन्हें मेरा पूरा MRI पूरा जिन्होंने चैकअप करना कीता। ते फिर मेरी बेटी अंग्रेजी चंगी बोलती है, उत्थे जंपल है, अंग्रेज डॉक्टर नाल गल्लां कर रही है। ते मैं दूरों दी देखिया और रोंदी पई है, बड़ी उच्चा उच्चा रो रही सी। मैं समझ गया कि डॉक्टर ने उन्होंने कह दिता कुछ ना कुछ, किसी दा पापा दी हुण बहुती देर उम्र नहीं हैगी है, ये तां ही रो पई होनी है, नहीं तो बड़ी स्ट्रांग है। ते ओ फिर मैं दूरों आवाज मार के उन्होंने कहा पुत्तर तू रोंदी क्यों पई है? ओ बेटे तैनू तां मैं असली पिता दे लड़ ला दिता है ना, असली पिता जिन्हों तुसीं रोज बच्चों कहंदे हो तू मेरा पिता तू है मेरा माता। खाली कहना नहीं है, असीं मनना भी है। असली माता पिता यही जे, सदा रहने वाला माता पिता जे। जिन्ने माता पिता भेजे ये सब चले जाने एक दिन, ये तो परमात्मा ने भेजे है। जाओ आप ही नाम जपो, अपने बच्चों नू जपाओ ते दुनिया की बादशाही लै लो। पर माता पिता भुल गए। तो वो मेरी बच्ची क्यों रोंदी पई सी बच्चों, मैं वो क्योंकि डॉक्टर ने उन्होंने कह दिता अंग्रेजी च क्या, यू गॉट 30 days टू लिव, 30 दिनों च तू मर जाना है। बेटे सच जे है। मैनू इन्नी सख्त कैंसर सीगी, पैंक्रियास कैंसर। 2006 40 दिन बाद अंग्रेज डॉक्टर घर आ गया, ये तो मरिया कोई नहीं की गल है, अंग्रेजी मैनू बोलनी आती है। तो फिर दुख रोग संताप उतरे सुनी सच्ची बाणी। मैं उन्होंने एक्सप्लेन करके दसिया बेटियो, वो 7.5 लाख अंग्रेज अमरीकन अज गुरबाणी जुड़ चुके जे, दाड़ी केस रख लिया उन्होंने, इसका विश्वास बन गया। अज चर्चा खाली पईयां ते असीं खाली गुरुद्वारे बना रहे हैं बच्चों। इत्थे इंग्लैंड चर्चा खाली हो गई सारियां, और शराब खाने भरे पे जे बच्चों। माफ करना, ये परमात्मा जिहड़ा देंदा जे ना, वो लैना भी जांदा है। भिखारी तो राजा, राजा तो भिखारी। ये कौम दुनिया ते राज करदी, अंग्रेजां ने कित्थों राज बर्बाद कीता? ये बेटे चर्चा विचों ही, इत्थे सारे ही परमात्मा नूं मनदे सी, परमात्मा दी गल नूं मनदे सीगे। पर हुण एक तुहाडे पंजाब च मैं बच्चों जाके दसदे आना ना, ताकि बच्चों का विश्वास बन जाए। माफ करना बच्चों, थोड़ा जा कि बच्चों को विश्वास बनाने वास्ते कि मैं पंजाब एक राजे नूं भिखारी तो होंदा देखिया, पर राजे तो वड्डा समझदा सी अपने आप नूं। बच्चों मैं दस देना, मैं नाम लैंदे संकोच भी नहीं करता, सच है, मैं सच बोलदा वां। बच्चों थोड़ा माफ करना, मैनू थोड़ा एक्साइटेड हो जाना, क्योंकि मैनू आंदा हुंदा कोई नहीं बोलना। तो बच्चों मैं बच्चों कहना वा, एक राजा तुहाडा राजियां तो वड्डा सीगा पंजाब च, अपने आप नूं राजियां तो बड़े, पर कहना नहीं सी मनदा राजा दा एक भी, परमात्मा दा। सारे पुट्ठे काम करता सी, सारे गलत काम करता सी। ते फिर मैं जदों बच्चों लैक्चर दे रहा होना, हौली हौली बच्चों दसदा, मैं क्या बच्चों तुसीं जानदे हो नूं, है ना, दसो फिर कित्थे सुट्टिया परमात्मा ने उन्होंने 16 अगस्त 1916 25 अगस्त 1916 च 25 अगस्त 1916 च परमात्मा ने उन्होंने जेल में सुट्टिया, 20 साल की जेल।
ਤੇ ਸਮਝ ਗਏ ਬੱਚੇ ਸਾਰੇ ਕਿਹਨੂੰ ਸੁੱਟਿਆ, ਆਪਣੇ ਆਪ ਰਾਜਿਆਂ ਤੋਂ ਵੱਡਾ ਕਹਿੰਦਾ ਸੀ। ਇਹ ਜੇ ਪਰਮਾਤਮਾ ਦੀ ਸ਼ਕਤੀ। ਸੋ ਬੱਚਿਓ ਵਾਪਸ ਆਵਾਂ, ਅੱਜ 13 ਸਾਲ ਹੋ ਗਏ, 14 ਸਾਲ ਹੋ ਗਏ, ਮੈਂ ਤਾਂ ਮਰਿਆ ਨਹੀਂ। ਇਹ ਬਾਣੀ ਦੀ ਸ਼ਕਤੀ ਜੇ। ਸੋ ਮੈਂ ਸਿਰਫ ਬੱਚਿਆਂ ਨੂੰ ਸੱਚ ਦੱਸਾਂ ਵਾਂ, ਮੈਂ ਇੱਕ ਰੋਲ ਮਾਡਲ ਬਣ ਕੇ ਨਿਕਲਿਆ। ਸੰਤ ਬਾਬਾ ਕੋਈ ਨਹੀਂ, ਮੈਂ ਅਜੇ ਸਿੱਖਦਾ ਪਿਆ ਵਾਂ, ਪਰ ਇਹ ਸਿੱਖਣ ਚ ਮੈਨੂੰ ਜਿੰਨਾ ਆਨੰਦ ਮਿਲਦਾ ਜਾਂ ਸੁੱਖ ਮਿਲਦਾ ਹੈ ਨਾ, ਕਿਉਂਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਦੁਨੀਆ ਦਾ ਕੋਈ ਮੁਲਕ ਨਹੀਂ ਹੋਣਾ ਜਿਹੜਾ ਮੈਂ ਨਹੀਂ ਫਿਰ ਕੇ ਆਇਆ। ਡਿੱਠਾ ਸਭ ਸੰਸਾਰ ਤੇ ਸੁੱਖ ਨਾ ਨਾਮ ਬਿਨ। ਤੇ ਜੋ ਨਾਮ ਦੇ ਨਾਲ ਜੁੜ ਕੇ ਗੁਰੂ ਸਾਹਿਬ ਅਜੇ ਮੇਰੇ ਕੋਲ ਬਾਣੀ ਪਾਠ ਕਰਾਉਂਦੇ ਕਰਦੇ ਆ, ਔਰ ਮੈਂ ਮਹਾਰਾਜ ਦੀ ਬਖਸ਼ਿਸ਼ ਹੈ ਤੇ ਚਾਹਨਾ ਅਖੀਰਲੇ ਸਵਾਸ ਤੱਕ ਮੈਂ ਸੇਵਾ ਕਰਾਂ, ਕਿਉਂਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਈਏ। ਸੋ ਇਹ ਬੇਟਿਓ ਤੁਸੀਂ ਰੋਜ਼ ਪੜ੍ਹ ਜਾਂਦੇ ਹੋ, ਪਰ ਅਸੀਂ ਉਹਨੂੰ ਕਦੀ ਅਮਲ ਨਹੀਂ ਕੀਤਾ। ਜੇ ਤੁਸੀਂ ਇਹਨਾਂ ਗੱਲਾਂ ਨੂੰ ਅਮਲ ਕਰਨਾ ਸ਼ੁਰੂ ਕਰ ਦਿਓ ਨਾ, ਮੈਂ ਵਿਸ਼ਵਾਸ ਦੇਣਾ ਵਾ, ਹੈ ਨਾ, ਰੋਜ਼ ਪੜ੍ਹਦੇ ਹੋ ਤੁਸੀਂ। ਖਾਸ ਕਰਕੇ ਮੈਂ ਆਪਣੀਆਂ ਬੱਚੀਆਂ ਨੂੰ ਤਾਂ ਜ਼ਰੂਰ ਕਵਾਂਗਾ, ਕਿਉਂਕਿ ਮੈਂ ਫਿਰ ਹੁਣ ਲੰਬਾ ਸਮਾਂ ਨਹੀਂ ਕਰਨਾ, ਸਮਾਂ ਹੋਣ ਵਾਲਾ ਹੈ। ਮੇਰੀ ਦੋਤੀ ਆ ਗ੍ਰੈਂਡ ਡਾਟਰ ਸੁਖਮਨੀ ਕੌਰ, ਆਪਣੀ ਮਾਮਾ ਦੇ ਪੇਟ ਸੀਗੀ ਤੇ ਇੱਕ ਸੁਖਮਨੀ ਸਾਹਿਬ ਪਾਠ ਰੋਜ਼ ਸੁਣਦੀ ਸੀ। 60-70 ਸਾਲ ਪਹਿਲੇ ਦਾਦੀਆਂ ਨਾਨੀਆਂ ਇਹ ਗੁਰਤੀਆਂ ਦਿੰਦੀਆਂ ਸੀ ਆਪਣੀਆਂ ਬੱਚੀਆਂ ਨੂੰ। ਮੇਰੀ ਦੋਤੀ ਦਾ ਜਨਮ ਹੋਇਆ ਤੇ ਮੇਰੀ ਵੋਟੀ ਕਹਿੰਦੀ ਹੈ ਦਾ ਨਾਂ ਨਾ ਗੋਰਾ ਅੰਗਰੇਜ਼ਾਂ ਵਾਲਾ ਰੱਖਦੇ ਹਾਂ, ਸੁਖਮਨੀ ਕੌਰ ਦੀ ਬਜਾਏ ਨਾ ਮੈਂ ਜਿਹੜਾ ਚਾਹੁੰਦਾ ਸੀ ਉਹਦਾ ਨਾਂ ਹੋਣਾ ਜਿਹਦਾ, ਕਿਉਂਕਿ ਉਹਨੇ ਸੁਖਮਨੀ ਸਾਹਿਬ ਪਾਠ ਸੁਣਿਆ, ਉਹ ਕਹਿੰਦੀ ਹੈ ਦਾ ਨਾਂ ਜੂਲੀ ਕੌਰ ਰੱਖਦੇ ਆ। ਮੇਰੀ ਕੁੜਮਣੀ ਜਿਹੜੀ ਉਹਦੇ ਸੁਖਮਨੀ ਦੇ ਡੈਡੀ ਦੀ ਮੰਮੀ ਸੀਗੀ, ਉਹ ਕਹਿੰਦੀ ਹੈ ਨਹੀਂ ਉਹਦਾ ਨਾਂ ਸੂਜ਼ਨ ਕੌਰ ਰੱਖਣੇ ਆ, ਸੂਜ਼ਨ ਕੌਰ ਤੇ ਜੂਲੀ ਕੌਰ। ਮੈਂ ਕਿਹਾ ਨਹੀਂ ਬਾਬਾ ਜੀ ਅੱਗੇ ਅਰਦਾਸ ਕੀਤੀ, ਬਾਬਾ ਜੀ ਅਰਦਾਸ ਸੁਣਦੇ ਆ ਬੱਚਿਓ, ਬਾਬਾ ਜੀ ਉਹਦਾ ਨਾਂ ਸੁਖਮਨੀ ਕੌਰ ਕਰ ਦਿਓ। ਇਹਨੇ 9 ਮਹੀਨੇ ਸੁਖਮਨੀ ਸਾਹਿਬ ਪਾਠ ਸੁਣਿਆ ਤੇ ਬੱਚਿਓ ਉਹਦਾ ਨਾਂ ਸੁਖਮਨੀ ਕੌਰ ਪੈ ਗਿਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਅੱਖਰ ਅੱਖਰ ਸੱਚ ਜੇ ਬੱਚਿਓ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਹੋਇਆ, ਵਿਸ਼ਵਾਸ ਕਰਨਾ। ਸੋ ਬੱਚਿਓ ਉਹ ਸੁਖਮਨੀ ਕੌਰ 11 ਸਾਲ ਦੀ ਨੂੰ ਸੁਖਮਨੀ ਸਾਹਿਬ ਦਾ ਪਾਠ ਮੂਜਬਾਨੀ ਯਾਦ। ਤੇ ਮੈਂ ਬੱਚਿਆਂ ਨੂੰ ਕਹਿਣਾ, ਜਿੱਥੇ ਤੁਹਾਨੂੰ ਅਸੀਂ ਗੁਰਬਾਣੀ ਨਾਲ ਜੋੜਦੇ ਪਏ ਆ ਨਾ, ਤੇ ਫਿਰ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਦੇਖ ਲਓ ਤੁਹਾਡੇ ਸਾਹਮਣੇ ਆ, ਨਾ ਮੈਨੂੰ ਕਾਰ ਦੀ ਭੁੱਖ, ਨਾ ਮੈਨੂੰ ਹਵਾਈ ਜਹਾਜ਼ ਦੀ ਭੁੱਖ, ਨਾ ਮੈਨੂੰ ਦੁਨੀਆ ਫਿਰਨ ਦੀ ਭੁੱਖ, ਨਾ ਮੈਨੂੰ ਠੀਕ ਹੈ ਦਾਲ ਫੁਲਕਾ ਮਿਲ ਜਾਂਦਾ ਬੜੀ, ਕੱਪੜੇ ਵੀ ਕੋਈ ਨਹੀਂ ਮੈਨੂੰ ਭੁੱਖ। ਮੇਰਾ ਵੱਡਾ ਛੋਟਾ ਵੀਰ ਮੈਨੂੰ ਕੱਪੜੇ ਦੇ ਛੱਡਦਾ, ਮੈਂ ਪਾ ਲੈਣਾ। ਕਈ ਵਾਰੀ ਮੈਂ ਪੁਰਾਣੇ ਕੱਪੜੇ, ਇੱਥੇ ਬੜੇ ਵਧੀਆ ਕੱਪੜੇ ਬੱਚੇ ਲਾ ਦਿੰਦੇ, ਇੱਥੇ ਮਹਿੰਗੇ ਮਹਿੰਗੇ ਕੱਪੜੇ, ਉਹ ਮੈਂ ਲੈ ਕੇ ਜਾਣਾ ਨਾ, ਤੇ ਉਹਨਾਂ ਚ ਕਈ ਬੱਚੇ ਆਪਣੇ ਵਾਸਤੇ ਵੀ ਚੁਣ ਲੈਣਾ, ਤੇ ਮੈਨੂੰ ਬੜਾ ਚੰਗਾ ਲੱਗਦਾ, ਮੈਂ ਵੀ ਉਹ ਲੱਥੇ ਬੱਥੇ ਪਾ ਲੈਣਾ। ਪਰ ਨਹੀਂ, ਤੇ ਗੁਰੂ ਸਾਹਿਬ ਨੇ ਬੇਟੇ ਮੈਨੂੰ ਸਭ ਕੁਝ ਦਿਖਾਇਆ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਜੇ। ਇਹ ਗੁਰੂ ਸਾਹਿਬ ਕਿੱਥੋਂ ਸਿੱਖਿਆ ਦਿੱਤੀ ਮੈਨੂੰ, ਸੱਚ ਨਾਮ ਆਧਾਰ ਮੇਰਾ, ਸੱਚੇ ਨਾਮ ਦਾ ਆਧਾਰ ਬਣਾ ਲਿੱਤਾ। ਤੇ ਫਿਰ ਬੇਟੇ ਜਦੋਂ ਆਧਾਰ ਬਣ ਜਾਂਦਾ ਨਾ, ਸਾਰੀਆਂ ਭੁੱਖਾਂ ਵੀ ਉਤਰ ਜਾਂਦੀਆਂ ਤੇ ਫਿਰ ਦੇਂਦਾ ਦੇ ਲੈਂਦੇ ਥੱਕ ਪਾਏ। ਇਹ ਦੇਣਵਾ ਨਹੀਂ ਥੱਕਦਾ ਜੇ। ਸੋ ਮੈਂ ਬੱਚੀਆਂ ਨੂੰ ਕਹਿਣਾ ਹੁੰਦਾ ਕਿ ਇੱਕ ਅਸ਼ਪਦੀ ਪੜ੍ਹ ਲਿਆ ਕਰੋ ਬੇਟੇ, 24 ਅਸ਼ਪਦੀਆਂ ਹੈਗੀਆਂ ਨਾ, ਹੈ ਓਹੋ ਅੱਖਰ ਅੱਖਰ ਸੱਚ ਜੇ ਗੁਰੂ ਗ੍ਰੰਥ ਸਾਹਿਬ ਦਾ। ਇੱਕਦਮ ਪਹਿਲੀ ਅਸ਼ਪਦੀ ਦੀ, ਬਲਕਿ ਪਹਿਲੀ ਹੀ ਅਸ਼ਪਦੀ ਤੁਸੀਂ ਪੜ੍ਹੋਗੇ ਤੇ ਕਿੰਨਾ ਕੁਝ ਪਰਮਾਤਮਾ ਦੇਣ ਨੂੰ ਤਿਆਰ ਬੈਠੇ ਆ। ਤੇ ਇਹ ਵਿਸ਼ਵਾਸ ਬਣਾਓ, ਸੱਚ ਹੈ। ਸੋ ਐਨੀਵੇ ਇੱਕ ਸੁਖਮਨੀ ਸਾਹਿਬ ਹੀ ਸ਼ੁਰੂ ਕਰ ਦਿਓ, ਇੱਕ ਇੱਕ ਪੰਕਤੀ ਅੱਜ ਤੋਂ ਬਾਅਦ, ਕਿਉਂਕਿ ਮੇਰੇ ਬੜੇ ਉਦਾਹਰਣ ਮੇਰੇ ਕੋਲ ਹੈਗੇ ਆ ਜਿਨ੍ਹਾਂ ਨੂੰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ, ਉਹ ਬੱਚੇ ਆਪ ਮਿਲਦੇ ਆ ਮੈਨੂੰ ਤੇ ਉਹਨਾਂ ਦੀ ਇੱਛਾਵਾਂ ਪੂਰੀਆਂ ਹੋ ਰਹੀਆਂ, ਬਖਸ਼ੀਆਂ ਹੋ ਰਹੀਆਂ। ਸੋ ਇਸ ਤਰ੍ਹਾਂ ਹੀ ਬੇਟੇ ਵੱਡਾ ਆਨੰਦ ਸਾਹਿਬ, ਅਸਲੀ ਜੀਵਨ ਦੀ ਜਾਂਚ ਉੱਥੇ ਹੈ। ਰੋਜ਼ ਪੜ੍ਹਨਾ ਸਾਨੂੰ ਜ਼ਰੂਰੀ ਹੈ। ਨੇਤਰੋ ਮੇਰੇ ਹੱਥ, ਇਹ ਸਾਰੀ ਗੱਲਾਂ ਬੱਚੇ ਸਿੱਖ ਚੁੱਕੇ ਆ। ਕੰਨਾਂ ਨੇ ਕੀ ਕਰਨਾ, ਜ਼ਬਾਨ ਨੇ ਕੀ ਕਰਨਾ, ਅੱਖਾਂ ਨੇ ਕੀ ਕਰਨਾ। ਸੋ ਇਸ ਤਰ੍ਹਾਂ ਬੇਟੇ ਇਹ ਸਾਰਾ ਕੁਝ ਜਦੋਂ ਪੜਾਂਗੇ ਨਾ, ਵਿਚਾਰ ਕੇ ਪੜਾਂਗੇ, ਸਭ ਸਮਝ ਆ ਜਾਂਦੀ ਆ ਸਾਨੂੰ। ਸੋ ਗੁਰੂ ਮਿਹਰ ਕਰੇ। ਸੋ ਮੈਨੂੰ ਬਿਲਕੁਲ ਬੱਚਿਓ ਅਖੀਰ ਤੱਕ ਮੈਂ ਇਹੀ ਸਵਾਦ ਅਖੀਰ ਤੱਕ ਮੈਂ ਚਾਹੁੰਦਾ ਵਾਂ ਕਿ ਅਸੀਂ ਗੱਲ ਜ਼ਰੂਰ ਨੋਟ ਕਰ ਲਓ ਜਾਂਦੇ ਜਾਂਦੇ ਮੇਰੀ, ਕਿ ਅਸੀਂ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਸੋ ਅਸੀਂ ਗੁਰੂ ਨੂੰ ਖਾਲੀ ਮੱਥੇ ਨਹੀਂ ਟੇਕਣੇ, ਧਾਗੇ ਤਵੀਜਾ ਛੱਡ ਦਿਓ ਬੱਚਿਓ, ਅਗਰਬੱਤੀਆਂ ਖਾਲੀ ਨਹੀਂ ਚੜਾਉਣੀਆਂ, ਹੈ ਨਾ। ਅਸੀਂ ਬੇਟੇ ਗੁਰੂ ਸਾਹਿਬ ਦਾ ਕਹਿਣਾ ਮੰਨਣਾ ਹੈ। ਸੋ ਆਓ ਰਲ ਕੇ ਆਪਾਂ ਸੇਵਾ ਕਰੀਏ, ਸੇਵਾ ਸ਼ਾਮਲ ਹੋਈਏ, ਕਿਉਂਕਿ ਮੇਰੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਬੇਟੇ ਬਹੁਤ ਐਗਜ਼ਾਮਪਲ ਹੈਗੇ ਆ। ਜੇ ਮੈਨੂੰ ਗੁਰੂ ਸਾਹਿਬ ਨੇ ਅਲਾਉ ਕੀਤਾ ਤੇ ਥੋੜਾ ਚਿਰ ਲਾ ਕੇ ਮੈਂ ਇੱਥੋਂ ਆਵਾਂਗਾ ਜਦੋਂ, ਤੇ ਹੁਣ ਅਖੀਰਲੇ ਸਵਾਸ ਮੈਂ ਉੱਥੇ ਹੀ ਬੱਚਿਓ ਆਪਣੇ ਨਿਭਾਣੇ ਆ, ਕਿਉਂਕਿ ਮੇਰੇ ਅੰਦਰ ਤਾਂਘ ਹੈ। ਮੈਂ ਵੱਧ ਤੋਂ ਵੱਧ ਬੱਚੇ ਤਿਆਰ ਕਰਕੇ ਚਲੇ ਜਾਵਾਂ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਨਾਲ ਜੋੜ ਲਵਾਂ, ਤੇ ਵਧੀਆ ਪੜ੍ਹਾਈਆਂ ਵਾਲੇ ਬੱਚਿਆਂ ਨੂੰ ਮੈਂ ਜੇ ਹੋ ਸਕਦਾ ਮੈਂ ਬਾਹਰ ਕੱਢਾਂਗਾ, ਬੱਚੇ ਜਿੰਨੇ ਮਰਜ਼ੀ ਬਾਹਰ, ਕਿਉਂਕਿ ਮੈਂ ਬਹੁਤ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਟੇ ਕੱਢ ਚੁੱਕਾ ਵਾਂ। ਲਓ ਬਾਣੀ ਦੀਆਂ ਕੁਝ ਤੁੱਕਾਂ ਜਿਹੜੀਆਂ ਮੈਂ ਨੋਟ ਕਦੀ ਕਦੀ ਕਰ ਲੈਣਾ ਆਪਣੇ ਵਾਸਤੇ ਵੀ, ਜਿਵੇਂ ਤੁਸੀਂ ਆਪਣੀ ਗਿਆਨ ਗੋਲਕ ਚ ਪਾਉਂਦੇ ਹੋ ਨਾ, ਸਿਮਰੋ ਸਿਮਰ ਨਹੀਂ ਸਿਮਰ ਸਿਮਰ ਨਾਮ ਬਾਰੰਬਾਰ, ਹਾਂਜੀ ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਜੇ ਹੁਣ ਸਮਝ ਆ ਜਾਵੇ ਜੀਵਨ ਦੇ ਲਈ ਆਧਾਰ ਕਿਹੜਾ ਹੈ, ਸਿਮਰਨ। ਬਸ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਉੱਠਦਿਆਂ ਬਹਿੰਦਿਆਂ ਸਾਈਕਲ ਚਲਾਉਂਦੇ ਆ, ਮੱਖਣ ਕੱਢਨੇ ਆ, ਹਨਾ ਰਿੜਕਦੇ ਆ ਵਾਹਿਗੁਰੂ ਵਾਹਿਗੁਰੂ, ਤੇ ਹੋਰ ਕੋਈ ਦੁੱਧ ਚੋ ਰਹੇ ਆ, ਮੱਝ ਚੋ ਰਹੇ ਆ ਵਾਹਿਗੁਰੂ,
काम करदे हाथ पांव काम कर शीत निरंजन नाल। बेटे ये गल्लां सच जे असीं कर सकदे आ, ये गुरु साहब करनगे। ते बेटे फिर तुसीं देखो रोज पढ़ जांदे हो है ना, जेड़े बच्चे ना ओ मारे ना ठागे जाए, ना ओ मारे ना ठागे जाए, जिनके राम वसे मन माहे। ना वो ठगे जा सकते हैं, ना वो कभी मरते जे। बेटे सच है ना, जिन्हों के अंदर हृदय नाम वस जाता है। सो बच्चों बहुत कुछ, तो मैं गुरु साहब के हुक्म अनुसार चल रहा वहां, कुछ आंदा जाता नहीं। सेवक को सेवा बनियाई, हुक्म बूझ परम पद पाई। ये गुरु की कृपा बेटे। सो बेटे इस तरह ही जे लोड़े सदा सुख पाई, साधु संगत गुरे बताई, है ना। क्योंकि देखो हुण सुखमनी साहब का पाठ बच्चे कर दियां, मेरिया बच्चियां कर दियां, मेरी वाइफ 5-5 पाठ कर दी सी। लो सुन लो तो मैं समाप्ति करने लगा जे, है ना। ते 5-5 बाणी पाठ ते कर लेते, पर अंदर ना गया तो फिर की फायदा है। क्योंकि जो बच्चे फिर दिन की मैनू पत्नी मेरी एक दिन कहती है, अज ना चलीए बड़ी वड्डी पार्टी है, उत्थे बड़े बकरे बुकरे ते मुर्गे ते शराब ते नच्चण गीत बड़े लच्चर, बड़ा कमाल है, ते चलीए। मैं क्या ये हुणे तो सुखमनी साहब पाठ तू पढ़िया, ते पढ़िया होवे लिखिया सीगा, सुख कित्थे मिलदा है, जिस सुख को नित बाछै मीत, है जी। ये बाबा जी ने लिखिया, गुरु अर्जन साहब ने बाणी देखो साडी, ये बाबा जी कह रहे तुहानू मैनू सारे वास्ते लिखिया, जिस सुख को नित बाछै मीत, सो सुख साधु संग प्रीत। साधु की संगत नाल प्यार पा लै, तेनू सुख दे देंगा, सुख मिल जाएगा। तो बच्चों साधु संगत कित्थे है, जिथे संगत होंदी है, जिथे हुण शराब खाने थोड़ा मिलेगी, जिथे लच्चर गीत गाने थोड़ा होएगी। तो ये बच्चे मेरे बीबे सब समझते हैं, तो आप उत्थे चलीए तो सुख मिलता है। तो बच्चों इस तरह ही बाबा जी ने पंक्तियां लिखी हुई, तुम देखो, पार ब्रह्म की जिस मन भूख, नानक तिसन लागे दुख। ये अखर अखर सच जे, ये परमात्मा दुख नहीं आन देता। गुरु नानक गारंटी कर रहा तुहानू दुख नहीं आन देगा, रब की भुख ला लै। हुण उठदे सार कई बारी सानू पता नहीं किस चीज की भुख लग जाती है, उठदे सार मोबाइल देखिए पहले, या आपां उत्ते कोई गीत गाने ला लैंदे आ, या रोटी की भुख, कपड़ियां की भुख, बच्चों की भुख, तियां भज्जण की भुख, आए काम ते पाउणा। नहीं बेटे, असीं रब की भुख ला लईए, विश्वास करना बच्चों, ये परमात्मा साडियां सारियां भुखां दूर कर सकदा जे। बच्चों मैं इस करके तुहाडे लई बहुता टाइम नहीं छड्डिया कि सवाल जवाब करने हैं, क्योंकि मैं देखना तुसीं बच्चे बड़े इंटैलीजेंट हो चुके हो, किधरे ਇਹੋ ਜਿਹਾ सवाल ना कर देना मैनू ਜਿਹੜਾ मैनू जवाब ना देना आवे। पर दीदी जसप्रीत कौर तुहाडी मेरे तो ज्यादा सियाणी बैठी उत्थे, ਉਹ मैनू हेल्प कर देगी। तो मैं इस ज्यादा होर अगे समा नहीं लेना चाहता, ते मैं पूरी उम्मीद है कि अज बच्चों का होर विश्वास बनया होना है, ते कैंप विच डटे रहो। घट्टो घट मेरे ते कृपा करो बेटे, मेरा समा बहुत थोड़ा रह गया, पता नहीं किन्ने सवास है बाकी, ते तुसीं बच्चों तगड़े हो जाओ, स्ट्रोंग हो जाओ, इन्हां बस तरीके ते चलो। ये माया पिछे पिछे आएगी, जे माया के बिना गल नहीं है बेटे, है ना। माया सानू चाहिदी है, माया के बिना माया का कितना तरीका है, जिस तरीके मैनू बापू ने दी है, परमात्मा दी है। सो आप भी सारे रल के पैरों ते खड़े हो, अपने परिवार नू खड़ा करो, अपने पिंडां नू तैयार करिए आपां, और अपनी कौम नू तैयार करिए। दुनिया ते राज करने वाली कौम है बच्चियों। आज देख लो अमेरिका, कैनेडा, हर पासे सिखां नू कितनी बख्शिश होई जा रही है, पर अज असीं उत्थे फेल आ, माफ करना, क्योंकि उत्थे सच नहीं चल पाता। पर गुरु मेहर करेगा, असीं किसी नू माड़ा नहीं कहना, असीं अपना काम करी चलीए। सो मेरे आस्ते अरदास करना बच्चों, और तुसीं सारे तैयार हो। जिन्नियां तुहानू पढ़ाई वास्ते पैसे चाहिए आ, जिन्ना तुहानू गुरमत वास्ते कुछ चाहिए, ये मैं सेवा इत्थे भेजांगा गुरु साहब की कृपा नाल। पर सच रखना, सच जिथे सच है उत्थे परमात्मा है बेटे। झूठ बेईमानी नहीं करनी आपां मेरे बच्चों, सच नाल मैं तुहाडे तुरांगा। परमात्मा आप नहीं चलता, परमात्मा ने मेरी ड्यूटी लाई है, वो मेरे जेब विच पा दिंदा, मैं तुहानू वंडी जाना अगों, पर अखीरे स्वास तक करांगा। सो मैं बहुत बहुत धन्नवाद करदा पहले तो अपनी सारी टीम का, क्योंकि अज जसप्रीत दीदी कह लो, बच्ची मेरी, और कुलवंत मैम जिन्हें इंग्लिश तुहानू सिखा रही है, जरूर सीखो इंग्लिश। इंग्लिश इंटरनेशनल लैंग्वेज है, पर पंजाबी नू नहीं छड्डना बेटे, बच्चों पंजाबी नहीं छड्डनी आपां। सो इस तरह बेटे आपां सारे दा धन्नवाद करदा, मैं सारे बच्चों दा धन्नवाद करदा, पर एक एक बच्चा मेरा घट्टो घट 5-5 4-4 होर जोड़े, कोशिश करिए कि भुलिया उन्होंने वापस लैके आइए आपां, परमात्मा जोड़िए, गुरबाणी की शक्ति दसीए बेटे, ते ये तुहाडे ते बख्शिश होएगी। क्योंकि नानक धूड़ मंगे तिस गुरसिक्की, जो आप जपै अवरा नाम जपावै। सो मैं इत्थे ही फतेह बुलाना वा मेरी भैन सुंदर कौर दा, और मेरी सारी टीम दा, बड़े बड़े प्यारे वीर सारे मेरे नाल जुड़े होए आ। तो मैं क्षमा चाहना वा, मेरे को बोलदे कोई गलती भुल हो गई होवे, ते मैं तुहानू पहले कहा सी हां मूरे कारे लाया, तो गड्डी पिछे भी मैं मोटा मोटा लिख लाया, ते आप जी मेरे लिए अरदास करना कि गुरु मूर्ख नू सोझी समत बख्श के अखीले स्वास तक मैं सेवा कर सका। तो फतेह बुलाइए बच्चों सारे। वाहिगुरु जी का खालसा, वाहिगुरु जी की फतेह। बोले सो निहाल,
ਸਤਿ ਸ਼੍ਰੀ ਅਕਾਲ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਦੋਂ ਸਾਡੀਆਂ ਵੀ ਦਾਦੀਆਂ ਨਾਨੀਆਂ ਸਾਖੀਆਂ ਸੁਣਾਉਂਦੀਆਂ, ਕਹਾਣੀਆਂ ਸੁਣਾਉਂਦੀਆਂ ਤਾਂ ਉਹ ਕਹਿੰਦੀਆਂ ਹੁੰਦੀਆਂ ਸੀ ਹੱਡ ਬੀਤੀ ਸੁਣਨੀ ਹੈ ਕਿ ਜੱਗ ਬੀਤੀ ਸੁਣਨੀ ਹੈ। ਤਾਂ ਜੱਗ ਬੀਤੀ ਜੋ ਸੰਸਾਰ ਦੇ ਵਿੱਚ ਕਿਸੇ ਨਾਲ ਬੀਤੀ ਹੁੰਦੀ ਤੇ ਕਿਸੇ ਨੇ ਸੁਣਾਉਣੀ ਹੁੰਦੀ, ਤੇ ਹੱਡ ਬੀਤੀ ਜਿਹੜੀ ਆਪਣੇ ਨਾਲ ਬੀਤੀ ਹੁੰਦੀ ਹੈ, ਆਪਣੀ ਸਟੋਰੀ ਆਪਣੇ ਨਾਲ ਬੀਤੀ ਹੋਈ। ਤਾਂ ਅੱਜ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸੁਣਾਈ ਹੈ, ਤੇ ਆਪਣੀ ਹੱਡ ਬੀਤੀ ਸੁਣਦਿਆਂ ਸਾਡੇ ਮਨ ਦੇ ਵਿੱਚ ਉਹ ਵਾਹਿਗੁਰੂ ਪ੍ਰਤੀ ਪਿਆਰ ਵਿਸ਼ਵਾਸ ਬਣਦਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਮੇਰਾ ਵੀ ਨੈਟ ਦੀ ਪ੍ਰੋਬਲਮ ਹੋਣ ਕਰਕੇ ਥੋੜਾ ਹੋ ਗਿਆ, ਤੇ ਜਦੋਂ ਮੈਂ ਬਾਅਦ ਵਿੱਚ ਜੁਆਇਨ ਕਰਨ ਲੱਗੀ ਤੇ 500 ਜਿਹੜੇ ਬੱਚੇ ਪੂਰੇ ਹੋਏ ਪਏ ਸੀ, ਮੈਨੂੰ ਜੁਆਇਨ ਕਰਨ ਦਾ ਮੌਕਾ ਨਹੀਂ ਮਿਲਿਆ ਥੋੜੀ ਦੇਰ, ਕਿਉਂਕਿ ਕੱਲ ਵੀ ਅਨਾਉਂਸਮੈਂਟ ਕੀਤੀ ਅਸੀਂ ਸਾਰਿਆਂ ਨੇ ਦੱਸਿਆ ਕਿ ਭਾਈ ਸਾਹਿਬ ਕੱਲ ਨੂੰ ਆਉਣਗੇ। ਤਾਂ ਅੱਜ ਬਹੁਤ ਬੱਚਿਆਂ ਦਾ ਧੰਨਵਾਦ ਜੀ ਕਿ ਜਿਨ੍ਹਾਂ ਨੇ ਅੱਗੇ ਦੀ ਅੱਗੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ, ਹੋਰ ਮਿੱਤਰਾਂ ਦੋਸਤਾਂ ਨੂੰ ਦੱਸਿਆ ਕਿ ਅੱਜ ਅਸੀਂ ਕੈਂਪ ਜਿਹੜਾ ਕੰਪਲਸਰੀ ਹੈ ਸਾਰਿਆਂ ਨੂੰ ਜੁਆਇਨ ਕਰਨਾ। ਤੇ ਅੱਜ ਜਿਹੜੇ ਬੱਚੇ ਆ 500 ਤੋਂ ਉੱਪਰ ਲਾਈਵ ਵੀ ਚੱਲ ਰਿਹਾ, ਦੇਖ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਭੈਣ ਜੀ ਜਸਪ੍ਰੀਤ ਕੌਰ ਜੀ ਨੂੰ ਬੇਨਤੀ ਜੀ, ਕੋਈ ਅਨਾਉਂਸਮੈਂਟ ਜਾਂ ਆਪਾਂ ਬੱਚੇ ਲੈਣੇ ਕਿੱਦਾਂ ਕਰਨਾ ਹੈ ਜੀ? ਹਾਂਜੀ ਭੈਣ ਜੀ, ਦੋ ਬੱਚੇ ਲੈ ਸਕਦੇ ਅਗਰ ਕੋਈ ਬੱਚਾ ਕਿਸੇ ਨੇ ਕੋਈ ਪ੍ਰੋਮਿਸ ਕੀਤਾ ਉਹ ਕਹਿਣਾ ਚਾਹੁੰਦਾ ਹੈ ਤੇ ਜਾਂ ਫਿਰ ਕੋਈ ਸਵਾਲ ਹੋਵੇ ਜੀ। ਹਾਂਜੀ ਬੱਚਿਆਂ ਨੂੰ ਬੇਨਤੀ ਜੀ, ਕੋਈ ਅੰਕਲ ਜੀ ਦਾ ਲੈਕਚਰ ਸੁਣ ਕੇ ਕੋਈ ਪ੍ਰੋਮਿਸ ਕਰਨਾ ਚਾਹੁੰਦਾ, ਕੋਈ ਵਾਅਦਾ ਕਰਨਾ ਚਾਹੁੰਦਾ ਵੀ ਅੱਜ ਤੋਂ ਬਾਅਦ ਮੈਂ ਏਦਾਂ ਕਰਾਂਗਾ, ਤਾਂ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਉਹ ਬੱਚੇ ਆਪਣਾ ਹੈਂਡ ਰੇਜ਼ ਕਰ ਸਕਦੇ ਆ ਜੀ। ਹਾਂਜੀ ਹਾਂਜੀ ਭੈਣ ਜੀ, ਬੱਚੇ ਹੈਗੇ ਤੇ ਲੈ ਲੈਂਦੇ ਜੀ। ਜਿਹੜੇ ਬੱਚਿਆਂ ਨੇ ਵਾਹਿਗੁਰੂ ਜੀ। ਪਹਿਲਾਂ ਉਹਨਾਂ ਨੂੰ ਚਾਂਸ ਦਿੱਤਾ ਜਾ ਰਿਹਾ, ਬਾਕੀ ਬੱਚਿਆਂ ਨੂੰ ਬੇਨਤੀ ਵੀਡੀਓ ਔਨ ਕਰ ਲੈਣ ਜੀ। ਹਾਂਜੀ ਵਾਹਿਗੁਰੂ ਜੀ। ਹਾਂਜੀ 13960। ਹਾਂਜੀ ਬੇਟਾ ਜੀ। ਹਾਂਜੀ ਬੋਲੋ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹਾਂ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੇ ਅੰਕਲ ਜੀ ਦਾ ਬਹੁਤ ਹੀ ਥੈਂਕਸ ਕਰਨਾ ਚਾਹਾਂਗੀ, ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹਾਂਗੀ ਕਿ ਉਹਨਾਂ ਨੇ ਇੱਕ ਤਾਂ ਸਾਨੂੰ ਪੜ੍ਹਾ ਰਹੇ ਨੇ, ਗੁਰਬਾਣੀ ਨਾਲ ਵੀ ਜੋੜ ਰਹੇ ਨੇ, ਤੇ ਦੂਸਰਾ ਉਹਨਾਂ ਨੇ ਜਿਵੇਂ ਕਿ ਸਾਡੇ ਇੱਥੇ ਨੈਟ ਦੀ ਪ੍ਰੋਬਲਮ ਸੀ, ਇੱਕ ਫੋਨ ਤੇ ਨਹੀਂ ਸੀ ਸਾਰੀਆਂ ਕਲਾਸਿਸ ਲੱਗ ਪਾਉਂਦੀਆਂ। ਉਹਨਾਂ ਨੇ ਮੈਨੂੰ ਫੋਨ ਵੀ ਦਿੱਤਾ ਤੇ ਹਾਰਮੋਨੀਅਮ ਕੀਰਤਨ ਸਿੱਖਣ ਦੇ ਲਈ ਹਾਰਮੋਨੀਅਮ ਵੀ ਦਿੱਤਾ। ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ। ਤੇ ਸਾਨੂੰ ਜੋ ਹਰ ਰੋਜ਼ ਦੀ ਤਰ੍ਹਾਂ ਗੁਰਬਾਣੀ ਨਾਲ ਵੀ ਜੋੜ ਰਹੇ ਨੇ ਤੇ ਸਾਡੀਆਂ ਪੜ੍ਹਾਈਆਂ ਵੀ ਕਰਵਾ ਰਹੇ ਨੇ, ਮੈਂ ਸਿਰਫ ਥੈਂਕਸ ਹੀ ਕਰਨਾ ਚਾਹਾਂਗੀ। ਤੇ ਮੈਂ ਆਪਣੀ ਭੂਆ ਜੀ ਦੀ ਬੇਟੀ ਨੂੰ ਵੀ ਇਸ ਕੈਂਪ ਦੇ ਵਿੱਚ ਜੋੜਿਆ। ਉਹ ਜਿੰਨੀਆਂ ਵੀ ਕਲਾਸਿਸ ਮੈਂ ਲਗਾ ਰਹੀ ਹਾਂ ਉਹ ਸਾਰੀਆਂ ਲਗਾਉਂਦੀ ਹੈ, ਤੇ ਉਸਦੀ ਮੇਰੀ ਭੂਆ ਜੀ ਦੀ ਬੇਟੀ ਦੀ ਅੱਗੋਂ 2 ਫਰੈਂਡਸ ਨੇ ਹੋਰ, ਉਹ ਵੀ ਇਹ ਕਲਾਸਿਸ ਅਟੈਂਡ ਕਰ ਰਹੀਆਂ ਨੇ ਸਾਰੀਆਂ। ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ। ਸਾਰਿਆਂ ਨੂੰ ਪਰਮਾਤਮਾ ਦੀ ਲੰਮੀਆਂ ਉਮਰਾਂ ਬਖਸ਼ਣ ਤੇ ਇਸੇ ਤਰ੍ਹਾਂ ਸੇਵਾ ਕਰਦੇ ਹਨ। ਮੇਰਾ ਪ੍ਰੋਮਿਸ ਇਹ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ, ਮੈਂ ਜਿਵੇਂ ਸਾਰੇ ਦਸਵੰਧ ਕੱਢ ਕੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਮੈਂ ਵੀ ਬੱਚਿਆਂ ਨੂੰ, ਜੇ ਮੈਂ ਕਿਸੇ ਨੂੰ ਟਿਊਸ਼ਨ ਵੀ ਪੜ੍ਹਾਵਾਂਗੀ ਨਾ ਘਰ ਦੇ ਵਿੱਚ, ਮੈਂ ਉਸ ਦੇ ਵਿੱਚ ਵੀ ਕੋਈ ਉਹਨਾਂ ਤੋਂ ਪੈਸਾ ਨਹੀਂ ਲਵਾਂਗੀ, ਉਹ ਵੀ ਫ੍ਰੀ ਪੜ੍ਹਾਵਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਬੱਚਾ ਜੀ, ਬਹੁਤ ਵਧੀਆ। ਬਹੁਤ ਵਧੀਆ ਜੀ ਬੇਟੀ ਮਨਦੀਪ ਕੌਰ। ਵਾਹਿਗੁਰੂ ਜੀ ਤੁਹਾਡਾ ਪ੍ਰੋਮਿਸ ਪੂਰਾ ਕਰਨ ਦੇ ਲਈ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ। ਜੋ ਤੁਸੀਂ ਪ੍ਰੋਮਿਸ ਕੀਤਾ ਹੋਣਾ ਵਾਹਿਗੁਰੂ ਦੀ ਕਿਰਪਾ ਨਾਲ ਹੈ। ਹਾਂਜੀ ਬੇਟਾ ਜੀ। ਅਮਰਿੰਦਰ ਸਿੰਘ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਫਤਿਹ ਬੇਟੇ ਜੀ। ਅੰਕਲ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਕਿ ਗੁਰੂ ਸਾਹਿਬ ਦਾ। ਮੈਂ ਪਹਿਲਾਂ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੁੰਦਾ ਸੀਗਾ,
ਤੇ ਮੇਰੇ ਮਾਪੇ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਮੈਨੂੰ ਕਿਸੇ ਵਧੀਆ ਸਕੂਲ 'ਚ ਪੜ੍ਹਾ ਸਕਣ। ਮੇਰਾ ਵੀ ਇੱਕ ਸੁਪਨਾ ਹੁੰਦਾ ਸੀਗਾ ਵੀ ਮੈਂ ਕਿਸੇ ਵਧੀਆ ਸਕੂਲ 'ਚ ਪੜ੍ਹਾਂ, ਪ੍ਰਾਈਵੇਟ ਸਕੂਲ 'ਚ ਪੜ੍ਹਾਂ, ਅੰਗਰੇਜ਼ੀ ਸਿੱਖਾਂ। ਤੇ ਮੈਂ ਬਹੁਤ ਧੰਨਵਾਦ ਕਰਦਾ ਅੰਕਲ ਜੀ ਦਾ, ਤੇ ਬਹੁਤ ਧੰਨਵਾਦ ਕਰਦਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਜਿਨ੍ਹਾਂ ਨੇ ਮੈਨੂੰ ਪੜ੍ਹਨ ਦਾ ਇਹ ਮੌਕਾ ਦਿੱਤਾ, ਮੇਰੀ ਫੀਸ ਭਰ ਰਹੇ ਨੇ। ਤੇ ਹੁਣ ਮੈਂ ਵੀ ਕੀਰਤਨ ਸਿੱਖ ਰਿਹਾ ਸੀਗਾ, ਮੈਨੂੰ ਵੀ ਇੱਕ ਹਾਰਮੋਨੀਅਮ ਦੀ ਲੋੜ ਸੀਗੀ, ਤੇ ਅੰਕਲ ਜੀ ਨੂੰ ਕਿਹਾ, ਅੰਕਲ ਜੀ ਨੇ ਮੇਰੀ ਮਦਦ ਕੀਤੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਸਭ ਜੀ। ਤੋਂ ਪਹਿਲਾਂ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਂ ਅੱਜ ਦਾ ਕੈਂਪ ਸੁਣ ਕੇ ਇਹ ਪ੍ਰਣ ਕੀਤਾ ਹੈ ਕਿ ਮੈਂ ਹਮੇਸ਼ਾ ਸੇਵਾ ਕਰਾਂਗੀ ਅਤੇ ਸੱਚ ਬੋਲਾਂਗੀ, ਕਦੇ ਬੇਈਮਾਨੀ ਨਹੀਂ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਫਤਿਹ। ਵਧੀਆ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ। ਕਿਰਪਾ ਕਰਕੇ ਸਮੇਂ ਦੀ ਸੀਮਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਬੱਚੇ ਗੱਲ ਕਰਨਾ ਹੈ ਜੀ, ਕਿਉਂਕਿ ਬਹੁਤ ਸਾਰੇ ਹੈਂਡ ਰੇਜ਼ ਨੇ। ਹਾਂਜੀ ਬੇਟਾ ਬੋਲੋ, ਸੁਖਦੀਪ ਕੌਰ ਜੀ। ਨਾ ਚਾਹੁੰਦੇ ਨੇ ਉਹ ਲੀਵ ਕਰ ਸਕਦੇ ਨੇ ਜੀ, ਅਟੈਂਡੈਂਸ ਲਗਾ ਕੇ। ਹਾਂਜੀ ਸੁਖਦੀਪ ਕੌਰ ਜੀ। ਅਨਮਿਊਟ ਕਰੋ ਬੇਟਾ ਸੁਖਦੀਪ ਕੌਰ। ਅਨਮਿਊਟ ਕਰੋ ਜੀ ਆਪਣੇ ਆਪ ਨੂੰ, ਨਹੀਂ ਹੋਇਆ ਜੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ। ਮੈਂ ਸਰ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ। ਤੇ ਮੈਂ ਸਰ ਇਹ ਦੱਸਣਾ ਚਾਹਾਂਗੀ ਕਿ ਜਿਹੜੇ ਰੋਜ਼ ਅਸੀਂ ਕੈਂਪ ਲਗਾਉਂਦੇ ਹਾਂ 4 ਵਜੇ ਤੋਂ 5 ਵਾਲਾ, ਇਸ ਤੋਂ ਪ੍ਰੇਰਿਤ ਹੋ ਕੇ ਨਾ ਮੇਰੇ ਪਾਪਾ ਜੀ ਨੇ ਮਤਲਬ ਕੇਸ ਰੱਖ ਲਏ, ਕੇਸ ਤੇ ਦਾੜੀ ਉਹਨਾਂ ਨੇ ਦੋਨੇ ਰੱਖ ਲਏ। ਤੇ ਮੈਂ ਇਹ ਪ੍ਰੋਮਿਸ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਵੀ ਜਦੋਂ ਮੈਂ ਤੁਹਾਡੇ ਵਾਂਗ ਵੀ ਇੰਨੀ ਮੈਂ ਵੀ ਬਹੁਤ ਗਰੀਬ ਫੈਮਿਲੀ ਚ ਹੀ ਹਾਂ, ਮਤਲਬ ਇੰਨੀ ਮਿਡਲ ਕਲਾਸ ਫੈਮਿਲੀ ਚ ਹਾਂ। ਤੇ ਮੈਂ ਵੀ ਤੁਹਾਡੀ ਜਿਹੜੀਆਂ ਸਟੋਰੀਆਂ ਦੇਖ ਕੇ ਕਿ ਤੁਹਾਨੂੰ ਸੁਣ ਕੇ ਮੈਨੂੰ ਵੀ ਐਂ ਲੱਗਦਾ ਹੈ ਵੀ ਮੈਂ ਵੀ ਮਤਲਬ ਤੁਹਾਡੇ ਵਾਂਗੂ ਬਣਾ, ਤੁਹਾਡੇ ਵਾਂਗੂ ਹੈਲਪ ਕਰਾਂ ਸਟੂਡੈਂਟਸ ਦੀ, ਜਿਵੇਂ ਤੁਸੀਂ ਮੇਰੀ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਮੈਂ ਤੁਹਾਡੇ ਘਰ ਮੈਸੇਜ ਭੇਜਿਆ ਸੀਗਾ, ਬਸ ਪੜ੍ਹਾਈ ਕਰੋ, ਵਾਧੂ ਪੜ੍ਹਾਈ ਕਰੋ ਤੇ ਗੁਰੂ ਨਾਲ ਜੁੜੋ। ਔਰ ਤੁਹਾਨੂੰ ਅਸੀਂ ਕੈਨੇਡਾ ਭੇਜਣਾ, ਜ਼ਰੂਰ ਭੇਜਣਾ ਬੇਟੇ, ਫਿਕਰ ਨਾ ਕਰੋ। ਮੈਨੂੰ ਲੱਗ ਰਿਹਾ ਬੱਚੇ ਮੇਰੇ ਕੋਲ ਹੈਗੇ, ਚੁਣੇ ਹੋਏ ਬੱਚੇ, ਮੈਂ ਜ਼ਰੂਰ ਭੇਜਣਾ ਬੇਟੇ। ਕਿਉਂਕਿ ਨਾ ਪੈਸਾ ਸਭ ਕੁਝ ਨਹੀਂ ਹੈ, ਪੈਸੇ ਬਿਨਾਂ ਵੀ ਗੱਲ ਨਹੀਂ ਹੈ। ਅੱਜ ਮੈਨੂੰ ਸਾਰੀ ਦੁਨੀਆ ਮਦਦ ਕਰਨ ਨੂੰ ਤਿਆਰ ਹੋ ਚੁੱਕੀ ਹੈ, ਬੜੀ ਬਖਸ਼ਿਸ਼ ਹੈ। ਮੈਂ ਉਹਨਾਂ ਦਾ ਧੰਨਵਾਦ ਕਰਨਾ ਭੁੱਲ ਗਿਆ। ਇਹ ਮੁੰਡਾ ਇੱਕ ਭੇਜਿਆ ਸੀ ਮੈਂ, ਬੜਾ ਬੀਬਾ ਮੁੰਡਾ ਸਾਡਾ, ਬਲਰਾਜ ਸਿੰਘ, ਤੇ ਉਹ ਬੱਚੇ ਨੂੰ $9,000 ਉੱਥੋਂ ਕੈਨੇਡਾ ਤੋਂ ਇੱਕ ਵੀਰ ਨੇ ਪੇ ਕਰ ਛੱਡੇ ਮੇਰੇ। ਇਹ ਬੜੇ ਬੜੇ ਵੀਰ ਬੈਠੇ ਆ ਦੁਨੀਆ 'ਚ, ਬੈਠੇ ਆ ਜਿਹੜੇ ਬੱਚਿਆਂ ਨੂੰ ਬੇਟੇ ਖਾਲੀ ਮੇਰਾ ਧੰਨਵਾਦ ਨਹੀਂ ਕਰਨਾ, ਸਾਰੀ ਸੰਸਥਾ ਨਾ ਜਿਹੜੇ ਮੇਰੇ ਨਾਲ ਸਹਿਯੋਗੀ ਹੈਗੇ ਆ ਬੇਟੇ ਸਾਰੇ, ਤੇ ਇਦਾਂ ਦੇ ਮੈਨੂੰ ਬੜੀ ਮਦਦ ਮਿਲ ਰਹੀ ਹੈ। ਤੁਸੀਂ ਫਿਕਰ ਨਾ ਕਰੋ, ਤੁਹਾਡੇ ਵਾਸਤੇ ਮੈਂ ਤਿਆਰ ਕੀਤੇ ਹੋਏ ਬੰਦੇ, ਔਰ ਮਹਾਰਾਜ ਦੀ ਕਿਰਪਾ ਹੈ ਸਾਰੀ। ਬਹੁਤ ਬਹੁਤ ਧੰਨਵਾਦ। ਚਲੋ ਜੀ, ਦੇਖੋ ਅੱਗੇ ਜਿੱਦਾਂ ਤੁਸੀਂ ਕਰਨਾ ਹੈ। ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਵਾਂ, ਮੈਂ ਗੁਰੂ ਦੀ ਕਿਰਪਾ ਸਾਰੀ। ਥੈਂਕ ਯੂ ਬੱਚੇ, ਥੈਂਕ ਯੂ। ਗੁਰੂ ਅੰਗ ਸੰਗ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। वाहिगुरु जी की फतेह जी। मैं अंकल जी की बहुत ज्यादा थैंकफुल हूँ। मैं ये बात बोलूंगी कि जब मैं भी इंडिपेंडेंट हो जाऊंगी, मैं भी जैसे अंकल किसी की हेल्प कर रहे हैं, बच्चों की हेल्प कर रहे हैं, मैं भी बाकी बच्चों की हेल्प किया करूंगी। और जैसे कि अंकल जी बोला कि मैं रंग से राजा बना हूँ, मुझे सर की अंकल जी की बात देख के ये लग रहा है कि जैसे अगर सपने बोलने के लिए सपने नहीं होते, हम सपने देखेंगे तो एक दिन वो जरूर पूरा होंगे। थैंक यू बेटे, वेरी नाइस, थैंक यू बेटे। वाहिगुरु जी की फतेह जी। सब तो पहले अंकल जी का बहुत बहुत धन्यवाद करना चाहूँगा कि जिन्होंने ਸਾਨੂੰ ਬਹੁਤ ਵਧੀਆ ਲੈਕਚਰ ਲਾ ਕੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਰਾਜਵਿੰਦਰ ਜੀ ਵੀਡੀਓ ਬੰਦ ਕਰਕੇ ਬੋਲੋ ਬੇਟਾ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਆ। ਮੈਂ ਅੰਕਲ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਸਾਨੂੰ ਉਹਨਾਂ ਨੇ ਬਹੁਤ ਹੀ ਵਧੀਆ ਲੈਕਚਰ ਬਾਰੇ ਸਿੱਖਿਆ ਦਿੱਤੀ। ਸਾਨੂੰ ਦੱਸਿਆ ਕਿ ਸਾਨੂੰ ਹਮੇਸ਼ਾ ਮਨ ਲਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ, ਹਮੇਸ਼ਾ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਉਹ ਸਾਡੀ ਹਮੇਸ਼ਾ ਮਦਦ ਕਰਦੇ ਹਨ ਤੇ ਸਾਨੂੰ ਹਮੇਸ਼ਾ ਉਹਨਾਂ ਤੇ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਹਮੇਸ਼ਾ ਸਾਡਾ ਇਲਜ਼ਾਮ ਹੈ ਤੇ ਸਾਨੂੰ ਉਸ ਚੀਜ਼ ਨੂੰ ਕਰਨਾ ਚਾਹੀਦਾ ਹੈ। ਤੇ ਮੇਰਾ ਇੱਕ ਆਪਸ਼ਨ ਸੀ ਕਿ ਜੇਕਰ ਕੋਈ ਬੰਦਾ ਗਲਤ ਰਾਹ ਪੈ ਜਾਂਦਾ, ਉਹ ਕੇਸ ਕਤਲ ਕਰਵਾ ਦਿੰਦਾ ਹੈ, ਤਾਂ ਅਸੀਂ ਉਸਨੂੰ ਰਾਜਵਿੰਦਰ ਸਿੰਘ ਜੀ ਸੱਚੇ ਰਾਹ ਪਾ ਕੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਲੈ ਲੈਣੇ ਆ ਜੀ।
ਮੈਂ ਬੱਚਿਆਂ ਨੂੰ ਬੇਨਤੀ ਕਰਾਂਗੀ ਆਪਣੇ ਪ੍ਰੋਮਿਸਿਸ ਨੂੰ, ਜੋ ਤੁਸੀਂ ਪ੍ਰੋਮਿਸ ਕੀਤੇ ਨੇ ਪਹਿਲਾਂ ਆਪਾਂ ਉਹਨਾਂ ਬੱਚਿਆਂ ਨੂੰ ਲੈ ਰਹੇ ਜਿਹੜੇ ਬੱਚੇ ਕੋਈ ਪ੍ਰੋਮਿਸ ਕਰਨਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਫਤਿਹ ਬੇਟੇ। ਵਾਹਿਗੁਰੂ ਜੀ, ਅੱਜ ਮੈਂ ਆਪਣੇ ਨਾਲ ਪ੍ਰੋਮਿਸ ਕਰਦੀ ਹਾਂ ਕਿ ਮੈਂ ਕਦੇ ਵੀ ਬਾਣੀ ਨਾਲ ਨਹੀਂ ਟੁੱਟਾਂਗੀ, ਹਮੇਸ਼ਾ ਬਾਣੀ ਕਰਦੇ ਰਹਾਂਗੇ। ਹੁਣ ਸਟਾਰਟ ਕੀਤਾ ਹੈ, ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇਸ ਕੈਂਪ ਨਾਲ ਜੁੜ ਕੇ। ਮੈਨੂੰ ਆਪਣੇ ਆਪ ਵਿੱਚ ਇੰਨਾ ਬਿਲਡ ਵਧੀਆ ਲੱਗ ਰਿਹਾ ਕਿ ਮੈਂ ਵਧੀਆ ਬੋਲਣਾ ਸਿੱਖ ਰਹੀ ਹਾਂ, ਵੀ ਪਿਆਰ ਨਾਲ ਬੋਲਣਾ ਸਿੱਖ ਰਹੀ ਹਾਂ। ਵਾਹਿਗੁਰੂ ਜੀ। ਹਾਂਜੀ ਬੋਲੋ ਜੀ, ਤੁਹਾਡੀ ਆਵਾਜ਼ ਦੀ ਪ੍ਰੋਬਲਮ ਸੀ, ਤੁਹਾਡੀ ਵੀਡੀਓ ਬੰਦ ਕੀਤੀ ਹੈ ਜੀ। ਮੈਮ ਹੁਣ ਸਹੀ ਆ ਰਹੀ ਹੈ ਆਵਾਜ਼? ਹਾਂਜੀ ਠੀਕ ਹੈ ਜੀ। ਹਾਂਜੀ, ਮੈਂ ਇਹੀ ਦੱਸ ਰਹੀ ਸੀ ਮੈਮ ਵੀ ਮੈਂ ਆਪਣੇ ਨਾਲ ਪ੍ਰੋਮਿਸ ਕਰਦੀ ਹਾਂ ਕਿ ਹਮੇਸ਼ਾ ਬਾਣੀ ਨਾਲ ਜੁੜੀ ਰਹਾਂਗੀ ਤੇ ਕਦੇ ਵੀ ਬਾਣੀ ਨਾਲ ਨਹੀਂ ਟੁੱਟਾਂਗੀ। ਤੇ ਮੈਂ ਵੀ ਕੁਛ ਨਾ ਕੁਛ ਕਰਕੇ ਆਪਣੇ ਮਾਤਾ ਪਿਤਾ ਲਈ ਕਰਕੇ ਤੇ ਸੋਸ਼ਲ ਵਰਕ ਵੀ ਜ਼ਰੂਰ ਕਰਨਾ ਚਾਹੁੰਦੀ ਹਾਂ। ਤੇ ਜਲਦੀ ਤੋਂ ਜਲਦੀ ਵਾਹਿਗੁਰੂ ਜੀ ਮੇਰੀ ਵੀ ਮਦਦ ਕਰਨ ਤੇ ਮੈਂ ਵਾਹਿਗੁਰੂ ਜੀ ਨਾਲ ਹਮੇਸ਼ਾ ਜੁੜੀ ਰਹਾਂਗੀ। ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ। ਮੈਂ ਹਮੇਸ਼ਾ ਮੈਂ ਅੰਕਲ ਜੀ ਤੋਂ ਮੋਟੀਵੇਸ਼ਨ ਬਹੁਤ ਹੋਈ ਹਾਂ, ਜਿਹਦੇ ਨਾਲ ਕਿ ਵੀ ਆਪਣੇ ਆਪ ਵਿੱਚ ਇੰਨਾ ਜ਼ਿਆਦਾ ਵਧੀਆ ਮਹਿਸੂਸ ਕਰ ਰਹੀ ਹਾਂ ਕਿ ਮੈਂ ਇਹ ਕੈਂਪ ਜੁਆਇਨ ਕਰ ਰਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਬਹੁਤ ਵਧੀਆ ਬੇਟਾ। ਅਨਮਿਊਟ ਕਰੋ ਜੀ, ਅਨਮਿਊਟ ਕਰੋ ਜੀ ਆਪਣੇ। ਹਾਂਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੇ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਹਨਾ, ਜੋ ਸਾਰੇ ਬੱਚਿਆਂ ਦੀ ਹੈਲਪ ਕਰ ਰਹੇ ਨੇ। ਜਿਵੇਂ ਅੰਕਲ ਜੀ ਨੇ ਦੱਸਿਆ ਸਾਨੂੰ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹਨਾ, ਤੇ ਪਰਮਾਤਮਾ ਤੇ ਜੇ ਭਰੋਸਾ ਕਰਾਂਗੇ ਤੇ ਪਰਮਾਤਮਾ ਸਾਨੂੰ ਸਾਰਾ ਕੁਝ ਦਿੰਦਾ। ਦਾਦਾ ਤਾਂ ਇਹ ਹੈ ਸਭ ਕੋ ਦੇਵਨਹਾਰ ਹਨਾ, ਤੇ ਦਿੰਦੇ ਤੋਟ ਨਾ ਆਵਈਏ ਗੰਤ ਭਰੇ ਭੰਡਾਰ। ਪਰਮਾਤਮਾ ਦਾ ਭੰਡਾਰ ਭਰੇ ਪਏ ਨੇ, ਆਪਾਂ ਨੂੰ ਲੈਣ ਵਾਲੇ ਬਣਨਾ ਚਾਹੀਦਾ। ਮੈਂ ਅੱਜ ਤੋਂ ਪ੍ਰਣ ਕਰਦੀ ਹਾਂ, ਆਈ ਵਾਂਟ ਟੂ ਬਿਕਮ ਐਨ IAS ਆਫਿਸਰ। ਮੈਂ ਕਦੇ ਕਿਸੇ ਤੋਂ ਰਿਸ਼ਵਤ ਨਹੀਂ ਲਵਾਂਗੀ, ਕਦੇ ਕਿਸੇ ਤੋਂ ਬਰਾਈਬ ਵੀ ਲਵਾਂਗੀ, ਤੇ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਖਾਲਸਾ ਫਤਿਹ ਬੇਟੇ, ਬਹੁਤ ਵਧੀਆ। ਹਾਂਜੀ ਬੋਲੋ ਜੀ। ਵੀਡੀਓ ਬੰਦ ਕਰਕੇ ਬੋਲੋ ਬੇਟਾ, ਆਵਾਜ਼ ਨਹੀਂ ਆਉਂਦੀ ਤੁਹਾਡੀ। ਹਾਂਜੀ ਵਾਹਿਗੁਰੂ ਜੀ। ਕਿਰਨਪ੍ਰੀਤ ਕੌਰ ਜੀ ਅਨਮਿਊਟ ਕਰੋ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਨਾਲ ਅੱਜ ਤੋਂ ਹੀ ਕਰਦੀ ਹਾਂ ਕਿ ਮੈਂ ਵੀ ਵੱਡੀ ਹੋ ਕੇ ਅੰਕਲ ਜੀ ਵਾਂਗ ਬਣਾਂਗੀ। ਮੈਂ ਸਾਰੇ ਬੱਚਿਆਂ ਦੀ ਹੈਲਪ ਕਰਾਂਗੀ, ਜਿਹੜੇ ਮੇਰੇ ਵਾਂਗ ਨੇ ਹੈਲਪ ਕਰਾਂਗੀ ਸਾਰਿਆਂ ਦੀ, ਤੇ ਮੈਂ ਬਾਣੀ ਤੋਂ ਕਦੇ ਵੀ ਨਹੀਂ ਟੁੱਟਾਂਗੀ। ਮੈਂ ਹਰ ਰੋਜ਼ ਬਾਣੀ ਪੜਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਭਿਜੋਤ ਸਿੰਘ ਹੈ। ਮੈਂ 3 ਕਲਾਸ ਵਿੱਚ ਪੜ੍ਹਦਾ ਹਾਂ। ਮੇਰਾ APB ਨੰਬਰ 15329 ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਮਿਸ ਕਰਦਾ ਹਾਂ ਕਿ ਮੈਂ ਹਮੇਸ਼ਾ ਗੁਰਬਾਣੀ ਨਾਲ ਜੁੜਾ ਰਹਾਂਗਾ, ਕਿ ਮੈਂ ਮਿਹਨਤ ਹੀ ਕਰਾਂਗਾ। ਮੈਂ ਜਸਵੀਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਭ ਦੀ ਹੈਲਪ ਕਰਾਂਗਾ। ਮੈਂ ਆਪਣੇ ਦੋਸਤਾਂ ਨੂੰ ਗੁਰਬਾਣੀ ਪਾਠ ਪੜ੍ਹਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅੰਕਲ ਜੀ ਨੇ ਸਾਨੂੰ ਇੰਨਾ ਵਧੀਆ ਸਭ ਕੁਝ ਦੱਸਿਆ ਹੈ, ਤੇ ਮੈਂ ਇਹ ਕਹਿਣ ਡਈ ਹਾਂ ਕਿ ਸਾਨੂੰ ਇੰਨਾ ਆਨੰਦ ਆਇਆ ਕਿ ਜਿੱਦਾਂ ਅਸੀਂ ਵਾਹਿਗੁਰੂ ਜੀ ਦੀ ਗੋਦ ਵਿੱਚ ਬਹਿ ਕੇ ਸਭ ਕੁਝ ਸੁਣਿਆ ਹੁੰਦਾ ਹੈ। ਅੰਕਲ ਜੀ ਨੇ ਇੰਨਾ ਵਧੀਆ ਦੱਸਿਆ ਕਿ ਇੱਕ ਵਾਰੀ ਫਿਰ ਤੋਂ ਬਾਬਾ ਜੀ ਤੇ ਭਰੋਸਾ ਪੂਰਾ ਵਾਲਾ ਪੱਕਾ ਵਾਲਾ ਵੱਧ ਚੁੱਕਾ ਹੈ।
ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਅੰਕਲ ਜੀ ਤੋਂ ਇੰਸਪਾਇਰ ਹੋ ਕੇ ਕਦੀ ਵੀ ਆਪਣੇ ਕੇਸ ਕਤਲ ਨਹੀਂ ਕਰਵਾਵਾਂਗੀ ਤੇ ਦੂਜਿਆਂ ਨੂੰ ਵੀ ਇੰਸਪਾਇਰ ਕਰਾਂਗੀ। ਕਦੀ ਵੀ ਵਾਹਿਗੁਰੂ ਜੀ ਦਾ ਭਰੋਸਾ ਨਹੀਂ ਟੁੱਟਣ ਦੇਵਾਂਗੀ। ਹਮੇਸ਼ਾ ਉਹਨਾਂ ਤੇ ਭਰੋਸਾ ਰੱਖਾਂਗੀ ਤੇ ਵਾਹਿਗੁਰੂ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਅੰਕਲ ਜੀ ਵਰਗਿਆਂ ਦੀ ਸੰਗਤ ਸਾਨੂੰ ਬਖਸ਼ਿਸ਼ ਕੀਤੀ ਹੈ। ਬਹੁਤ ਹੀ ਵੱਡੇ ਭਾਗਾਂ ਨਾਲ ਜੋ ਇਹ ਮਿਲਦੀ ਆ। ਤੇ ਅੰਕਲ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਇੰਨੀ ਸੇਵਾ ਮੈਂ ਮਤਲਬ ਅੱਜ ਕੱਲ੍ਹ ਦੀ ਦੁਨੀਆ ਵਿੱਚ ਕੋਈ 10 ਰੁਪਏ ਵੀ ਨਹੀਂ ਦਿੰਦਾ ਤੇ ਮੈਂ ਇੰਨੀ ਸੇਵਾ ਪਹਿਲੀ ਵਾਰ ਵੇਖੀ ਆ ਅੰਕਲ ਜੀ ਤੋਂ। ਮੈਂ ਬਹੁਤ ਹੀ ਥੈਂਕ ਯੂ ਕਰਦੀ ਹਾਂ ਅੰਕਲ ਜੀ ਦਾ ਤੇ ਵਾਹਿਗੁਰੂ ਜੀ ਦਾ ਵੀ, ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਮੈਂ ਸਿਦਮਨਜੀਤ ਬੋਲ ਰਹੇ ਹਾਂ। थोड़ा अपना माइक नेड़े करो जी, आवाज घट आ रही। बोलो जी। थोड़ी आवाज नहीं आ रही जी। थोड़ी आ रही है जी, माइक नेड़े करो। हेडफोन ला के बोलो जी। हेडफोन ला के बोलो जी। मीटिंग लीव कर दी है। हाँ जी हाँ जी, मैं पहला भी अनाउंस किया है कि जेडे बच्चे मीटिंग लीव करना चाहते हैं वो अपनी अटेंडेंस लगा के लीव कर सकते हैं जी। मैम अटेंडेंस लगा के लीव कर दो जी। ओके मैम। वाहिगुरु जी का खालसा, वाहिगुरु जी की फतेह जी। मैं अंकल जी ने प्रण करदी हां कि मैं रोजाना ਅਤੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਉਹ ਅਰਥਾਂ ਸਹਿਤ ਕਰਾਂਗੀ ਤੇ ਅੰਕਲ ਜੀ ਵਾਂਗ ਹੋਰਨਾਂ ਬੱਚਿਆਂ ਦੀ ਵੀ ਮਦਦ ਕਰਾਂਗੀ। ਮੈਮ ਮੇਰਾ ਇੱਕ ਕੁਐਸਚਨ ਹੈ ਅੰਕਲ ਜੀ ਨੂੰ। ਜੀ ਬੋਲੋ ਜੀ। ਜਿਹੜੇ ਮੇਰੇ ਪਾਪਾ ਹੈ ਉਹ ਕੇਸ ਕਤਲ ਨਹੀਂ ਰੱਖ ਰਹੇ ਤੇ ਮੈਂ ਉਹਨਾਂ ਨੂੰ ਕਿਵੇਂ ਕਵਾਂਗੀ ਕਿ ਜਿਹੜੇ ਉਹ ਕੇਸ ਕਤਲ ਰੱਖ ਲੈਣ। ਪਹਿਲੀ ਗੱਲ, ਕੇਸ ਕਤਲ ਦਾ ਮਤਲਬ ਹੁੰਦਾ ਕੇਸ ਕੱਟੇ ਹੋਏ, ਠੀਕ ਹੈ ਜੀ। ਤੇ ਅਸੀਂ ਕਹਿੰਦੇ ਵੀ ਉਹਨਾਂ ਦੇ ਕੇਸ ਕਤਲ ਨੇ ਤੇ ਆਪਾਂ ਉਹਨਾਂ ਨੂੰ ਕੇਸ ਰੱਖਣ ਲਈ ਪ੍ਰੇਰਨਾ ਹੈ। ਤੇ ਮੈਂ ਬੇਨਤੀ ਕਰਾਂਗੀ ਜੀ ਅੰਕਲ ਜੀ ਅਗਰ ਇਹਦਾ ਆਨਸਰ ਕਰ ਸਕਣ। ਜੁੜੇ ਹੋਏ ਨੇ। ਵਾਹਿਗੁਰੂ ਕਿਆ ਬੇਟੇ ਤੁਸੀਂ ਇਹਦਾ ਨਾ ਕੀ ਪਾਠ ਆਪਣਾ ਕਰੀ ਚੱਲੋ, ਆਪਣਾ ਕੰਮ ਕਰੀ ਚੱਲੋ। ਤੁਸੀਂ ਗੁਰੂ ਨਾਨਕ ਦੇ ਪੂਰਨਿਆਂ ਤੇ ਚੱਲੀ ਚੱਲੋ ਬੇਟੇ, ਔਰ ਤੁਸੀਂ ਦੇਖਣਾ ਆਪੇ ਪਾਪਾ ਰੱਖ ਲੈਣਗੇ ਇੱਕ ਦਿਨ, ਆਪੇ ਹੋ ਜਾਏਗਾ, ਹੈ ਨਾ। ਤੁਸੀਂ ਕਰੀ ਚੱਲੋ ਬੇਟੇ, ਉਹਨਾਂ ਨੂੰ ਬਾਰ-ਬਾਰ ਨਾ ਕਹੋ ਔਰ ਦੇਖਣਾ ਆਪੇ ਪਾਪਾ ਜੀ ਦੇ ਪਾਪਾ ਦੇ ਮਨ ਚ ਆ ਜਾਏਗਾ। ਪਾਪਾ ਨੂੰ ਸ਼ਰਮ ਆ ਜਾਏਗੀ ਕਿ ਮੇਰੀ ਨਿੱਕੀ ਜੀ ਬੱਚੀ ਹੈ ਇੰਨਾ ਪਾਠ ਵੀ ਕਰ ਲੈਂਦੀ ਔਰ ਇੰਨਾ ਸੋਹਣਾ ਸਭ ਕਰਦੀ ਹੈ ਤੇ ਬੇਟੇ ਆਪੇ ਬਖਸ਼ਿਸ਼ ਹੋ ਜਾਏਗੀ। ਤੁਸੀਂ ਅਰਦਾਸ ਕਰਨੀ ਹੈ, ਅਸੀਂ ਵੀ ਕਰਾਂਗੇ ਬੇਟੇ। ਓਕੇ ਠੀਕ ਹੈ ਬੇਟੇ, यही रास्ता है। वाहिगुरु जी का खालसा, वाहिगुरु जी की फतेह। सर मैं तरलीन बोल रही हाँ। सर मैं गुरु नानक देव जी इंफ्रास्ट्रक्चर फाउंडेशन ਦੇ ਸਕੂਲ ਵਿੱਚ ਪੜ੍ਹਦੀ ਹਾਂ। ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਦੀ ਹਾਂ। ਤੁਸੀਂ ਉਹ ਸਕੂਲ ਚ ਵਧੀਆ थैंक यू करना चाहनी है सर। थैंक यू बेटे, बाबा जी का थैंक यू। बहुत वधिया। तरलीन कौर है ना, कौर नहीं मिस करना बेटे, है ना। खाली तरलीन नहीं कहना, ना पूरा बोलिए। सिंह वाले सिंह ते कौर वाले कौर। हुण एक गलती ना करना, सारी जिंदगी ना करना, ठीक है बेटे। गुड बच्चे, ओके कैरी ऑन। वाहि खालसा वाहि फतेह। वाहिगुरु जी का खालसा, वाहिगुरु जी की फतेह जी। मेरा नाम हरदीप कौर है। मेरे EPP नंबर 15629 है। वाहिगुरु जी मेरा भी छोटे हुंदे सुपना सी कि मैं भी वड्डी हो के विदेश जावां, पर मैनू अंकल जी तो बहुत हौसला मिलता है कि मैं भी पढ़ाई करके गुरबाणी पढ़ांगी अते वाहिगुरु जी मैनू पूरा विश्वास है कि वाहिगुरु जी भी फिर मेरी विश जरूर पूरी करनगे। मैं प्रण करदी हाँ कि मैं गुरबाणी विचार के पढ़ांगी अते मैं भी वड्डी हो के बच्चों की सेवा करांगी, दसवंध कड्डांगी अते मैं अंकल जी का बहुत बहुत धन्नवाद करदी हाँ जी। अते मैं एजुकेट पंजाब प्रोजेक्ट
ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਜੀ। ਬਹੁਤ ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਵਾਹਿਗੁਰੂ ਵਧੀਆ। ਜੀ ਕੀ ਫਤਿਹ ਜੀ। ਫਤਿਹ ਅਤੇ ਜੀ ਮੇਰਾ ਇੱਕ ਹੋਰ ਕੁਐਸਚਨ ਸੀ। ਹਾਂ, ਵਾਹਿਗੁਰੂ ਬੋਲੋ। ਜੀ, ਬੋਲੋ ਜੀ ਬੋਲੋ। ਮੇਰਾ ਕੁਐਸਚਨ ਸੀਗਾ ਜੀ ਵੀ ਮੇਰੇ ਮੰਮਾ ਨੂੰ ਨਾ ਜੀ ਥਾਇਰਾਇਡ ਹੈ ਜੀ, ਤੇ ਉਹ ਵੀ ਤੇ ਗਠੀਆ ਜੀ, ਤੇ ਜੀ ਉਹ ਨਾ ਵੀ ਹਰ ਰੋਜ਼ ਨਾਮ ਵੀ ਜਪਦੇ ਨੇ, ਗੁਰਦੁਆਰੇ ਵੀ ਜਾਂਦੇ ਨੇ, ਤੇ ਉਹ ਮੇਰੇ ਕੋਲ ਬੈਠ ਕੇ ਸਹਿਜ ਪਾਠ ਵੀ ਸੁਣਦੇ ਨੇ, ਪਰ ਜੀ ਉਹ ਉਹਨਾਂ ਦਾ ਵੀ ਠੀਕ ਨਹੀਂ ਹੁੰਦਾ ਹੈਗਾ। ਉਹਨਾਂ ਨੂੰ 10 ਸਾਲ ਹੋ ਚੱਲੇ ਨੇ ਜੀ ਇਸ ਬਿਮਾਰੀ ਤੋਂ। ਬੇਟੇ ਤੁਸੀਂ ਮੇਰੀ ਬਿਮਾਰੀ ਵੀ ਸੁਣ ਚੁੱਕੇ ਹੋ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਤਾਂ ਬੇਟੇ ਇਹੀ ਇੱਕੋ ਵਧੀਆ ਤਰੀਕਾ ਤੇ ਰਸਤਾ ਹੈਗਾ, ਹੋਰ ਕੁਛ ਨਹੀਂ ਹੈਗਾ। ਪੂਰੀ ਕੋਸ਼ਿਸ਼ ਕਰੋ ਇਲਾਜ ਕਰਾਉਣ ਦੀ, ਵਧੀਆ ਤੇ ਵਧੀਆ ਡਾਕਟਰ ਕੋਲ ਜ਼ਰੂਰ ਕਰਾਓ। ਪਰ ਬੇਟੇ ਜੀ, ਪਰ ਬਾਣੀ 'ਚ ਬੜੀ ਸ਼ਕਤੀ ਹੈ, ਤੇ ਕਿਤੇ ਨਾ ਕਿਤੇ ਸਾਡੇ ਕੋਲ ਕੋਈ ਭੁੱਲਾਂ ਗਲਤੀਆਂ ਹੋ ਜਾਂਦੀਆਂ ਬੇਟੇ, ਫਿਰ ਵੀ ਹੋ ਜਾਂਦੀਆਂ, ਮੈਨੂੰ ਪਤਾ ਹੈ ਨਾ। ਹੁਣ ਮੈਂ ਨਹੀਂ ਚੁਣ ਸਕਦਾ, ਮੈਨੂੰ ਨਹੀਂ ਪਤਾ ਕਿਹੜੀਆਂ ਗਲਤੀਆਂ ਕਰਦੇ ਆ, ਹੈ ਨਾ। ਸਾਡੇ ਕੋਲ ਬੜੀਆਂ ਗਲਤੀਆਂ ਹੁੰਦੀਆਂ ਬੇਟੇ, ਤੇ ਉਹ ਗਲਤੀਆਂ ਕਰਨ ਤੋਂ ਅਸੀਂ ਨਾ ਗੁਰੇਜ਼ ਕਰਨਾ। ਉਹ ਗੁਰਬਾਣੀ ਸਮਝ ਕੇ ਉਹ ਪੜਾਂਗੇ ਨਾ, ਤੇ ਫਿਰ ਉਹ ਗਲਤੀਆਂ ਨਹੀਂ ਕਰਾਂਗੇ, ਤੇ ਛੇਤੀ ਇਹਦੇ ਨਾਲ ਕੀ ਬੇਟੇ ਸਾਰੇ ਕਾਰਜ ਸਫਲ ਲੱਗ ਪੈਂਦੇ ਆ। ਜਿੰਨਾ ਕਿ ਮੈਨੂੰ ਸਮਝ ਹੈ ਬੇਟੇ, ਇਹ ਬਿਲਕੁਲ ਬਾਣੀ ਹੀ ਕਰ ਸਕਦੀ ਹੈ ਸਭ ਕੁਝ। ਇਹ ਚੀਜ਼ ਅੱਜ ਅੰਗਰੇਜ਼ਾਂ ਨੂੰ ਵੀ ਸਮਝ ਆ ਗਈ ਹੈ ਬੇਟੇ, ਕਿਉਂ ਅੰਗਰੇਜ਼ 7.5 ਲੱਖ ਅੰਗਰੇਜ਼ 2 4 5 ਨਹੀਂ 7.5 ਲੱਖ ਅੰਗਰੇਜ਼ ਅੱਜ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਰਹੇ ਆ ਬੇਟੇ। ਹੋ ਜਾਏਗਾ ਬੇਟੇ, ਠੀਕ ਹੋ ਜਾਏਗਾ, ਅਸੀਂ ਵੀ ਅਰਦਾਸ ਕਰਾਂਗੇ ਬੇਟੇ। ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਨਾਮ ਜਸ਼ਨਦੀਪ ਸਿੰਘ, APP ਨੰਬਰ 12536। ਮੈਂ ਸਰ ਆਪ ਜੀ ਨਾਲ ਵਚਨ ਕਰਦਾ ਹਾਂ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪ ਜੀ ਜੋ ਕਾਰਜ ਕਰ ਰਹੇ ਹਾਂ, ਮੈਂ ਇਸ ਵਿੱਚ ਆਪ ਜੀ ਦੀ ਵੱਡਾ ਹੋ ਕੇ ਦਸਵੰਧ ਕੱਢ ਕੇ ਆਪ ਜੀ ਦੀ ਜ਼ਰੂਰ ਮਦਦ ਕਰਾਂਗਾ। ਤੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੇਟੇ ਜੀ। ਵਾਹਿ ਖਾਲਸਾ, ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਕਲ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਜਦੋਂ ਵੀ ਅੰਕਲ ਜੀ ਦੀਆਂ ਗੱਲਾਂ ਸੁਣਦੀ ਹਾਂ, ਤੇ ਮੈਨੂੰ ਤਾਂ ਬਹੁਤ ਸਿੱਖਿਆ ਮਿਲਦੀ ਹੈ, ਤੇ ਮੈਂ ਵੀ ਪੜ੍ਹ ਲਿਖ ਕੇ ਲੋੜਵੰਦਾਂ ਦੀ ਮਦਦ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਫਤਿਹ ਬੇਟੇ। ਬੋਲੋ ਜੀ ਚਰਨਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਨੇਮ ਚਰਨਜੀਤ ਕੌਰ ਹੈ। ਮੈਂ ਡਿਸਟ੍ਰਿਕਟ ਮਾਨਸਾ ਫਰੋਮ ਫੱਤਾ ਮਾਲੂਕਾ। ਮੈਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਹੋਰਾਂ ਨੂੰ ਵੀ ਸਿੱਖੀ ਨਾਲ ਜੋੜਾਂਗੀ, ਅਤੇ ਮੈਂ ਰੋਜ਼ਾਨਾ ਪਾਠ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਜੀ ਬੇਟੇ। ਜੀ ਜਿਹੜਾ ਗਰੁੱਪ ਹੈ, ਇਹ 'ਚ ਪਲੀਜ਼ ਮੈਨੂੰ ਐਡ ਕਰਨ ਦੀ ਕੋਸ਼ਿਸ਼ ਕਰਿਓ। ਆਪਣਾ ਨੰਬਰ ਤੁਸੀਂ ਚੈਟ ਬਾਕਸ ਵਿੱਚ ਪਾ ਦਿਓ ਜੀ। ਹਾਂਜੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ ਬੇਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੇਟੇ। ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ, ਤੇ ਅੰਕਲ ਜਸਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣਾ ਲਾਈਫ ਐਕਸਪੀਰੀਅੰਸ ਸ਼ੇਅਰ ਕੀਤਾ। ਮੈਨੂੰ ਅੰਕਲ ਜੀ ਦੇ ਐਕਸਪੀਰੀਅੰਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੇਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਬੇਟੇ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਖਾਤੇ ਅਸੀਂ ਪੜ੍ਹਾਈ ਕਰਦੇ ਹਾਂ। ਜੋ ਗੁਰੂ ਦਾ ਧੰਨਵਾਦ, ਉਹਨੇ ਸਾਨੂੰ ਤੁਹਾਡੇ ਨਾਲ ਜੋੜਿਆ। ਇਹ ਕਿ ਤੁਸੀਂ ਤਾਂ ਸਾਡੇ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ, ਅਸੀਂ ਤੁਹਾਡੇ ਤੋਂ ਕਿੰਨੇ ਗੁਣ ਲੈ ਸਕਦੇ ਹਾਂ। ਪਰ ਮੈਂ ਅੱਜ ਪ੍ਰਣ ਕਰਦੀ ਹਾਂ ਕਿ ਮੈਂ ਕਦੇ ਵੀ ਕੇਸ ਕਤਲ ਨਹੀਂ ਕਰਾਵਾਂਗੀ। ਜੋ ਕੈਂਪ ਵਿੱਚ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ, ਉਸ ਤੇ ਅਮਲ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੇਟੇ, ਬਹੁਤ ਵਧੀਆ ਬੇਟੇ। ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਰ ਮੈਂ ਪ੍ਰਣ ਕਰਦੀ ਹਾਂ, ਮੈਂ ਪ੍ਰਣ ਕਰਦੀ ਹਾਂ ਕਿ ਹਮੇਸ਼ਾ ਗੁਰਬਾਣੀ ਸਮਝ ਕੇ, ਵਿਚਾਰ ਕੇ ਤੇ ਪਿਆਰ ਨਾਲ ਪੜਾਂਗੀ, ਕਦੇ ਵੀ ਕਾਹਲੀ ਨਹੀਂ ਕਰਾਂਗੇ। ਤੇ ਇਹਨਾਂ ਕੈਂਪਾਂ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਤੇ ਮੈਂ ਹਮੇਸ਼ਾ ਹੀ
ਦੂਸਰੇ ਬੱਚਿਆਂ ਨੂੰ ਵੀ ਗੁਰਬਾਣੀ ਪੜ੍ਹਨ ਦੇ ਲਈ ਪ੍ਰੇਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੇਟੇ, ਵੈਰੀ ਗੁੱਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਬੇਟੇ। ਮੇਰਾ ਕੁਐਸਚਨ ਇਹ ਸੀਗਾ ਕਿ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਗੁਰੂ ਜੀ ਸਾਡਾ ਇਮਤਿਹਾਨ ਲੈ ਰਹੇ ਨੇ? ਜਦੋਂ ਬੇਟੇ ਕੋਈ ਇੱਛਾ ਨਹੀਂ ਪੂਰੀ ਹੁੰਦੀ ਨਾ, ਤੇ ਬੇਟੇ ਜ਼ਰੂਰ ਕੋਈ ਨਾ ਕੋਈ ਸਾਡੇ ਵਿਚਕਾਰ ਕੋਈ ਕਮੀ ਹੈ ਜਿਸ ਕਰਕੇ ਕਿ ਇੱਛਾ ਪੂਰੀ ਨਹੀਂ ਹੋ ਰਹੀ, ਤੇ ਬੇਟੇ ਜੀ ਫਿਰ ਉਹ ਇਮਤਿਹਾਨ ਹੀ ਹੈ। ਪਰ ਜੇ ਤੁਸੀਂ ਇਹਦਾ ਨਾ ਕਿ ਪੂਰੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਜੀ ਰਹੇ ਹੋ, ਹੈ ਨਾ, ਕਹਿਣਾ ਮੰਨ ਰਹੇ ਹੋ। ਹੁਣ ਬੱਚਿਆਂ ਨੂੰ ਨਹੀਂ ਪਤਾ ਨਾ, ਜੇ ਤੁਸੀਂ ਛੋਟੇ ਹੋ ਬੇਟੇ, ਤੇ ਪਰ ਗਲਤੀਆਂ ਸਾਡੇ ਕੋਲ ਹੋ ਜਾਂਦੀਆਂ, ਜਿਸ ਕਰਕੇ ਫਿਰ ਨਹੀਂ ਪਤਾ ਲੱਗਦਾ ਤੁਹਾਨੂੰ, ਅਜੇ ਉਹ ਕਾਰਜ ਨਹੀਂ ਪੂਰਾ ਹੁੰਦਾ ਤੁਹਾਡਾ। ਪਰ ਬੇਟੇ ਮੈਂ ਵੀ ਇੱਦਾਂ ਹੀ ਸਿੱਖਿਆ ਵਾਂ, ਤੇ ਗੁਰੂ ਮਹਾਰਾਜ ਬਿਲਕੁਲ ਕਾਰਜ ਪੂਰੇ ਕਰਦੇ ਆ, ਸਾਰੀਆਂ ਇੱਛਾਵਾਂ ਪੂਰੀਆਂ ਕਰਦੀਆਂ। ਪਰ ਇਹ ਇਮਤਿਹਾਨ ਲੈਂਦੇ ਹੀ ਲੈਂਦੇ ਆ ਕਿ ਅਸੀਂ ਕਹਿਣਾ ਮੰਨਦੇ ਆ ਕਿ ਨਹੀਂ ਮੰਨਦੇ ਆ। ਇਹ ਜੋ ਤੁਸੀਂ ਬਾਣੀ ਪੜ੍ਹੋਗੇ, ਜਿੰਨੀ ਜ਼ਿਆਦਾ ਪੜ੍ਹੋਗੇ ਬੇਟੇ, ਜਿੰਨੀ ਜ਼ਿਆਦਾ ਸਮਝ ਕੇ ਪੜ੍ਹੋਗੇ, ਤੁਹਾਨੂੰ ਸਮਝ ਆਏਗਾ, ਔਰ ਬਿਲਕੁਲ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਇਮਤਿਹਾਨ ਹੋਏ ਤੁਹਾਡੇ, ਕਿਹੜੇ ਕਿਹੜੇ ਇਮਤਿਹਾਨਾਂ ਚੋਂ ਮੈਂ ਵੀ ਕਿ ਪਾਸ ਹੋਇਆ, ਕਿਵੇਂ ਤੁਸੀਂ। ਜੇ ਬਾਈ ਚਾਂਸ ਕੋਈ ਤੁਹਾਡੀ ਇੱਛਾ ਨਹੀਂ ਪੂਰੀ ਹੁੰਦੀ ਬੇਟੇ, ਤੇ ਉਹਦੇ ਵਿੱਚ ਵੀ ਬੱਚੇ ਬਾਬਾ ਜੀ ਫਿਰ ਕੀ ਕਰਦੇ ਆ ਕਿ ਸ਼ਾਇਦ ਤੁਹਾਡੇ ਫਾਇਦੇ ਵਾਸਤੇ ਉਹ ਇੱਛਾ ਪੂਰੀ ਨਹੀਂ ਕਰਦੇ। ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਬੇਟੇ ਇਹ ਤੁਹਾਨੂੰ ਗਿਆਨ ਮਿਲੇਗਾ, ਪੜ੍ਹ ਕੇ ਮਿਲੇਗਾ ਜ਼ਰੂਰ ਬੇਟੇ। ਇਹ ਤੁਹਾਨੂੰ ਹੋਰ ਜ਼ਿਆਦਾ ਸਮਝਾ ਸਕਣਗੇ ਤੁਹਾਨੂੰ, ਜਿਹੜੇ ਦੀਦੀਆਂ ਤੁਹਾਡੀਆਂ ਸਾਰੀਆਂ, ਜਾਂ ਜਿੰਨੇ ਹੋਰ ਕਈ ਆਉਂਦੇ ਆ ਪ੍ਰਚਾਰਕ। ਬਸ ਮੈਨੂੰ ਤੇ ਇੰਨਾ ਕੀ ਸਮਝ ਹੈ ਬੇਟੇ, ਇਹ ਕਰਨਾ ਬਾਬਾ ਹੀ ਨਹੀਂ ਹੈ ਸਭ ਕੁਛ, ਕਿਉਂਕਿ ਇਮਤਿਹਾਨ ਜ਼ਰੂਰ ਲੈਂਦੇ ਆ। ਸਾਡੇ ਕੋਲ ਗਲਤੀਆਂ ਹੁੰਦੀਆਂ। ਮੈਨੂੰ ਹੁਣ ਵੀ ਪਿੱਛੇ ਮੈਨੂੰ ਯਾਦ ਆਇਆ, ਜਦੋਂ ਲੋਕਡਾਊਨ ਦੇ ਵਿਚਕਾਰ ਮੈਂ ਇੱਕ ਇੰਨੀ ਵੱਡੀ ਗਲਤੀ ਕਰਦਾ ਰਿਹਾ ਸਾਰੀ ਜ਼ਿੰਦਗੀ, ਜਿਹੜੀ ਕਿ ਮੈਨੂੰ ਹੁਣੇ ਸਮਝ ਆਈ, ਜਾ ਕੇ ਪਾਠ ਕਰਕੇ ਵਿਚਾਰ ਕੇ ਪੜ੍ਹਿਆ ਸੀਗਾ। ਕਿੰਨੇ ਪਾਠ ਕਰ ਲਏ, ਕਿੰਨੇ ਕਰ ਲਏ, ਤੇ ਮੈਂ ਕਿਸੇ ਨਾਲ 19 ਸਾਲ ਬੋਲਦਾ ਹੀ ਨਹੀਂ ਸੀਗਾ, ਤੇ ਮੈਂ ਉਹਨੂੰ ਘਰ ਬੁਲਾ ਕੇ ਮਾਫੀ ਮੰਗੀ ਉਹਦੇ ਕੋਲੋਂ। ਏਦਾਂ ਦੀਆਂ ਗੱਲਾਂ ਬੇਟੇ ਆ ਜਾਏਗਾ ਤੁਹਾਨੂੰ ਬੇਟੇ, ਬਾਣੀ ਚ ਲੱਭੇਗਾ ਸਭ ਕੁਝ। ਕਰੀ ਚੱਲੋ ਬੇਟੇ, ਪੜ੍ਹੀ ਚੱਲੋ, ਮਹਾਰਾਜ ਮਿਹਰ ਕਰਨਗੇ। ਵਾਹਿ ਖਾਲਸਾ, ਵਾਹਿ ਫਤਿਹ ਬੇਟੇ। ਮੈਂ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦੀ, ਜਿਹੜੇ ਬੱਚੇ ਕੈਂਪ ਗਰੁੱਪ ਵਿੱਚ ਐਡ ਹੋਣਾ ਚਾਹੁੰਦੇ ਨੇ, ਕਿਰਪਾ ਕਰਕੇ ਐਵਰੀਵਨ ਤੇ ਮੈਸੇਜ ਕਰੋ ਜੀ। ਜੇ ਤੁਸੀਂ ਐਵਰੀਵਨ ਤੇ ਮੈਸੇਜ ਨਹੀਂ ਕਰੋਗੇ, ਤੁਹਾਡਾ ਨੰਬਰ ਐਡ ਨਹੀਂ ਹੋ ਸਕੇਗਾ। ਬਹੁਤ ਸਾਰੇ ਬੱਚੇ ਹਜੇ ਵੀ ਹੈਂਡ ਰੇਜ਼ ਕਰ ਰਹੇ ਨੇ, ਅਸੀਂ ਹੋਰ ਬੱਚੇ ਨਹੀਂ ਲੈ ਸਕਾਂਗੇ, ਕਿਉਂਕਿ ਸਮਾਂ ਜਿਹੜਾ ਸਮਾਪਤੀ ਵੱਲ ਵੱਧ ਗਿਆ, ਬਹੁਤ ਜ਼ਿਆਦਾ ਹੋ ਚੁੱਕਾ ਹੈ, ਕਿਉਂਕਿ ਹੋਰ ਬੱਚਿਆਂ ਦੀ ਹੋਰ ਵੀ ਕਲਾਸਿਸ ਹੁੰਦੀਆਂ ਨੇ। ਸੋ ਇਸ ਕਰਕੇ ਹੁਣ ਸੁਰਿੰਦਰ ਭੈਣ ਜੀ ਜੋ ਕਿ ਸੈਸ਼ਨ ਨੂੰ ਸਮਾਪਤੀ ਕਰਨਗੇ ਜੀ। ਹਾਂਜੀ, ਅੱਜ ਦਾ ਕੈਂਪ ਲਗਾ ਕੇ ਸੱਚਮੁੱਚ ਬਹੁਤ ਹੀ ਬੱਚਿਆਂ ਨੂੰ ਹੀ ਨਹੀਂ, ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਤੇ ਨਾਲ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਅਸੀਂ ਵੀ ਕੁਝ ਕਰੀਏ। ਵਾਹਿਗੁਰੂ ਜੀ ਕਿਰਪਾ ਕਰਕੇ ਆਪ ਹੀ ਸਭ ਸੇਵਾ ਲੈਂਦੇ ਆ ਤੇ ਲੈਂਦੇ ਰਹਿਣਗੇ। ਸੋ ਇੰਨਾ ਕੁ ਅਰਦਾਸ ਜ਼ਰੂਰ ਕਰਦੇ ਆ ਕਿ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਸੇਵਾ ਜਿਹੜੀ ਲੈ ਰਹੇ ਆ, ਉਹ ਵਾਹਿਗੁਰੂ ਜੀ ਬਖਸ਼ਿਸ਼ ਕਰਨ, ਤੇ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹਨਾ, ਕਿ ਅਸੀਂ ਸਾਰੇ ਹੀ ਰਲ ਮਿਲ ਕੇ ਇਸੇ ਤਰ੍ਹਾਂ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਜੋ ਬੱਚਿਆਂ ਨੂੰ ਸੁਣਦੇ ਆ, ਤੇ ਬੱਚਿਆਂ ਨੂੰ ਸੁਣ ਕੇ ਸਾਨੂੰ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਦੇ ਬੱਚਿਆਂ ਦਾ ਜਿਹੜਾ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਲੈਂਦੇ ਰਹਿਣ ਸੇਵਾ ਜੀ। ਸੋ ਅੱਜ ਦਾ ਕੈਂਪ ਬਹੁਤ ਵਧੀਆ ਲੱਗਿਆ ਜੀ, ਤੇ ਹੁਣ ਇੱਥੇ ਹੀ ਸਮਾਪਤੀ ਹੈ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਜਸਵਿੰਦਰ ਸਿੰਘ। ਚੰਗਾ ਜੀ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਅਸਲੀ ਸੇਵਾ ਤੁਸੀਂ ਕਰ ਰਹੇ ਹੋ ਸਾਰੇ, ਅਸਲੀ ਸੇਵਾ ਤੁਸੀਂ ਕਰ ਰਹੇ ਹੋ ਸਾਰੇ। ਮੈਨੂੰ ਧੰਨਵਾਦ ਕਰਨਾ ਤੁਹਾਡਾ ਸਾਰਿਆਂ ਦਾ। ਮੈਂ ਤਾਂ ਇੱਥੇ ਬੈਠਾ ਵਾਂ ਦੂਰ, ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਸਾਰੇ। ਗੁਰੂ ਸਾਹਿਬ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ, ਸਾਰੀ ਸੰਸਥਾ ਦੀ ਚੜ੍ਹਦੀ ਕਲਾ ਆਪਣੇ ਕੋਲ ਅਰਦਾਸ ਹੀ ਹੈ। ਬਹੁਤ ਵਧੀਆ, ਮਹਾਰਾਜ ਮਿਹਰ ਕਰ ਰਹੇ, ਆਪੇ ਹੀ ਸੇਵਾ ਲੈ ਰਹੇ ਆ। ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਾਲਾ YouTube ਤੇ ਵੀ ਅਵੇਲੇਬਲ ਹੋਏਗਾ, ਸੋ ਜ਼ਰੂਰ ਬੱਚੇ ਸ਼ੇਅਰ ਕਰ ਸਕਦੇ ਨੇ ਜੀ ਇਹਨੂੰ। ਹਾਂਜੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ। ਫੁੱਲਾਂ ਚੁੱਕਣ ਜੀ, ਬੁਲਾਓ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂ, ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ, ਫਤਿਹ ਫਤਿਹ। ਬੱਚਿਆਂ ਨੂੰ ਬੇਨਤੀ ਹੈ ਜੀ, ਅਟੈਂਡੈਂਸ ਲਗਾਉਣ ਤੋਂ ਬਾਅਦ ਲੀਵ ਕਰ ਸਕਦੇ ਹੋ, ਤੇ ਹੋਰ 2-4 ਮਿੰਟ ਬਾਅਦ ਜਿਹੜੀ ਹੈ ਮੀਟਿੰਗ ਆਫ ਕਰ ਦਿੱਤੀ ਜਾਏਗੀ ਜੀ।